हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਅੱਜ ਦੀ ਕਲਾਸ ਮੋਸਟ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਕਲਾਸ ਦੇ ਵਿੱਚ ਅਸੀਂ ਗਰੋਥ ਐਂਡ ਡਿਵੈਲਪਮੈਂਟ ਦਾ ਟੌਪਿਕ ਡਿਸਕਸ ਕਰਾਂਗੇ। ਇਸ ਤੋਂ ਬਿਨਾ 5-6 ਸਾਈਕੋਲੋਜਿਸਟ ਨੇ ਉਹਨਾਂ ਦੀਆਂ ਥਿਊਰੀਆਂ ਨੂੰ ਵੀ ਆਪਾਂ ਅੱਜ ਸਮਝਾਂਗੇ। ਤਾਂ ਇਹਨਾਂ ਟੌਪਿਕਸ ਦੇ ਉੱਤੇ ਦੋਸਤੋ ਪਹਿਲਾਂ ਅਸੀਂ ਅਲੱਗ-ਅਲੱਗ ਵੀਡੀਓਜ਼ ਬਣਾ ਚੁੱਕੇ ਹਾਂ ਜਿਹਦੇ ਵਿੱਚ ਆਪਾਂ ਪੂਰੀ डिटेल ਦਿੱਤੀ ਸੀ ਇਹਨਾਂ ਟੌਪਿਕਸ ਦੀ, ਪਰ ਅੱਜ ਆਪਾਂ ਸੰਖੇਪ ਦੇ ਵਿੱਚ ਇੰਪੋਰਟੈਂਟ ਚੀਜ਼ਾਂ ਨੂੰ ਸਮਝਦੇ ਚੱਲਾਂਗੇ। ਤਾਂ ਸਟਾਰਟ ਕਰਦੇ ਹਾਂ ਦੋਸਤੋ। ਗਰੋਥ ਐਂਡ ਡਿਵੈਲਪਮੈਂਟ ਮੋਸਟ ਇੰਪੋਰਟੈਂਟ ਟੌਪਿਕ ਨੇ ਅਤੇ ਮੈਂ ਕਹਿੰਦਾ ਹੁੰਦਾ ਕਿ ਜੇਕਰ ਤੁਸੀਂ CDP ਕਰਨ ਚੱਲੇ ਹੋ, ਇਹ ਬੇਸਿਕ ਟੌਪਿਕ ਹੁੰਦੇ ਨੇ। ਇੱਥੇ ਤੁਹਾਡਾ ਮਸਲਾ ਕਲੀਅਰ ਹੋ ਗਿਆ ਤਾਂ ਸਾਰੀ CDP ਤੁਹਾਨੂੰ ਈਜ਼ੀ ਲੱਗਣ ਲੱਗ ਜਾਂਦੀ ਹੈ। ਤਾਂ ਸਟਾਰਟ ਕਰਦੇ ਹਾਂ ਜੀ ਗਰੋਥ ਐਂਡ ਡਿਵੈਲਪਮੈਂਟ। ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਗਰੋਥ ਕੀ ਹੈ। ਗਰੋਥ ਅਤੇ ਡਿਵੈਲਪਮੈਂਟ ਦੇ ਵਿੱਚ ਨਿੱਕਾ ਜਿਹਾ ਫਰਕ ਹੈ, ਇੱਕ ਨਿੱਕਾ ਜਿਹਾ ਡਿਫਰੈਂਸ ਨੂੰ ਜੇਕਰ ਤੁਸੀਂ ਸਮਝ ਗਏ ਤਾਂ ਸਾਰਾ ਟੌਪਿਕ ਤੁਹਾਡਾ ਕਲੀਅਰ ਹੈ। ਤਾਂ ਗਰੋਥ ਬਾਰੇ ਸਮਝਦੇ ਹਾਂ ਅਸੀਂ। ਗਰੋਥ ਜਿਸ ਦਾ ਅਰਥ ਹੈ ਵਾਧਾ, ਭਾਰ, ਕੱਦ, ਆਕਾਰ, ਉਮਰ, ਆਦਤਾਂ ਵਿੱਚ ਤਬਦੀਲੀ, ਯਾਨੀ ਕਿ ਚੇਂਜ ਇਨ ਵੇਟ, ਹਾਈਟ, ਸਾਈਜ਼, ਏਜ ਐਂਡ ਹੈਬਿਟਸ, ਇਹਨਾਂ ਨੂੰ ਅਸੀਂ ਗਰੋਥ ਆਖਦੇ ਹਾਂ। ਫੋਰ ਐਗਜ਼ਾਮਪਲ ਆਪਣੇ ਹੱਥ ਦਾ ਸਾਈਜ਼ ਹੈ, ਤੁਸੀਂ ਦੇਖੋ ਵੀ ਇੱਕ ਤਾਂ ਹੋਇਆ ਕੋਈ ਮਤਲਬ ਕਿ 20 ਸਾਲ ਦਾ ਵਿਅਕਤੀ ਅਤੇ ਇੱਕ ਹੋਇਆ ਨਿੱਕਾ ਬੱਚਾ, ਤਾਂ ਉਹਨਾਂ ਦੇ ਹੱਥ ਦੇ ਵਿੱਚ ਸਾਈਜ਼ ਦੇ ਵਿੱਚ ਫਰਕ ਹੋਏਗਾ। ਹੱਥ ਦੇ ਵਿੱਚ ਜਿਹੜਾ ਫਰਕ ਹੈ ਸਾਈਜ਼ ਦਾ, ਉਹ ਤਾਂ ਹੈਗਾ ਵਾਧਾ। ਪਰ ਜੇਕਰ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਵਿੱਚ ਸਮਰੱਥਾ ਦਾ ਵੀ ਫਰਕ ਹੋਏਗਾ। ਹੁਣ ਛੋਟੇ ਬੱਚੇ ਦਾ ਹੱਥ ਓਨੇ ਕੰਮ ਨਹੀਂ ਕਰ ਸਕਦਾ ਜਿੰਨਾ ਵੱਡੇ ਦਾ ਹੱਥ ਕਰ ਜੂਗਾ। ਤਾਂ ਜਿਹੜੀ ਉਹ ਕੰਮ ਕਰਨ ਦੀ ਸਮਰੱਥਾ ਸੀ ਉਹ ਤਾਂ ਸੀ ਵਿਕਾਸ, ਵੀ ਪਹਿਲਾਂ ਘੱਟ ਸੀ ਫਿਰ ਵਧੀ, ਅਤੇ ਜਿਹਦਾ ਮਤਲਬ ਸਾਈਜ਼ ਵਧਿਆ ਉਹ ਕੀ ਸੀ, ਵਾਧਾ ਸੀ, ਯਾਨੀ ਕਿ ਉਹ ਗਰੋਥ ਸੀ। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਭਾਰ, ਕੱਦ, ਆਕਾਰ, ਮਤਲਬ ਕਿ ਫਿਜ਼ੀਕਲੀ ਕੋਈ ਚੀਜ਼ ਜਿਹੜੀ ਉਹਦਾ ਆਕਾਰ ਵੱਧ ਜਾਣਾ, ਤਾਂ ਉਹ ਕੀ ਹੈ ਜੀ, ਆਪਣੇ ਕੋਲ ਗਰੋਥ ਹੈ। ਗਰੋਥ ਦੇ ਬਾਰੇ ਕੁਝ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਇਹ ਸਮਝੋ। ਇਹ ਮਾਤਰਾਤਮਕ ਹੈ, ਯਾਨੀ ਕਿ ਕੁਆਂਟੀਟੇਟਿਵ ਹੈ, ਯਾਨੀ ਕਿ ਕਹਿਣ ਦਾ ਭਾਵ ਕੀ ਵੀ ਇਹਦੀ ਆਪਾਂ ਗਿਣਤੀ ਕਰਦੇ ਹਾਂ ਵੀ ਪਹਿਲਾਂ ਇੰਨੀ ਕਿਲੋ ਵਜਨ ਸੀ ਫਿਰ ਇੰਨੀ ਕਿਲੋ ਵਜਨ ਹੋ ਗਿਆ, ਤਾਂ ਇਹ ਗਿਣਤੀਯੋਗ ਹੈ। ਠੀਕ ਹੈ ਜੀ। ਅਤੇ ਨੈਕਸਟ ਆਪਾਂ ਗੱਲ ਕਰੀਏ, ਇਹ ਮੀਜ਼ਰੇਬਲ ਹੈ, ਮਾਪਿਆ ਜਾ ਸਕਦਾ ਹੈ। ਫੋਰ ਐਗਜ਼ਾਮਪਲ ਜਿਵੇਂ ਹੱਥ ਦੀ ਐਗਜ਼ਾਮਪਲ ਦਿੱਤੀ ਤੁਹਾਨੂੰ, ਪਹਿਲਾਂ ਹੱਥ ਦਾ ਇੰਨਾ ਸਾਈਜ਼ ਸੀ ਫਿਰ ਸਾਈਜ਼ ਵੱਡਾ ਹੋ ਗਿਆ, ਤਾਂ ਇਸ ਚੀਜ਼ ਨੂੰ ਮੀਜ਼ਰ ਕੀਤਾ ਜਾ ਸਕਦਾ ਹੈ, ਮਾਪਿਆ ਜਾ ਸਕਦਾ ਹੈ। ਤਾਂ ਵਾਧੇ ਨੂੰ ਮਾਪਿਆ ਜਾ ਸਕਦਾ ਹੈ, ਕੁਆਂਟੀਟੇਟਿਵ ਹੈ। ਅਤੇ ਇਹ ਇੱਕ ਸਟਰਕਚਰਲ ਚੇਂਜ ਹੈ, ਯਾਨੀ ਕਿ ਸੰਰਚਨਾ ਦੀ ਤਬਦੀਲੀ ਹੈ। ਜਦੋਂ ਇਹ ਚੀਜ਼ ਪੁੱਛੀ ਜਾਂਦੀ ਹੈ ਨਾ ਸਟਰਕਚਰਲ ਚੇਂਜ, ਤੁਸੀਂ ਇੰਗਲਿਸ਼ ਵਰਜ਼ਨ ਨੂੰ ਜ਼ਰੂਰ ਦੇਖ ਲਿਓ। ਠੀਕ ਹੈ, ਤਾਂ ਸੰਰਚਨਾ ਆਪਾਂ ਵੈਸੇ ਕਹਿ ਸਕਦੇ ਹਾਂ, ਹੋ ਸਕਦਾ ਪੰਜਾਬੀ ਤੁਹਾਨੂੰ ਕੋਈ ਹੋਰ ਸ਼ਬਦ ਮਿਲ ਜੇ। ਠੀਕ ਹੈ, ਤਾਂ ਸਟਰਕਚਰਲ ਚੇਂਜ ਹੈ ਇਹ, ਇਸ ਚੀਜ਼ ਨੂੰ ਤੁਸੀਂ ਯਾਦ ਰੱਖੋਗੇ। ਨੈਕਸਟ ਪ੍ਰੋਸੈਸਿੰਗ ਅਪ ਟੂ ਮੈਚਿਓਰਿਟੀ, ਯਾਨੀ ਕਿ ਪਰਿਪੱਕਤਾ ਤੱਕ ਚੱਲਦਾ ਹੈ। ਫੋਰ ਐਗਜ਼ਾਮਪਲ ਤੁਸੀਂ ਦੇਖੋ ਕਿ ਬੱਚੇ ਨੇ ਜਨਮ ਲਿਆ, ਪਹਿਲੇ 15 ਸਾਲਾਂ ਦੇ ਵਿੱਚ ਉਸਦਾ ਜਿੰਨਾ ਕੱਦ ਹੋ ਗਿਆ, ਜੇ ਇੰਨਾ ਹੀ ਕੱਦ ਅਗਲੇ 15 ਸਾਲਾਂ 'ਚ ਹੋ ਜੇ ਫਿਰ ਤਾਂ ਬਹੁਤ ਲੰਮੇ ਇਨਸਾਨ ਹੋਣ। ਹੁਣ ਮੰਨ ਕੇ ਚੱਲੋ ਪਹਿਲੇ 15 ਸਾਲਾਂ ਤੱਕ ਜਨਰਲੀ ਇੱਕ ਵਿਅਕਤੀ ਜਿਹੜਾ ਉਹ ਆਪਣਾ ਕੱਦ ਜਿੰਨਾ ਉਹਨੇ ਕਰਨਾ ਹੈ ਮੈਚਿਓਰਿਟੀ ਤੱਕ 18 ਸਾਲ ਤੱਕ ਲਗਾ ਲਓ ਵੀ 18 ਸਾਲ ਤੱਕ ਜਿੰਨਾ ਕੱਦ ਹੋ ਗਿਆ ਉਹ ਫਿਕਸ ਜੇ ਹੋ ਜਾਂਦਾ ਹੈ। ਮੰਨ ਕੇ ਚਲੋ ਕਿਸੇ ਦਾ ਕੱਦ 5 ਫੁੱਟ 5.5 ਫੁੱਟ ਹੋ ਗਿਆ ਤਾਂ ਠੀਕ ਹੈ, ਉਸ ਤੋਂ ਅਗਲੇ ਸਾਲਾਂ 'ਚ ਓਨਾ ਨਹੀਂ ਵੱਧਦਾ। ਠੀਕ ਹੈ, ਇਹ ਨਹੀਂ ਹੈਗਾ ਵੀ ਅਗਲੇ 18 ਸਾਲਾਂ 'ਚ ਉਹ ਦੁੱਗਣਾ ਹੋ ਜਾਊਗਾ, ਵੀ ਪਹਿਲੇ 18 ਸਾਲਾਂ 'ਚ 5 ਫੁੱਟ ਹੋ ਗਿਆ ਸੀ, ਅਗਲੇ 36 ਸਾਲ ਦੀ ਉਮਰ ਤੱਕ 5 ਤੇ 5 10 ਫੁੱਟ ਹੋ ਗਿਆ ਨਾ, ਇੱਦਾਂ ਨਹੀਂ ਹੁੰਦਾ। ਕਿਉਂਕਿ ਜਿਹੜਾ ਗਰੋਥ ਹੈ ਉਹ ਮੈਚਿਓਰਿਟੀ 'ਤੇ ਜਾ ਕੇ ਰੁਕ ਜਾਂਦਾ ਹੈ। ਤਾਂ ਮੈਚਿਓਰਿਟੀ ਕੀ ਹੈ ਇਹ ਵੀ ਆਪਾਂ ਅੱਗੇ ਸਮਝ ਲਾਂਗੇ ਥੋੜ੍ਹਾ ਜਿਹਾ, ਪਰ ਮੈਚਿਓਰਿਟੀ ਦੀ ਏਜ ਆਪਾਂ ਮਤਲਬ ਇਹ ਡਿਸਕਸ ਕਰਦੇ ਹਾਂ ਲਗਭਗ ਵੀ ਜਿਹੜੀ ਕਿਸ਼ੋਰ ਅਵਸਥਾ ਹੈ ਉੱਥੋਂ ਤੱਕ, ਉਸ ਤੋਂ ਬਾਅਦ ਅੱਗੇ ਮੈਚਿਓਰਿਟੀ ਆ ਜਾਂਦੀ। ਜਦੋਂ ਆਪਾਂ ਅਡਲਟ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਉੱਥੇ ਤੱਕ ਆਪਾਂ ਮੰਨਦੇ ਮੈਚਿਓਰਿਟੀ ਆ ਜਾਂਦੀ ਹੈ ਜੇਕਰ ਏਜ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ। ਅਦਰਵਾਈਜ਼ ਮੈਚਿਓਰਿਟੀ ਦੇ ਲਈ ਹੋਰ ਪੁਆਇੰਟ ਨੇ ਜਿਹੜੇ ਉਹ ਵੀ ਡਿਸਕਸ ਕਰਨੇ ਬਣ ਜਾਂਦੇ ਨੇ। ਠੀਕ ਹੈ, ਤਾਂ ਇੱਕ ਵਾਰ ਇਹ ਮੰਨ ਲਓ ਵੀ ਤੁਸੀਂ ਜਿਹੜਾ ਗਰੋਥ ਹੈ ਵੀ ਉਹ ਆਪਾਂ 18 ਤੋਂ 20 ਸਾਲ ਤੱਕ ਮੰਨਦੇ ਵੀ ਹੁੰਦਾ ਹੈ। ਠੀਕ ਹੈ, ਉਹ ਤੱਕ ਜਿੰਨੀ ਗਰੋਥ ਹੋਣੀ ਸੀ ਹੋ ਜਾਂਦੀ ਹੈ, ਆਪਣੇ ਸਰੀਰ ਦੀ, ਵਜਨ ਦੀ, ਹੈ ਨਾ, ਕੱਦ ਦੀ, ਇਹ ਚੀਜ਼ਾਂ ਦੀ ਹੋ ਜਾਂਦੀ ਹੈ। ਬਟ ਉਸ ਤੋਂ ਬਾਅਦ ਉਹ ਚੀਜ਼ ਕਹਿ ਸਕਦੇ ਹੋ ਉਹ ਧੀਮੀ ਹੋ ਜਾਂਦੀ ਹੈ ਜਾਂ ਰੁਕਣ ਦੇ ਬਰਾਬਰ ਹੀ ਹੋ ਜਾਂਦੀ ਹੈ। ਤਾਂ ਇਹ ਇੱਕ ਪਰਿਪੱਕਤਾ ਤੱਕ ਦਾ ਕੀ ਹੈ ਕਨਸੈਪਟ ਹੈ। ਠੀਕ ਹੈ, ਉਦੋਂ ਤੱਕ ਇਹ ਚੱਲਦਾ ਹੈ। ਅਤੇ ਜਿਹੜਾ ਗਰੋਥ ਹੈ ਨਾ, ਗਰੋਥ ਇਸ ਦਾ ਜਿਹੜਾ ਸੰਕਲਪ ਹੈ ਇਹ ਤੰਗ ਹੈ, ਛੋਟਾ ਹੈ, ਯਾਨੀ ਕਿ ਇਸ ਦਾ ਜਿਹੜਾ ਇਹ ਪਹਿਲੂ ਹੈ ਇੱਕ ਛੋਟਾ ਸੰਕਲਪ ਹੈ। ਠੀਕ ਹੈ, ਤਾਂ ਇਹ ਇੱਕ ਨੈਰੋ ਜਾਂ ਸਮਾਲ ਕਨਸੈਪਟ ਜਾਂ ਅਸਪੈਕਟ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਇਸ ਤਰੀਕੇ ਨਾਲ ਇਹਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਹੁਣ ਜਦੋਂ ਆਪਾਂ ਇਹਨੂੰ ਕੰਪੈਰੀਜ਼ਨ ਕਰਾਂਗੇ ਨਾ ਡਿਵੈਲਪਮੈਂਟ ਦੇ ਨਾਲ, ਇਹ ਚੀਜ਼ਾਂ ਤੁਹਾਨੂੰ ਹੋਰ ਵੀ ਕਲੀਅਰ ਹੋਣਗੀਆਂ। ਜਿਵੇਂ ਕਿ ਦੇਖੋ ਹੁਣ ਆਪਾਂ ਡਿਵੈਲਪਮੈਂਟ ਨੂੰ ਸਮਝਾਂਗੇ, ਯਾਨੀ ਕਿ ਵਿਕਾਸ ਨੂੰ ਸਮਝਾਂਗੇ। ਇਹਦੇ ਵਿੱਚ ਕੀ ਹੈ, ਇਹ ਇੱਕ ਸਿਸਟਮੈਟਿਕ ਚੇਂਜ ਹੈ। ਹੁਣ ਦੇਖੋ ਉੱਥੇ ਆਪਾਂ ਨੇ ਕੀ ਗੱਲ ਕੀਤੀ ਸੀ, ਸਟਰਕਚਰਲ ਚੇਂਜ ਹੈ, ਇਹ ਪੂਰੇ ਸਟਰਕਚਰ ਦੇ ਵਿੱਚ ਪਰਿਵਰਤਨ ਆਉਂਦੇ ਨੇ। ਇਹ ਇੱਕ ਸਿਸਟਮੈਟਿਕ ਚੇਂਜ ਹੈ,
ਇਹ ਸਿਸਟਮ ਦੇ ਵਿੱਚ ਪਰਿਵਰਤਨ ਆਉਂਦੇ ਨੇ। ਮੈਂ ਤੁਹਾਨੂੰ ਦੱਸ ਰਿਹਾ ਵੀ ਇੰਗਲਿਸ਼ ਵਰਜਨ ਦੇ ਜ਼ਰੂਰ ਝਾਤੀ ਮਾਰਿਓ, ਕਈ ਵਾਰ ਸ਼ਬਦ ਦਾ ਹੀ ਫਰਕ ਰਹਿ ਜਾਂਦਾ ਹੈ। ਸਿਸਟਮੈਟਿਕ ਕੀ ਹੈ? ਡਿਵੈਲਪਮੈਂਟ। ਠੀਕ ਹੈ ਜੀ। ਤਾਂ ਇੱਕ ਡਿਵੈਲਪਮੈਂਟ ਦੀ ਆਪਾਂ ਡੈਫੀਨੇਸ਼ਨ ਸਮਝਦੇ ਹਾਂ। ਠੀਕ ਹੈ। ਹਰਲੋਕ ਦੇ ਅਨੁਸਾਰ ਪਰਿਪੱਕਤਾ ਦੇ ਤਜਰਬੇ ਦੇ ਨਤੀਜੇ ਵਜੋਂ ਕ੍ਰਮਬੱਧ ਅਨੁਮਾਨਯੋਗ ਸ਼ੈਲੀ ਵਿੱਚ ਵਾਪਰਨ ਵਾਲੀਆਂ ਤਬਦੀਲੀਆਂ ਦੀ ਪ੍ਰਗਤੀਸ਼ੀਲ ਲੜੀ ਨੂੰ ਵਿਕਾਸ ਕਹਿੰਦੇ ਹਨ। ਤਾਂ ਹਰਲੋਕ ਦੇ ਅਨੁਸਾਰ ਬੱਚੇ ਦਾ ਪਹਿਲਾ ਸੰਵੇਗ ਉਤੇਜਨਾ ਹੁੰਦੀ ਹੈ। ਇਹ ਹਰਲੋਕ ਦੀ ਇੱਕ ਗੱਲ ਹੈ। ਠੀਕ ਹੈ। ਪਹਿਲਾਂ ਪੁੱਛੀ ਜਾ ਚੁੱਕੀ ਹੈ, ਇਸ ਕਰਕੇ ਅਸੀਂ ਨੇ ਐਡ ਕੀਤੀ ਹੈ। ਤਾਂ ਇਸ ਨੂੰ ਤੁਸੀਂ ਜ਼ਰੂਰ ਨੋਟ ਕਰ ਲਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਵਿਕਾਸ ਹੈ ਨਾ, ਡਿਵੈਲਪਮੈਂਟ, ਇਹ ਨਿਰਭਰਤਾ ਤੋਂ ਸਵੈ ਨਿਰਭਰਤਾ ਯਾਨੀ ਕਿ ਕਹਿ ਸਕਦੇ ਹਾਂ ਕਿ ਡਿਪੈਂਡੈਂਸੀ ਤੋਂ ਸੈਲਫ ਰਿਲਾਇੰਸ ਤੱਕ ਚੱਲਦਾ। ਫੋਰ ਐਗਜ਼ਾਮਪਲ, ਜਦੋਂ ਬੱਚਾ ਛੋਟਾ ਸੀ ਹੈ ਨਾ, ਹਲੇ ਜਨਮ ਲਿਆ ਸੀ, ਤਾਂ ਉਹ ਡਿਪੈਂਡ ਸੀ ਕਿਤੇ ਮਾਂ ਬਾਪ 'ਤੇ ਡਿਪੈਂਡ ਸੀ। ਨਿੱਕੀਆਂ ਨਿੱਕੀਆਂ ਚੀਜ਼ਾਂ ਲਈ, ਰੋਟੀ ਦੇ ਲਈ ਹੈ ਨਾ, ਆਪਣੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਲਈ ਉਹ ਮਾਂ ਬਾਪ 'ਤੇ ਡਿਪੈਂਡ ਸੀ। ਪਰ ਹੌਲੀ ਹੌਲੀ ਜਿਉਂ-ਜਿਉਂ ਉਸ ਦਾ ਵਿਕਾਸ ਹੋਏਗਾ, ਉਹ ਕੀ ਹੋ ਜਾਏਗਾ? ਸਵੈ ਨਿਰਭਰ ਹੋ ਜਾਏਗਾ। ਠੀਕ ਹੈ। ਸਿੰਪਲ ਜੀ ਗੱਲ ਹੋ ਗਈ। ਉੱਥੇ ਆਪਾਂ ਨੇ ਕੀ ਗੱਲ ਕੀਤੀ ਸੀ? ਜਿਹੜੀ ਗਰੋਥ ਹੈ ਉਹ ਮੈਚਿਓਰਿਟੀ ਤੱਕ ਹੁੰਦੀ ਹੈ, ਪਰ ਇਹ ਕੁੱਖ ਤੋਂ ਸ਼ੁਰੂ ਹੋ ਗਿਆ, ਜਨਮ ਵੀ ਨਹੀਂ ਲਿਆ, ਹਲੇ ਜਨਮ ਤੋਂ ਪਹਿਲੀ ਸ਼ੁਰੂ ਹੋ ਗਿਆ। ਜਦੋਂ ਉਹ ਬੱਚਾ ਭਰੂਣ ਅਵਸਥਾ ਦੇ ਵਿੱਚ ਹੈ, ਤਾਂ ਕੁੱਖ ਤੋਂ ਸ਼ੁਰੂ ਹੋ ਕੇ ਇਹ ਕਬਰ ਤੱਕ ਚੱਲੇਗਾ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਕਿੱਥੋਂ ਤੱਕ ਹੁੰਦੀ ਹੈ? ਜਨਮ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਕੁੱਖ ਦੇ ਵਿੱਚ ਸ਼ੁਰੂ ਹੋ ਗਈ ਅਤੇ ਮੌਤ ਤੱਕ ਚੱਲਦੀ ਹੈ। ਜਦੋਂ ਤੱਕ ਆਪਣੀ ਮੌਤ ਨਹੀਂ ਹੋ ਜਾਂਦੀ, ਆਪਾਂ ਵਿਕਾਸ ਕਰਦੇ ਰਹਿੰਦੇ ਹਾਂ, ਡਿਵੈਲਪਮੈਂਟ ਕਰਦੇ ਰਹਿੰਦੇ ਹਾਂ। ਤਾਂ ਇਹ ਹੋ ਸਕਦਾ ਵੀ ਇਹਦੀ ਮਤਲਬ ਕਹਿ ਸਕਦੇ ਹਾਂ ਸਪੀਡ ਵੱਧ ਘੱਟ ਹੋਵੇ, ਵੀ ਕੁਝ ਸਾਲਾਂ ਦੇ ਵਿੱਚ ਆਪਾਂ ਛੇਤੀ ਗਰੋ ਕਰ ਗਏ ਹੈ ਨਾ, ਛੇਤੀ ਮਤਲਬ ਡਿਵੈਲਪਮੈਂਟ ਹੋ ਗਈ। ਅਤੇ ਹੋ ਸਕਦਾ ਵੀ ਕਿਸੇ ਸਟੇਜ ਦੇ ਵਿੱਚ ਆ ਕੇ ਘੱਟ ਹੋਵੇ, ਘੱਟ ਵੱਧ ਹੋ ਸਕਦੀ, ਪਰ ਹੁੰਦੀ ਇਹ ਮੌਤ ਤੱਕ ਹੈ। ਜੀਵਨ ਭਰ ਲੰਮੀ ਪ੍ਰਕਿਰਿਆ, ਸਿੰਪਲ ਜੀ ਗੱਲ ਹੋ ਗਈ ਵੀ ਇਹ ਰੁਕਦੀ ਨਹੀਂ ਹੈਗੀ, ਜੀਵਨ ਭਰ ਚੱਲਦੀ ਹੈ। ਠੀਕ ਹੈ। ਵਿਕਾਸ, ਸਰੀਰਕ ਵਿਕਾਸ, ਬੋਧਾਤਮਕ ਵਿਕਾਸ, ਸਮਾਜਿਕ ਵਿਕਾਸ, ਭਾਵਨਾਤਮਕ ਵਿਕਾਸ, ਇਹ ਇਸ ਦੀਆਂ ਕਿਸਮਾਂ ਹੋ ਸਕਦੀਆਂ ਨੇ, ਅਸਪੈਕਟ ਹੋ ਸਕਦੇ ਨੇ। ਆਪਾਂ ਅੱਗੇ ਇਹ ਸਮਝਾਂਗੇ। ਇਹ ਇੱਕ ਪ੍ਰਗਤੀਸ਼ੀਲ ਹੈ, ਮੁਕਾਬਲਤਨ ਸਥਾਈ ਹੈ। ਇੰਗਲਿਸ਼ ਵਰਜਨ ਵੀ ਇਹਦੀ ਅਵੇਲੇਬਲ ਹੈ ਜੀ ਆਪਾਂ ਨੂੰ ਕੋਲ। ਠੀਕ ਹੈ। ਉਹ ਵੀ ਤੁਸੀਂ ਬਾਅਦ ਵਿੱਚ ਦੇਖ ਲਿਓ। ਠੀਕ ਹੈ। ਇੱਕ ਵਾਰ ਮੈਂ ਪੰਜਾਬੀ ਦੇ ਵਿੱਚ ਐਕਸਪਲੇਨ ਕਰ ਦਿੰਦਾ। ਪ੍ਰਗਤੀਸ਼ੀਲ ਇੱਕ, ਠੀਕ ਹੈ, ਮਤਲਬ ਅੱਗੇ 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 ਹੀ ਚੱਲਦਾ, ਬੈਕ ਨਹੀਂ ਇਹ ਆਉਂਦਾ। ਠੀਕ ਹੈ। ਅਤੇ ਉਲਟਾ ਨਹੀਂ ਜਾ ਸਕਦਾ, ਪਰ ਸੋਧਿਆ ਜਾ ਸਕਦਾ ਹੈ। ਇਹਨੂੰ ਮੋਡੀਫਾਈ ਕੀਤਾ ਜਾ ਸਕਦਾ, ਬਟ ਰਿਵਰਸ ਨਹੀਂ ਇਹ ਹੋ ਸਕਦਾ। ਠੀਕ ਹੈ। ਗਿਣਾਤਮਕ ਅਤੇ ਗੁਣਾਤਮਕ ਦੋਨੇ ਹੋ ਸਕਦਾ। ਤਾਂ ਗਰੋਥ ਦੇ ਵਿੱਚ ਆਪਾਂ ਨੇ ਕੀ ਸਮਝਿਆ ਸੀ ਵੀ ਇਹ ਕੀ ਹੈ? ਕੁਆਂਟੀਟੇਟਿਵ ਹੈ। ਠੀਕ ਹੈ। ਇੱਥੇ ਕੁਆਂਟੀਟੇਟਿਵ ਅਤੇ ਕੁਆਲੀਟੇਟਿਵ ਦੋਨੇ ਤਰ੍ਹਾਂ ਦੇ। ਠੀਕ ਹੈ। ਇਹੀ ਫਰਕ ਹੈ ਬਸ। ਇਹ ਨਿੱਕੇ ਨਿੱਕੇ ਪੁਆਇੰਟ ਨੇ ਜਿਹੜੇ ਤੁਸੀਂ ਨੇ ਗਰੋਥ ਬਾਰੇ ਅਤੇ ਡਿਵੈਲਪਮੈਂਟ ਬਾਰੇ ਸਮਝਣੇ ਨੇ। ਠੀਕ ਹੈ। ਇਸ ਤੋਂ ਬਿਨਾਂ ਇਹ ਰਿਵਰਸ ਨਹੀਂ ਕੀਤਾ ਜਾ ਸਕਦਾ। ਇਹ ਸਾਰੇ ਪੁਆਇੰਟ ਆਪਾਂ ਡਿਸਕਸ ਕਰ ਚੁੱਕੇ ਹਾਂ। ਇਹ ਇੱਕ ਵਿਆਪਕ ਸੰਕਲਪ ਹੈ, ਮਤਲਬ ਇੱਕ ਵੱਡਾ ਬਰੋਡ ਕੰਸੈਪਟ ਹੈ ਇਹ ਇੱਕ। ਠੀਕ ਹੈ। ਆਪਾਂ ਕਹਿ ਸਕਦੇ ਹਾਂ ਇੱਕ ਇਹ ਕੀ ਹੈ? ਬਰੋਡ ਕੰਸੈਪਟ ਹੈ। ਅਤੇ ਇੱਕ ਗੱਲ ਹੋਰ ਜੋ ਬਾਅਦ ਵਿੱਚ ਕਰਦੇ ਹਾਂ ਤਾਂ ਤੁਸੀਂ ਕਨਫਿਊਜ਼ ਨਾ ਹੋ ਜਿਓ, ਜਿਹੜਾ ਆਪਾਂ ਨੇ ਗਰੋਥ ਬਾਰੇ ਸਾਰੀਆਂ ਚੀਜ਼ਾਂ ਪੜ੍ਹੀਆਂ ਨੇ, ਉਹ ਸਾਰੀਆਂ ਚੀਜ਼ਾਂ ਡਿਵੈਲਪਮੈਂਟ ਦੇ ਉੱਤੇ ਅਪਲਾਈ ਹੋ ਸਕਦੀਆਂ ਨੇ। ਠੀਕ ਹੈ। ਮਤਲਬ ਕਿ ਜਿਹੜੇ ਇੱਦਾਂ ਸਮਝੋਗੇ ਤੁਸੀਂ ਇਹਨੂੰ, ਬਰੋਡ ਕੰਸੈਪਟ ਆਪਾਂ ਕਿਉਂ ਕਹਿ ਰਹੇ ਹਾਂ ਇਹਨੂੰ, ਮਤਲਬ ਕਿ ਡਿਵੈਲਪਮੈਂਟ ਨੂੰ ਇਹ ਸਮਝ ਲਓ ਵੀ ਇਹ ਆਪਣੇ ਕੋਲ ਕੀ ਸੀ? ਗਰੋਥ ਸੀ। ਇਹ ਸਰਕਲ ਜਿਹੜਾ ਇਹ ਡਿਵੈਲਪਮੈਂਟ ਦਾ। ਹੁਣ ਸਮਝ ਗਏ ਵੀ ਜਿਹੜਾ ਇਹ ਗਰੋਥ ਹੈ ਇਹ ਸਾਰਾ ਵਿੱਚ ਸਮਾ ਗਿਆ ਕਾਹਦੇ? ਡਿਵੈਲਪਮੈਂਟ ਦੇ। ਠੀਕ ਹੈ। ਇੱਦਾਂ ਇਹਦੇ ਵਿੱਚ ਕਵਰ ਹੈ ਜਿਹੜਾ ਉਹ ਹੋ ਜਾਂਦਾ ਹੈ। ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋ। ਮਤਲਬ ਇੱਕ ਵੱਡਾ ਸੰਕਲਪ ਹੈ, ਜਿਵੇਂ ਉਹ ਮੈਚੋਰਿਟੀ ਤੱਕ ਚੱਲੀ, ਇਹ ਜੀਵਨ ਭਰ ਚੱਲਿਆ। ਠੀਕ ਹੈ। ਤਾਂ ਉਸ ਦੇ ਵਿੱਚ ਹੋ ਸਕਦਾ ਵੀ ਮਤਲਬ ਖੜੌਤ ਆ ਜੇ, ਤਾਂ ਇਹਦੇ 'ਚ ਖੜੌਤ ਨਹੀਂ ਆਉਂਦੀ, ਜੀਵਨ ਭਰ ਚੱਲਦਾ। ਮਤਲਬ ਇਹ ਇੱਕ ਵੱਡਾ ਕਨਸੈਪਟ ਹੋ ਗਿਆ। ਠੀਕ ਹੈ। ਅਤੇ ਇੱਕ ਹੋਰ ਗੱਲ ਇੱਥੇ ਹੋਰ ਲਿਖੀ ਹੋਈ ਹੈ, ਇੱਕ ਇੰਪੋਰਟੈਂਟ ਚੀਜ਼, ਕੈਨ ਇਨਕਲੂਡ ਗਰੋਥ, ਮੈਚੋਰਿਟੀ ਐਂਡ ਲਰਨਿੰਗ। ਮਤਲਬ ਕਿ ਗਰੋਥ, ਮੈਚੋਰਿਟੀ, ਲਰਨਿੰਗ, ਇਹ ਸਭ ਚੀਜ਼ਾਂ ਜਿਹੜੀਆਂ ਇਹ ਕੀ ਹੋ ਜਾਂਦੀਆਂ ਨੇ ਜੀ, ਕਹਿ ਸਕਦੇ ਆਪਾਂ ਵਿਕਾਸ ਦੇ ਵਿੱਚ ਸਮਾ ਜਾਂਦੀਆਂ ਨੇ, ਵਿੱਚ ਮਤਲਬ ਕਿ ਮਿਕਸ ਹੋ ਜਾਂਦੀਆਂ ਨੇ। ਇਸ ਕਰਕੇ ਆਪਾਂ ਇਸ ਨੂੰ ਵਿਆਪਕ ਜਾਂ ਕਹਿ ਲਓ ਇੱਕ ਬਰੋਡ ਕਨਸੈਪਟ ਕਿਹਾ ਹੈ। ਇਹਦੀ ਇੰਗਲਿਸ਼ ਅਤੇ ਪੰਜਾਬੀ ਵਰਜ਼ਨ ਦੋਨੇ ਅਵੇਲੇਬਲ ਨੇ, ਤੁਸੀਂ ਇਹਨੂੰ ਨੋਟ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਦੇਖ ਸਕਦੇ ਹੋ, ਸਿੰਪਲ ਜਿਹੀ ਇੱਕ ਡੈਫੀਨੇਸ਼ਨ ਵੀ ਤੁਹਾਨੂੰ ਯਾਦ ਕਰਵਾਈ ਹੈ, ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖੋਗੇ। ਤਾਂ ਇੰਨੀਆਂ ਚੀਜ਼ਾਂ ਕਾਫੀ ਨੇ। ਹੁਣ ਆਪਾਂ ਇਸ ਦੇ ਸਿਧਾਂਤਾਂ ਨੂੰ ਸਮਝ ਲੈਣੇ ਆ। ਸਿਧਾਂਤ ਆਪਾਂ ਬਾਹਲਾ ਐਕਸਪਲੇਨ ਨਹੀਂ ਕਰਾਂਗੇ, ਡਾਇਰੈਕਟ ਟੂ ਦਾ ਪੁਆਇੰਟ ਗੱਲ ਕਰਾਂਗੇ, ਕਿਉਂਕਿ ਡਾਇਰੈਕਟ ਇਹਦੇ ਵਿੱਚੋਂ ਕੁਐਸਚਨ ਬਣ ਜਾਊਗਾ। ਠੀਕ ਹੈ। ਤਾਂ ਦੇਖੋ, ਵਿਕਾਸ ਜਾਂ ਪ੍ਰਗਤੀ ਦੇ ਸਿਧਾਂਤ ਯਾਨੀ ਕਿ ਪ੍ਰਿੰਸੀਪਲ ਆਫ ਡਿਵੈਲਪਮੈਂਟ, ਇਹਦੇ 'ਚੋਂ ਕੁਐਸਚਨ ਬਣਦਾ ਹੈ ਜੀ, ਇੰਪੋਰਟੈਂਟ ਚੀਜ਼ ਹੈ। ਕੰਟੀਨਿਊਅਸ ਪ੍ਰੋਸੈਸ ਹੈ ਇੱਕ, ਮਤਲਬ ਕਿ ਵੰਬ ਟੂ ਟੁੰਬ ਚੱਲਦਾ, ਕਹਿ ਸਕਦੇ ਹਾਂ। ਜਿਵੇਂ ਵੀ ਬੱਚੇ ਨੇ ਜਨਮ ਲੈ ਲਿਆ ਹੈ ਨਾ, ਉਹ ਉੱਥੇ ਤੋਂ ਸ਼ੁਰੂ ਹੋ ਜਾਂਦਾ, ਜਨਮ ਤੋਂ ਹੀ ਪਹਿਲਾਂ ਸ਼ੁਰੂ ਹੋ ਜਾਂਦਾ, ਕੁੱਖ ਦੇ ਵਿੱਚ ਸ਼ੁਰੂ ਹੋ ਗਿਆ ਅਤੇ ਮੌਤ ਤੱਕ ਚੱਲਿਆ ਹੈ ਨਾ, ਲਗਾਤਾਰ ਹੈ ਇਹ ਨਹੀਂ ਹੈਗਾ ਵੀ ਆਪਾਂ ਕਹਿ ਸਕਦੇ ਹਾਂ ਵੀ ਮੈਚੋਰਿਟੀ ਜਾ ਕੇ ਰੁਕ ਗਿਆ, ਇਸ ਏਜ 'ਤੇ ਜਾ ਕੇ ਰੁਕ ਕੇ ਨਹੀਂ ਰੁਕਦਾ। ਠੀਕ ਹੈ। ਤਾਂ ਯੂਨੀਫਾਰਮ ਪੈਟਰਨ ਹੈ, ਇੱਕ ਰੂਪਤਾ ਇਹਦੇ ਵਿੱਚ, ਮਤਲਬ ਕਿ ਸਾਰਿਆਂ ਦੇ ਵਿੱਚ ਕੀ ਹੋਊਗਾ? ਇਹ ਇੱਕੋ ਪੈਟਰਨ ਨਾਲ ਹੋਊਗਾ। ਜਿਵੇਂ ਪਹਿਲਾਂ ਸਾਰੇ ਬੱਚੇ ਇਨਫੈਂਸੀ 'ਚ ਹੋਣਗੇ, ਫਿਰ ਸਾਰੇ ਚਾਈਲਡਹੁੱਡ ਜਾਣਗੇ, ਫਿਰ ਕਹਿ ਸਕਦੇ ਹਾਂ ਅਡੋਲਸੈਂਸ ਜਾਣਗੇ, ਸਾਰਿਆਂ ਦਾ ਪੈਟਰਨ ਇੱਕੋ ਹੈ।
है ना। ये हो रेट अलग अलग हो सकता इसका, मतलब भी किसी च वध होवे डेवलपमेंट, किसी च घट होवे, वो वध घट वाली अलग चीज़ है, बट ਇਹਦਾ पैटर्न यूनीफॉर्म है। इंडिविजुअल डिफरेंसिस ਦੇ बेस ਤੇ इसका पैटर्न मतलब भी कह सकते हैं कि ਜਿਹੜੀ रेट है वो अलग अलग हो सकता है। इंडिविजुअल डिफरेंस का मतलब ये है भी हो सकता किसी बच्चे ਨੂੰ ਜਿਵੇਂ ਆਪਾਂ ਅੱਗੇ ਉਹ ਵੀ ਪੜ੍ਹਾਂਗੇ ਵੀ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਨੇ ਇਹਨੂੰ, ਹੈ ਨਾ। ਤਾਂ ਜਿਵੇਂ ਹੋ ਸਕਦਾ ਵੀ ਕਿਸੇ ਨੂੰ ਜਨਮ ਤੋਂ ਹੀ ਕੋਈ ਬਿਮਾਰੀ ਹੈ ਤਾਂ ਉਹਦਾ ਵਿਕਾਸ ਘੱਟ ਹੋਵੇ, है ना। हो सकता किसी ने जन्म तो ही कोई वड्डी बीमारी लग गई, हो सकता उसका शरीर कमज़ोर है जी, उसका दिमाग है जोड़ा वो कमज़ोर है जी, हो सकता किसी का समाजिक विकास घट होवे। तो ये हरेक दे उसके व्यक्तिगत के अनुसार होंदा है, ठीक है जी। जनरल टू स्पैसिफिक चलता है, इस चीज़ तुम ध्यान दे रखोगे। जनरल टू स्पैसिफिक का मतलब ये हो जाता है कि बच्चा सब तो पहला अपना पूरी बांह हिलानी सीखूगा, हाले उसदियां ਉਂਗਲਾਂ नहीं वो हिलाने सीखिया, ਉਂਗਲਾਂ ਦੇ ਜੋੜ नहीं, ਇਹਨੂੰ मतलब ਲੇਟ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਪਹਿਲਾਂ ਪੂਰੀ ਬਾਂਹ ਹਿਲਾਣੀ ਸਿੱਖਿਆ, ਤੁਸੀਂ ਉਹਨੂੰ ਕੋਈ ਚੀਜ਼ ਫੜਾਉਣ ਦੀ ਕੋਸ਼ਿਸ਼ ਕਰੋ, ਪੂਰੀ ਐਂ ਬਾਂਹ ਨਾਲ ਗਲਾਸ ਨੂੰ ਫੜਨ ਦੀ ਕੋਸ਼ਿਸ਼ ਕਰੂਗਾ। ਪਹਿਲਾਂ ਬਾਂਹ ਹਿਲਾਣੀ ਸਿੱਖਿਆ, ਫਿਰ ਬਾਂਹ ਦੀ ਕੂਣੀ ਵਾਲਾ ਜਿਹੜਾ ਜੋੜ ਸੀ ਇਹ ਮੋੜਨਾ ਸਿੱਖ ਗਿਆ, ਫਿਰ ਹੋ ਸਕਦਾ ਉਹ ਇਕੱਲੇ ਗੁੱਟ ਨੂੰ ਹਿਲਾਉਣਾ ਸਿੱਖ ਗਿਆ ਹੋਵੇ, ਗੁੱਟ ਤੋਂ ਬਾਅਦ ਉਹ ਚਾਰੇ ਉਂਗਲਾਂ ਨੂੰ ਇਕੱਠਾ ਹਿਲਾਉਣਾ ਸਿੱਖ ਗਿਆ ਹੋਵੇ, ਉਂਗਲਾਂ ਤੋਂ ਬਾਅਦ ਇਕੱਲੇ ਇਕੱਲੇ ਜੋੜ ਨੂੰ ਹਿਲਾਉਣਾ ਸਿੱਖ ਗਿਆ ਹੋਵੇ, ਫਿਰ ਉਹ ਐਂ ਇਕੱਲੀ ਪੈਨਸਲ ਨੂੰ ਫੜਨਾ ਸਿੱਖ ਗਿਆ ਇਕੱਲੀ ਚੁਟਕੀ ਨਾਲ। ਤਾਂ ਇਹ ਕੀ ਹੈ, ਮਤਲਬ ਕਿ ਜਨਰਲ ਟੂ ਸਪੈਸੀਫਿਕ ਚੱਲੇ, ਯਾਨੀ ਕਿ ਆਮ ਤੋਂ ਖਾਸ ਵੱਲ ਆਇਆ। ਪਹਿਲਾਂ ਪੂਰਾ ਸਰੀਰ ਹਿਲਾਉਣਾ ਸਿੱਖਿਆ, ਫਿਰ ਉਹ ਬਰੀਕੀ ਅੰਗਾਂ ਤੱਕ ਉਸਦਾ ਜਿਹੜਾ ਵਿਕਾਸ ਹੈ ਉਹ ਆਇਆ। ਇੰਟੀਗ੍ਰੇਸ਼ਨ ਹੈ, ਮਤਲਬ ਕਿ ਸਾਰੇ ਨੇ ਜਿਹੜੇ ਉਹ ਮਿਕਸ ਨੇ, ਠੀਕ ਹੈ, ਇੰਟਰਲੇਟਡ ਹੈ। ਇੱਕ ਇਹ ਚੀਜ਼ ਨੂੰ ਧਿਆਨ 'ਚ ਰੱਖੋ ਤੁਸੀਂ, ਜਿਹੜੇ ਇਹਦੀਆਂ ਆਪਾਂ ਟਾਈਪਸ ਪੜ੍ਹਾਂਗੇ, ਜਿਵੇਂ ਕਿ ਆਪਾਂ ਇਹਦਾ ਪੜ੍ਹਾਂਗੇ ਵੀ ਇਮੋਸ਼ਨਲ, ਸੋਸ਼ਲ, ਹੈ ਨਾ, ਤਾਂ ਕੋਗਨੀਟਿਵ, ਉਹ ਸਭ ਨੇ ਜਿਹੜੇ ਉਹ ਇੰਟੀਗ੍ਰੇਟ ਹੋ ਕੇ ਕੰਮ ਕਰਦੇ ਨੇ, ਮਤਲਬ ਕਿ ਸਾਰਿਆਂ ਦਾ ਇੱਕ ਕਹਿ ਸਕਦੇ ਹਾਂ ਏਕਤਾ ਬਣਦੀ ਹੈ, ਫਿਰ ਉਹ ਕੰਮ ਕਰਦੇ ਨੇ, ਠੀਕ ਹੈ। ਪ੍ਰੈਡਿਕਟੇਬਲ ਹੈ ਇਹ, ठीक है। डेवलपमेंट है कि जी प्रडिक्टेबल है, जिमें पता है सारिਆਂ भी शिशु अवस्था तो बाद कह सकते हैं बाल अवस्था आऊगी, फिर किशोर अवस्था आऊगी, ਇਹਦੀ ਪ੍ਰੈਡਿਕਸ਼ਨ ਕੀਤੀ ਜਾ ਸਕਦੀ ਹੈ, ਠੀਕ ਹੈ। ਤਾਂ ਇਹ ਕੁਝ ਹੱਦ ਤੱਕ ਪ੍ਰੈਡਿਕਟ ਇਹਨੂੰ ਕੀਤਾ ਜਾ ਸਕਦਾ ਹੈ। ਇਹਦੀ ਇੰਟਰੈਕਸ਼ਨ ਦੋ ਤਰ੍ਹਾਂ ਦੀਆਂ ਨੇ ਜਿਹਦੇ ਉੱਤੇ ਕੁਐਸਚਨ ਬਣਦਾ, ਇੱਕ ਤਾਂ ਹੈ ਸਫੈਲੋਕਾਇਡਲ ਤੇ ਇੱਕ ਹੈ ਪ੍ਰੋਕਸੀਮੋ ਡਿਸਟਲ। ਤਾਂ ਜਿਹੜੀ ਸਫੈਲੋਕਾਇਡਲ ਹੈ ਇਹਨੂੰ ਇੱਦਾਂ ਯਾਦ ਕਰੋ, ਸੱਸੇ ਤੋਂ ਪੈਂਦੀ ਹੈ ਇਹ, ਠੀਕ ਹੈ। ਤਾਂ ਸੱਸੇ ਤੋਂ ਸਿਰ ਨੂੰ ਯਾਦ ਕਰ ਲਓ ਵੀ ਇਹ ਸਿਰ ਤੋਂ ਸ਼ੁਰੂ ਹੋ ਕੇ ਪੈਰ ਦੇ अंगूठे तक चलता है। तो इस तरह ये हो गया सफैलोकाइडल, ठीक है। इन्हों मैं तुहानूं थोड़ा जिहा इदां एक्सप्लेन करदा, तुसीं इहनूं होर भी वधिया तरीके नाल समझ पाओगे। देखो जी, मन के चलो यही व्यक्ति का सिर है, ठीक है, यही उसकी धड़ है, ठीक है, यही पैर ने, यही हत्थ ने। तो हुण इदां समझो इहनूं, जिहड़ा मतलब बच्चे का जिहड़ा विकास है वह सिर तो शुरू हो गया। पहलां उहने सिर नूं संभालना सीख लिया, फिर गर्दन नूं संभालना सीखिया, धड़ नूं, इदां धड़ तो हुंदा हुंदा उसका विकास जिहड़ा पैर दे अंगूठे तक आया। तो इस तरह विकास उपर तो हेठां वल यानी कि पूरा लॉन्गिट्यूडिनल ਚੱਲੇ आ, ठीक है। ਇਹ ਤਾਂ ਹੋ ਗਈ ਪਹਿਲੀ ਕਿਸਮ ਸਫੈਲੋਕਾਇਡਲ ਕਹਿ ਰਹੇ ਹਾਂ ਜਿਹਨੂੰ ਆਪਾਂ। ਤੇ ਹੁਣ ਆਪਾਂ ਦੂਸਰੀ ਕਿਸਮ ਸਮਝਦੇ ਹਾਂ ਦੀ, ਦੂਸਰੀ ਕਿਸਮ ਡਾਇਰੈਕਸ਼ਨ ਕਹਿ ਲਓ, ਦੂਸਰੀ ਡਾਇਰੈਕਸ਼ਨ ਆਪਾਂ ਸਮਝਦੇ ਹਾਂ ਇਹ ਹੈ ਪ੍ਰੋਕਸੀਮੋ ਡਿਸਟਲ। ਜੋ ਪ੍ਰੋਕਸੀਮੋ ਡਿਸਟਲ ਹੈ ਇਹ ਕੀ ਹੈ ਕਿ ਜਿਹੜਾ ਵਿਕਾਸ ਹੈ ਉਹ ਵਿਚਕਾਰ ਤੋਂ ਸ਼ੁਰੂ ਹੋਇਆ, ਮਤਲਬ ਕਿ ਧੜ ਤੋਂ, ਹੈ ਨਾ, ਵੀ ਵਿਚਕਾਰ ਤੋਂ ਸ਼ੁਰੂ ਹੋਇਆ ਤੇ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਫੈਲਿਆ। समझ रहे हो भी सेंटर टू पेरीफरी, मतलब धड़ तो शुरू होकर बाਹਾਂ 'ਚ गया, इधर बांह 'ਚ गया, उपर वाल सिर वाल नूं गया, पैर वाल नूं आया। मतलब कि सेंटर तो स्टार्ट होकर विचकार तो स्टार्ट होकर आले दुआले अलग अलग दिशावां दे विच फैले। एक तां ये तरीका हो सकता है, एक की हो सकता से अपने समझिए कि सिर तो शुरू होकर कित्थे तक गए है, नीचे पैर दे अंगूठे तक गए है। तो इस तरीके नाल इन्हां 'चों सवाल बनदा इस सफैलोकाइडल ते प्रॉक्सिमो डिस्टल दे विचों, ठीक है। तो इन्हां दे विचों क्वेश्चन बनूगा, इन्हां दे विचों तुसीं गलत नहीं करदे। तो नैक्सट आपां गल करदे जिहड़ा डेवलपमेंट है ना, यह प्रोडक्ट है काहदी प्रोडक्ट है, मैच्योरेशन एंड लर्निंग। समझ गए भी मैच्योरिटी ते लर्निंग दोनों मिल के डेवलपमेंट करदियां ने, ठीक है। रेट ऑफ डेवलपमेंट इज़ नॉट यूनीफॉर्म, मतलब कि विकास की दर हौली या तेज़ हो सकती है। देखो अपनी कि समझ जो पैटर्न है वो तो यूनीफॉर्म है, बट इसका रेट नहीं यूनीफॉर्म है। मतलब कि हो सकता है 15 साल का बच्चा, एक 15 साल का बच्चा जो बहुत कुछ सीख जे, एक हो सकता बच्चा 20 साल का हो जाए वो फिर भी ना वो चीज़ां सीख सके जिहड़ियां 15 साल ने सीख लियां, क्योंकि किसी च वाधा विकास जिहड़ा वध हो गया, किसी च घट हो गया। तो इहदी जिहड़ी दर है वो वध घट हो सकती है। समझिए भी ये काहते डिपेंड करती है, हो सकता किसी नूं वातावरण उस तरह का मिलिया होवे, हैरिडिटी चों कोई चीज़ां मिलियां होण, ठीक है, लर्निंग वधिया होई होवे, तो ये सब चीज़ां अफैक्ट इस नूं करनगियां, ठीक है। इट इज़ नॉट ए लीनियर, ਇਹ ਸਪਾਇਰਲ है, मतलब कि कुंडी इदां समझो भी ਜਿਹੜਾ विकास है वो ਐਂ नहीं हैगा भी ਇੱਥੇ ਤੋਂ ਹੋਣ ਲੱਗ ਗਿਆ इदां ही ਚੱਲੀ ਜਾਊਗਾ ना, ਸਿੱਧੀ ਲਾਈਨ 'ਚ नहीं ਉਹ ਚੱਲਦਾ। ਉਹ ਐਂ ਹੋਊਗਾ ਕਿ ਤੇ ਵੱਧ ਹੋ ਜੇ, ਫਿਰ ਜਮੀ ਨਾ ਹੋਵੇ, ਫਿਰ ਐਵੇਂ ਵੱਧ ਜੇ, ਫਿਰ ਐਂ ਘਟ ਜੇ, मतलब ਉਹ ਵਿੰਗਾ ਟੇਢਾ ਹੈ, ਠੀਕ ਹੈ। ਇੱਦਾਂ ਸਮਝ ਲਓ ਵੀ ਵਿੰਗਾ ਟੇਢਾ ਹੋਊਗਾ ਵਿਕਾਸ, ਕਦੇ ਵੀ ਇੱਕ ਲਾਈਨ ਦੇ ਵਿੱਚ ਨਹੀਂ ਹੁੰਦਾ।
ਡਿਵੈਲਪਮੈਂਟ ਇਜ਼ ਮੋਰ ਕ੍ਰਿਟੀਕਲ ਇਨ ਅਰਲੀ ਚਾਈਲਡਹੁੱਡ, ਮਤਲਬ ਕਿ ਜਿਹੜੀ ਪੂਰਬ ਬਾਲ ਅਵਸਥਾ ਹੈ ਨਾ, ਇਹਦੇ ਵਿੱਚ ਡਿਵੈਲਪਮੈਂਟ ਸਭ ਤੋਂ ਜ਼ਿਆਦਾ ਹੁੰਦਾ ਹੈ। ਠੀਕ ਹੈ, ਤਾਂ ਪੂਰਬ ਬਾਲ ਅਵਸਥਾ ਇਹਨਾਂ ਬਾਰੇ ਵੀ ਆਪਾਂ ਅੱਗੇ ਸਮਝ ਲਾਂਗੇ। ਠੀਕ ਹੈ, ਇਸ ਅਵਸਥਾ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਡਿਵੈਲਪਮੈਂਟ ਆ ਉਹ ਸਭ ਤੋਂ ਜ਼ਿਆਦਾ ਹੁੰਦਾ ਹੈ। ਤਾਂ ਦੇਖੋ ਜੀ, ਹੁਣ ਆਪਾਂ ਡਿਸਕਸ ਕਰਦੇ ਹਾਂ ਅੱਗੇ ਇਸ ਦੇ ਕੁਝ ਐਸਪੈਕਟ ਨੇ। ਠੀਕ ਹੈ, ਐਸਪੈਕਟਸ ਨੂੰ ਆਪਾਂ ਸਮਝਾਂਗੇ। ਐਸਪੈਕਟ ਕਹਿ ਲਓ, ਡੋਮੇਨਸ ਕਹਿ ਲਓ, ਟਾਈਪਸ ਕਹਿ ਲਓ, ਕੁਛ ਵੀ ਕਹਿ ਲਓ, ਇੱਕੋ ਚੀਜ਼ ਹੈ। ਠੀਕ ਹੈ, ਤਾਂ ਫਿਜ਼ੀਕਲ ਡਿਵੈਲਪਮੈਂਟ ਯਾਨੀ ਕਿ ਸਰੀਰਕ ਵਿਕਾਸ, ਆਪਣੇ ਸਰੀਰ ਨਾਲ ਸੰਬੰਧ, ਆਪਣਾ ਸਰੀਰ ਵਧਿਆ ਫੁੱਲਿਆ ਹੈ ਨਾ, ਉਹ ਚੀਜ਼ ਹੋ ਗਈ। ਅਤੇ ਬੋਧਾਤਮਕ ਗਿਆਨਾਤਮਕ ਵਿਕਾਸ ਯਾਨੀ ਕਿ ਕੋਗਨੀਟਿਵ ਡਿਵੈਲਪਮੈਂਟ ਕਹਿੰਦੇ ਆਪਾਂ। ਕੋਗਨੀਟਿਵ ਡਿਵੈਲਪਮੈਂਟ ਦੇ ਵਿੱਚ ਕੀ ਕੁਛ ਆ ਗਿਆ, ਬ੍ਰੇਨ, ਇੰਟੈਲੀਜੈਂਸ, ਕ੍ਰੀਏਟੀਵਿਟੀ, ਲੈਂਗੁਏਜ, ਮੈਮਰੀ, ਰੀਜ਼ਨਿੰਗ, ਪਰਸੈਪਸ਼ਨ, ਇਮੈਜੀਨੇਸ਼ਨ, ਡਿਸੀਜਨ, ਪ੍ਰੋਬਲਮ ਸੋਲਵਿੰਗ ਐਬਿਲਿਟੀਜ਼, ਇਹ ਸਭ ਚੀਜ਼ਾਂ ਨੇ ਜਿਹੜੀਆਂ ਇਸ ਦੇ ਵਿੱਚ ਕਵਰ ਹੁੰਦੀਆਂ ਨੇ। ਠੀਕ ਹੈ, ਮਤਲਬ ਕਿ ਕਿਸੇ ਦੀ ਰੀਜਨਿੰਗ ਕਿੰਨੀ ਕੁ ਤਕੜੀ ਹੈ, ਇਮੈਜੀਨੇਸ਼ਨ ਕਿੰਨੀ ਕੁ ਤਕੜੀ ਹੈ, ਥਿੰਕਿੰਗ ਕਿੰਨੀ ਕੁ ਤਕੜੀ ਹੈ, ਕਿੰਨਾ ਕੁ ਇੰਟੈਲੀਜੈਂਟ ਹੈ, ਇਹ ਸਭ ਕੀ ਹੈ, ਉਸਦਾ ਕੋਗਨੀਟਿਵ ਡਿਵੈਲਪਮੈਂਟ ਹੈ। ਤਾਂ ਅੱਗੇ ਕੋਗਨੀਟਿਵ ਡਿਵੈਲਪਮੈਂਟ ਦੀ ਗੱਲ ਹੀ ਪਿਆਜੇ ਹੋਰ ਕਰਨਗੇ। ਠੀਕ ਹੈ, ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ, ਤੀਸਰਾ ਐਸਪੈਕਟ ਬਣਦਾ ਇਹਦਾ ਸੋਸ਼ਲ ਡਿਵੈਲਪਮੈਂਟ ਯਾਨੀ ਕਿ ਸਮਾਜਿਕ ਵਿਕਾਸ। ਇਹਦੇ ਵਿੱਚ ਵੈਲਿਊਜ਼ ਆਉਂਦੀਆਂ ਨੇ, ਨੋਰਮਸ ਆਉਂਦੀਆਂ ਨੇ, ਰੂਲ ਆਫ ਸੁਸਾਇਟੀ ਆਉਂਦੇ ਨੇ, ਯਾਨੀ ਕਿ ਕਦਰਾਂ ਕੀਮਤਾਂ, ਇਹ ਵੀ ਸਾਡਾ ਵਿਕਾਸ ਦਾ ਹਿੱਸਾ ਨੇ। ਵੀ ਜਿਹਨੂੰ ਜਿਸ ਤਰ੍ਹਾਂ ਸੁਸਾਇਟੀ ਮਿਲੀ ਉਸ ਤਰ੍ਹਾਂ ਉਹ ਵਿਕਾਸ ਕਰਦਾ। ਹੋ ਸਕਦਾ ਕਿਸੇ ਨੂੰ ਬਦਮਾਸ਼ਾਂ ਦੀ ਸੁਸਾਇਟੀ ਮਿਲੀ ਤਾਂ ਉਹਦੇ ਵਿੱਚ ਬਦਮਾਸ਼ੀ ਵਾਲੇ ਗੁਣ ਆ ਜਾਣਗੇ। ਕਿਸੇ ਨੂੰ ਹੋ ਸਕਦਾ ਹੈ ਬੀਬੀ ਬੱਚਿਆਂ ਦੀ ਸੁਸਾਇਟੀ ਮਿਲੀ ਤਾਂ ਉਹਦੇ 'ਚ ਬੀਬੀ ਬੱਚਿਆਂ ਵਾਲੇ ਗੁਣ ਆ ਜਾਣਗੇ। ਠੀਕ ਹੈ, ਤਾਂ ਜਿਸ ਤਰ੍ਹਾਂ ਦੇ ਧਰਮ ਨੂੰ ਉਸ ਦੀ ਸੁਸਾਇਟੀ ਵਾਲੇ ਮੰਨਦੇ ਨੇ ਉਸ ਤਰ੍ਹਾਂ ਦੀਆਂ ਵੈਲਿਊਜ਼ ਨੂੰ ਅਡੋਪਟ ਕਰੇਗਾ। ਠੀਕ ਹੈ ਜੀ, ਨੈਕਸਟ ਫੋਰਥ ਇਹਦੀ ਡੋਮੇਨ ਹੈ ਭਾਵਨਾਤਮਕ ਵਿਕਾਸ ਯਾਨੀ ਕਿ ਇਮੋਸ਼ਨਲ ਡਿਵੈਲਪਮੈਂਟ। ਅੰਡਰਸਟੈਂਡਿੰਗ ਆਫ ਫੀਲਿੰਗਸ, ਭਾਵਨਾਵਾਂ ਨੂੰ ਸਮਝਣਾ। ਮਤਲਬ ਕਿ ਹੋ ਸਕਦਾ ਉਹ ਦਿਆਲੂ ਲੋਕਾਂ ਦੇ ਵਿੱਚ ਰਹਿੰਦਾ ਹੋਵੇ ਕੋਈ ਇਨਸਾਨ, ਤਾਂ ਉਹਦੀ ਭਾਵਨਾ ਵੀ ਦਿਆਲੂ ਬਣਨਗੀਆਂ ਹੈ ਨਾ, ਵੀ ਉਹਦੇ ਵਿੱਚ ਵੀ ਸੌਫਟ ਸਕਿੱਲਸ ਆਉਣਗੀਆਂ। ਅਤੇ ਹੋ ਸਕਦਾ ਕੋਈ ਮਤਲਬ ਕਿ ਕਹਿ ਸਕਦੇ ਹਾਂ ਪੂਰਾ ਸਟ੍ਰਿਕਟ ਲੋਕਾਂ ਦੇ ਵਿੱਚ ਰਹਿੰਦਾ ਤਾਂ ਉਹਦੀ ਇਮੋਸ਼ਨ ਉਸ ਤਰ੍ਹਾਂ ਦੇ ਹੋਣਗੇ। ਹੋ ਸਕਦਾ ਕੋਈ ਡਰਪੋਕ ਲੋਕਾਂ 'ਚ ਰਹਿੰਦੇ ਤਾਂ ਉਹਦੇ ਇਮੋਸ਼ਨ ਡਰਪੋਕ ਹੋਣਗੇ, ਉਹ ਫੀਅਰ ਉਸ ਨੂੰ ਯਾਦ ਲੱਗੇਗਾ। ਤਾਂ ਇਸ ਤਰ੍ਹਾਂ ਇਹਦੇ ਆਪਾਂ ਨੇ 4 ਐਸਪੈਕਟ ਨੇ ਜਿਹੜੇ ਇਹ ਡਿਸਕਸ ਕਰ ਲਏ ਨੇ। ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਨੋਟ ਕਰ ਸਕਦੇ ਹੋ, ਫਿਜ਼ੀਕਲ, ਕੋਗਨੀਟਿਵ ਅਤੇ ਸੋਸ਼ਲ ਅਤੇ ਇਮੋਸ਼ਨਲ। ਠੀਕ ਹੈ ਜੀ, ਇਹ 4 ਐਸਪੈਕਟ ਸੀ ਡਿਵੈਲਪਮੈਂਟ ਦੇ। ਨੈਕਸਟ ਆਪਾਂ ਗੱਲ ਕਰਦੇ ਹਾਂ ਇਸ ਦੀਆਂ ਸਟੇਜਸ ਦੀ। ਸਟੇਜਸ ਨੂੰ ਆਪਾਂ ਸ਼ਾਰਟ ਦੇ ਵਿੱਚ ਹੀ ਸਮਝਾਂਗੇ। ਤਾਂ ਦੇਖੋ ਜੀ, ਵਿਕਾਸ ਦੇ ਪੜਾਅ ਯਾਨੀ ਕਿ ਸਟੇਜਸ ਆਫ ਡਿਵੈਲਪਮੈਂਟ। ਜੋ ਡਿਵੈਲਪਮੈਂਟ ਹੈ ਇਸ ਦੀਆਂ ਸਟੇਜਸ ਬਾਰੇ ਵੈਸੇ ਤਾਂ ਮਤਭੇਦ ਨੇ, ਜਿੰਨੇ ਮੂੰਹ ਓਨੀਆਂ ਗੱਲਾਂ ਨੇ। ਹਰੇਕ ਸਾਈਕੋਲੋਜਿਸਟ ਨੇ ਆਪਣੀ ਅਕੋਰਡਿੰਗ ਏਜ ਦੱਸਤੀ, ਕਿਸੇ ਨੇ ਕੁਛ ਕਹਿਤਾ, ਕਿਸੇ ਨੇ ਕੁਛ ਕਹਿਤਾ। ਪਰ ਮੈਂ ਤੁਹਾਨੂੰ ਇੱਕ ਜਨਰਲ ਆਈਡੀਆ ਦੇਵਾਂਗਾ ਜਿਹਨੂੰ ਮਤਲਬ ਪੇਪਰਾਂ ਦੇ ਵਿੱਚ ਸਹੀ ਵੀ ਮੰਨਿਆ ਜਾਂਦਾ। ਠੀਕ ਹੈ, ਤਾਂ ਵੈਸੇ ਤਾਂ ਮੈਂ ਤੁਹਾਨੂੰ ਦੱਸਤਾ ਵੀ ਕਿਸੇ ਨੇ ਅਲੱਗ-ਅਲੱਗ ਸਟੇਜਾਂ ਬਹੁਤ ਮੰਨੀਆਂ ਨੇ, ਪਰ ਆਪਾਂ 4-5 ਜਿਹੜੀਆਂ ਸਟੇਜਾਂ ਮੰਨਾਂਗੇ ਉਹਨਾਂ ਦਾ ਤੁਹਾਨੂੰ ਇੱਕ ਅਥੈਂਟੀਕੇਟ ਕਹਿ ਦਿਓ, ਇੱਕ ਟਾਈਮ ਪੀਰੀਅਡ ਆਪਾਂ ਦੱਸ ਦੇਵਾਂਗੇ। ਜਿਵੇਂ ਕਿ ਦੇਖੋ, ਗੱਲ ਆ ਗਈ ਕਿ ਕਨਸੈਪਸ਼ਨਲ ਪੀਰੀਅਡ ਯਾਨੀ ਕਿ ਪ੍ਰੀਨੇਟਲ ਏਜ, ਗਰਭ ਅਵਸਥਾ। ਤਾਂ ਗਰਭ ਅਵਸਥਾ ਆਪਾਂ ਮੰਨਦੇ ਹਾਂ 9 ਕੁ ਮਹੀਨੇ, ਜਨਮ ਤੋਂ 9 ਮਹੀਨੇ ਪਹਿਲਾਂ। ਠੀਕ ਹੈ ਜੀ, ਜਨਮ ਹਾਲੇ ਹੋਇਆ ਨਹੀਂ, ਕੁੱਖ ਦੇ ਵਿੱਚ ਬੱਚਾ ਹੈ, ਤਾਂ ਇਸ ਨੂੰ ਆਪਾਂ ਗਰਭ ਅਵਸਥਾ ਕਹਿ ਰਹੇ ਹਾਂ, ਜਨਮ ਤੋਂ 9 ਕੁ ਮਹੀਨੇ ਪਹਿਲਾਂ। ਠੀਕ ਹੈ, ਇਹਨੂੰ ਦੇਣਾ ਦੋਨਾਂ ਦੇ ਵਿੱਚ ਤੁਸੀਂ ਆਪੇ ਕਨਵਰਟ ਕਰ ਲਓਗੇ। ਬਸ ਇਹ ਇੱਕ ਅਵਸਥਾ ਹੈ ਜਦੋਂ ਬੱਚੇ ਨੇ ਹਾਲੇ ਜਨਮ ਨਹੀਂ ਲਿਆ, ਉਹ ਗਰਭ ਅਵਸਥਾ ਦੇ ਵਿੱਚ ਹੈ। ਨੈਕਸਟ ਸਟੇਜ ਹੈ ਇਨਫੈਂਸੀ, ਜਿਹਨੂੰ ਆਪਾਂ ਸ਼ਿਸ਼ੂ ਅਵਸਥਾ ਕਹਿ ਰਹੇ ਹਾਂ। ਹੁਣ ਬੱਚੇ ਨੇ ਜਨਮ ਲੈ ਲਿਆ, ਮਤਲਬ ਕਿ ਉਸਦੀ ਉਮਰ 0 ਸਾਲ ਆਪਾਂ ਕਹਿ ਸਕਦੇ ਹਾਂ। ਤਾਂ 0 ਤੋਂ 2 ਕੁ ਸਾਲ ਦੀ ਉਮਰ ਹੈ ਜਿਹੜੀ, ਇਹਨੂੰ ਮੈਂ ਇਨਫੈਂਸੀ ਮੰਨਦਾ ਹੁੰਦਾ, ਸ਼ਿਸ਼ੂ ਅਵਸਥਾ ਮੰਨਦਾ ਹੁੰਦਾ। ਠੀਕ ਹੈ, ਤਾਂ ਬਾਰ-ਬਾਰ ਮੈਂ ਗੱਲ ਉਹੀ ਕਹਿ ਰਿਹਾ ਵੀ ਕਨਫਿਊਜ਼ਨਾਂ ਵੱਡੀਆਂ ਨੇ, ਮਤਭੇਦ ਬੜੇ ਨੇ। ਤੁਸੀਂ ਬਾਹਲੇ ਮਤਭੇਦਾਂ 'ਚ ਨਾ ਪਾਓ, ਸਿਰਫ ਇੱਕ ਜਨਰਲ ਜਿਹਾ ਆਈਡੀਆ ਰੱਖੋ। ਨੈਕਸਟ ਗੱਲ ਆ ਗਈ ਅਰਲੀ ਚਾਈਲਡਹੁੱਡ। ਦੇਖੋ, ਚਾਈਲਡਹੁੱਡ ਨੂੰ 2 ਹਿੱਸਿਆਂ 'ਚ ਵੰਡਿਆ ਹੋਇਆ, ਇੱਕ ਤਾਂ ਅਰਲੀ ਚਾਈਲਡਹੁੱਡ ਅਤੇ ਇੱਕ ਲੇਟਰ ਚਾਈਲਡਹੁੱਡ। ਤਾਂ ਇਹਨੂੰ ਆਪਾਂ ਮੰਨ ਸਕਦੇ ਹਾਂ ਅਪਰੋਕਸੀਮੇਟ 3 ਕੁ ਤੋਂ ਲੈ ਕੇ, ਦੇਖੋ ਜੀ 3 ਕੁ ਸਾਲ ਦੀ ਉਮਰ ਤੋਂ ਲੈ ਕੇ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 7 ਕੁ ਸਾਲ ਤੱਕ। ਠੀਕ ਹੈ, 6 ਜਾਂ 7, ਬਸ ਦੋਨੇ ਲਿਖ ਲਓ, 6 ਜਾਂ 7 ਸਾਲ ਦੀ ਜਿਹੜੀ ਉਮਰ ਹੈ ਇਹਨੂੰ ਆਪਾਂ ਅਰਲੀ ਚਾਈਲਡਹੁੱਡ ਦੇ ਵਿੱਚ ਕੰਸੀਡਰ ਕਰਦੇ ਹਾਂ। ਇੱਕ ਇਹਦੇ 'ਚ ਉਹ ਸਮਝਣਾ ਵੀ ਬੜਾ ਜ਼ਰੂਰੀ ਹੈ ਵੀ ਕਿਹੜੀ ਸਟੇਜ ਦੇ ਵਿੱਚ ਕੀ ਹੁੰਦਾ, ਉਹਨੂੰ ਵੀ ਆਪਾਂ ਡਿਸਕਸ ਕਰਦੇ ਹਾਂ। ਇਹਨਾਂ ਦੇ ਬਾਰੇ ਆਪਾਂ ਕੁਝ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਉਹ ਵੀ ਡਿਸਕਸ ਕਰਦੇ ਹਾਂ, ਕਿਉਂਕਿ ਉਹਨਾਂ ਦੇ ਵਿੱਚੋਂ ਵੀ ਕੁਐਸਚਨ ਬਣਨ ਦੇ ਚਾਂਸ ਹੁੰਦੇ ਨੇ। ਬਸ ਸੁਣੀ ਚੱਲਿਓ। ਠੀਕ ਹੈ, ਸੁਣਨਾ ਇੰਪੋਰਟੈਂਟ ਹੈਗਾ। ਤਾਂ ਦੇਖੋ, ਪਹਿਲੀ ਸਟੇਜ ਆਪਾਂ ਪੜ੍ਹੀ ਸੀਗੀ ਪ੍ਰੀਨੇਟਲ। ਤਾਂ ਪ੍ਰੀਨੇਟਲ ਦੇ ਵਿੱਚ ਕੀ ਹੈ, ਦੇਖੋ ਇਹ ਤਾਂ ਮਤਲਬ ਤੁਹਾਨੂੰ ਇੱਕ ਤਾਂ ਇਹੀ ਸਮਝ ਚੁੱਕੇ ਹੋ ਤੁਸੀਂ ਹੈ ਨਾ ਵੀ ਹਾਲੇ ਜਨਮ ਨਹੀਂ ਉਸਦਾ ਹੋਇਆ, ਹਾਲੇ ਉਹ ਭਰੂਣ ਅਵਸਥਾ ਦੇ ਵਿੱਚ ਹੈ। 9 ਕੁ ਮਹੀਨੇ ਪਹਿਲਾਂ ਮਤਲਬ ਆਪਾਂ ਜਨਮ ਤੋਂ ਇਹ ਸਟੇਜ ਨੂੰ ਕੰਸੀਡਰ ਕਰਦੇ ਹਾਂ। ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਇਨਫੈਂਸੀ ਸਟੇਜ ਯਾਨੀ ਕਿ ਸ਼ਿਸ਼ੂ ਅਵਸਥਾ। ਇਹਦੇ ਵਿੱਚ ਆਪਾਂ 0 ਤੋਂ 2 ਕੁ ਸਾਲ ਦੀ ਏਜ ਮੰਨੀ ਹੈ। ਠੀਕ ਹੈ, ਹਾਲੇ ਨਵਾਂ ਜਨਮਿਆ ਬੱਚਾ ਅਤੇ ਉਸਦੀ ਗਰੋਥ ਡਿਵੈਲਪਮੈਂਟ ਫਿਜ਼ੀਕਲੀ ਹੋਏਗੀ। ਠੀਕ ਹੈ, ਜ਼ਿਆਦਾਤਰ ਕਿਉਂਕਿ ਜਨਮ ਵੇਲੇ ਉਹ ਬਿਲਕੁਲ ਛੋਟਾ ਜਿਹਾ ਹੋਏਗਾ ਅਤੇ ਹੋ ਸਕਦਾ ਅਗਲੇ 2 ਕੁ ਸਾਲਾਂ ਤੱਕ ਉਹਦਾ ਵਜ਼ਨ ਕਾਫੀ ਹੋ ਜਾਏ। ਠੀਕ ਹੈ,
ਤਾਂ ਇੰਨਾ ਕਾਫੀ ਵੀ ਨਹੀਂ, ਠੀਕ ਹੈ। 1 to ਵਰਡ ਸਟੇਜ ਆਪਾਂ ਇਨਫੈਂਸੀ ਨੂੰ ਵੀ ਕਹਿ ਸਕਦੇ ਹਾਂ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਨੈਕਸਟ ਗੱਲ ਆ ਗਈ ਅਰਲੀ ਚਾਈਲਡਹੁੱਡ, ਜਿਹਦੀ ਆਪਾਂ ਤੁਹਾਨੂੰ ਇੱਕ ਆਈਡੀਆ ਜਨਰਲ ਆਈਡੀਆਸ ਦੇਤਾ ਵੀ 3 ਤੋਂ 6 ਜਾਂ 7 ਸਾਲ ਤੁਸੀਂ ਇਸ ਨੂੰ ਕੰਸੀਡਰ ਕਰ ਸਕਦੇ ਹੋ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈ, ਇਹ ਇੱਕ ਇੰਪੋਰਟੈਂਟ ਕਿਉਂ ਬਣ ਗਈ, ਕਿਉਂਕਿ ਇਹ ਇੱਕ ਪਰੀ ਸਕੂਲ ਏਜ ਹੈ, ਹਾਲੇ ਸਕੂਲ ਦੇ ਵਿੱਚ ਗਿਆ ਨਹੀਂ, ਪਰੀ ਸਕੂਲ ਹੈ, ਠੀਕ ਹੈ। ਤੇ ਪਲੇ ਏਜ ਹੈ, ਖੇਡਣਾ ਉਹਨੇ ਸ਼ੁਰੂ ਕਰਤਾ। ਟੋਆਏ ਏਜ ਹੈ, ਫਸਟ ਟੈਸਟ ਸੋਸ਼ਲਾਈਜੇਸ਼ਨ ਇਸ ਸਟੇਜ ਦੇ ਵਿੱਚ ਹੁੰਦਾ ਹੈ, ਤੇ ਹਲੇ ਗੈਂਗ ਵੀ ਨਹੀਂ ਬਣੇ ਉਹਦੇ, ਤਾਂ ਪਰੀ ਗੈਂਗ ਏਜ ਹੈ, ਠੀਕ ਹੈ। ਸੈਂਸਿਟਿਵ ਪੀਰੀਅਡ ਹੈ, ਕ੍ਰਿਟੀਕਲ ਪੀਰੀਅਡ ਹੈ, ਕੁਐਸਚਨਿੰਗ ਏਜ ਹੈ, ਕਿਉਂਕਿ ਅਰਲੀ ਚਾਈਲਡਹੁੱਡ ਦੇ ਵਿੱਚ ਉਹ ਇਹ ਸਭ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹਦੇ ਬਾਰੇ ਇਹ ਚੀਜ਼ ਜਾਣਨੀ ਇੰਪੋਰਟੈਂਟ ਸੀ। ਨੈਕਸਟ ਆਪਾਂ ਜੋ ਸਟੇਜ ਹੈ ਇਹ ਸਮਝਦੇ ਹਾਂ ਲੇਟਰ ਚਾਈਲਡਹੁੱਡ। ਤਾਂ ਲੇਟਰ ਚਾਈਲਡਹੁੱਡ ਯਾਨੀ ਕਿ ਬਾਲ ਅਵਸਥਾ। ਤਾਂ ਬਾਲ ਅਵਸਥਾ ਦੇ ਵਿੱਚ ਕੀ ਹੋਊਗਾ ਜੀ, ਉਸ ਦਾ ਮਤਲਬ ਜਿਹੜੀ ਏਜ ਆਪਾਂ ਉਹ ਮੰਨ ਸਕਦੇ ਹਾਂ 6 ਤੋਂ ਮਤਲਬ 12 ਕੁ ਸਾਲ ਤੱਕ, ਠੀਕ ਹੈ। ਇੱਕ ਜਨਰਲ ਆਈਡੀਆ ਇਹੀ ਹੈ ਵੀ 6 ਕੁ ਸਾਲ ਤੋਂ ਲੈ ਕੇ 6 ਜਾਂ 7 ਤੋਂ ਸਟਾਰਟ ਕਰਕੇ ਆਪਾਂ 12 ਕੁ ਸਾਲ ਤੱਕ ਦੀ ਜਿਹੜੀ ਏਜ ਹੈ ਉਹਨੂੰ ਆਪਾਂ ਲੇਟਰ ਚਾਈਲਡਹੁੱਡ ਦੇ ਵਿੱਚ ਗਿਣ ਸਕਦੇ ਹਾਂ। ਹੁਣ ਉਹ ਸਕੂਲ 'ਚ ਵੀ ਜਾਂਦੇ ਤਾਂ ਇਹ ਸਕੂਲ ਏਜ ਹੋ ਗਈ, ਗੈਂਗ ਏਜ ਹੋ ਗਈ, ਉਹ ਆਪਣੇ ਗਰੁੱਪ ਨਾਲ ਵਿਚਰਨਾ ਸ਼ੁਰੂ ਕਰਤਾ ਉਹਨੇ, ਠੀਕ ਹੈ। ਹੁਣ ਉਹ ਕਹਿ ਸਕਦੇ ਹਾਂ ਮੂਰਤ ਰੂਪ ਵਿੱਚ ਸਿੱਖ ਰਿਹਾ ਹੈ, ਲਰਨ ਬਾਈ ਕੰਕਰੀਟ ਸਿੱਖ ਰਹੀ ਹੈ ਨਾ। ਤੇ ਸੂਡੋ ਮੈਚਿਓਰਿਟੀ ਦਾ ਕਾਲ ਵੀ ਲੇਟਰ ਚਾਈਲਡਹੁੱਡ ਨੂੰ ਹੀ ਅਸੀਂ ਕਹਾਂਗੇ। ਇਹ ਇੱਕ ਇੰਪੋਰਟੈਂਟ ਕੁਐਸਚਨ ਇੱਥੇ ਤੋਂ ਬਣਦਾ ਹੁੰਦਾ ਸੂਡੋ ਮੈਚਿਓਰਿਟੀ, ਠੀਕ ਹੈ ਜੀ। ਤੇ ਇੱਕ ਗੱਲ ਹੋਰ ਇਹ ਮੰਨਿਆ ਜਾਂਦਾ ਹੈ ਵੀ ਲੇਟਰ ਚਾਈਲਡਹੁੱਡ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਹਾਈਟ ਜ਼ਿਆਦਾ ਹੁੰਦੀ ਹੈ ਲੜਕਿਆਂ ਦੇ ਮੁਕਾਬਲੇ। ਵੈਸੇ ਇੱਕ ਜਨਰਲ ਜਾਂ ਇੱਕ ਇਹ ਫੈਕਟ ਹੈ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ, ਠੀਕ ਹੈ। ਤਾਂ ਅੱਗੇ ਗੱਲ ਆ ਗਈ ਅਡੋਲਸੈਂਸ ਏਜ। ਅਡੋਲਸੈਂਸ ਏਜ ਇੱਕ ਮੋਸਟ ਇੰਪੋਰਟੈਂਟ ਚੀਜ਼ ਹੈ, ਇਸ ਦੇ 'ਚੋਂ ਕੁਐਸਚਨ ਬਣ ਸਕਦਾ ਹੈ। ਮਤਲਬ ਆਪਾਂ ਇਹ ਮੰਨ ਸਕਦੇ ਹਾਂ ਵੀ 12-13 ਕੁ ਸਾਲ ਤੋਂ ਲੈ ਕੇ 18 ਕੁ ਸਾਲ ਤੱਕ, 18-19, ਠੀਕ ਹੈ, ਇਹ ਸਾਲ ਦੀ ਜਿਹੜੀ ਏਜ ਹੈ ਇਹਨਾਂ ਸਾਲਾਂ ਦੇ ਵਿੱਚ ਇਹਨੂੰ ਆਪਾਂ ਕਿਸ਼ੋਰ ਅਵਸਥਾ ਮੰਨੀ ਹੈ। ਤਾਂ ਇਹ ਜਿਹੜੀ ਕਿਸ਼ੋਰ ਅਵਸਥਾ ਹੈ ਇਹਦੇ ਵਿੱਚ ਦੇਖੋ ਹੁਣ ਨਾ ਤਾਂ ਉਹ ਬੱਚਾ ਰਿਹਾ, ਠੀਕ ਹੈ, ਨਾ ਉਹ ਹਲੇ ਸਿਆਣਾ ਹੋਇਆ, ਉਹਦੇ ਵਿੱਚ ਹਲੇ ਬ੍ਰਿਜ ਦੇ ਉੱਤੇ ਚੱਲ ਰਿਹਾ ਉਹ, ਮਤਲਬ ਕਿ ਹਲੇ ਇੱਕ ਲੰਘ ਰਿਹਾ ਉਹ, ਨਾ ਤਾਂ ਉਹ ਹੁਣ ਬੱਚਾ ਰਿਹਾ ਨਾ ਉਹ ਹਲੇ ਸਿਆਣਾ ਹੋਇਆ, ਵਿੱਚ ਵਿਚਾਲੇ ਲਮਕਿਆ ਹੋਇਆ ਉਹ, ਠੀਕ ਹੈ। ਤਾਂ ਉਹਨੂੰ ਕਿਸ਼ੋਰ ਜਾਂ ਆਪਾਂ ਕਿਸ਼ੋਰੀ ਕਹਾਂਗੇ, ਠੀਕ ਹੈ। ਵਿੱਚ ਵਿਚਾਲੇ ਜੀ ਉਹ ਜੋ ਵੀ ਲੜਕਾ ਜਾਂ ਲੜਕੇ ਉਹ ਲਮਕੇ ਹੋਏ ਨੇ, ਠੀਕ ਹੈ। ਤਾਂ ਇਸ ਕਰਕੇ ਇਸ ਨੂੰ ਕੀ ਕਹਾਂਗੇ ਆਪਾਂ ਕਿ ਇਹ ਇੱਕ ਬ੍ਰਿਜ ਏਜ ਹੈ, ਇਹਨੂੰ ਬ੍ਰਿਜ ਏਜ ਕਹਾਂਗੇ। ਤੇ ਟ੍ਰਾਂਜੀਸ਼ਨਲ ਪੀਰੀਅਡ ਕਹਾਂਗੇ ਜਾਂ ਫਿਰ ਥ੍ਰੈਸ਼ਹੋਲਡ ਏਜ ਕਹਾਂਗੇ, ਠੀਕ ਹੈ। ਉਹ ਹਲੇ ਵਿੱਚ ਵਿਚਾਲੇ ਲਮਕੇ ਹੋਏ ਨੇ, ਤਾਂ ਹੀ ਉਹ ਕੀ ਕਰਦੇ ਨੇ, ਸਿਆਣੇ ਵਾਲੇ ਲੱਛਣ ਵੀ ਕਰਦੇ ਨੇ ਤੇ ਨਿਆਣੇ ਵਾਲੇ ਵੀ ਕਰਦੇ ਨੇ, ਠੀਕ ਹੈ। ਤਾਂ ਸਟੇਨਲੀ ਹਾਲ ਇੱਕ ਗੱਲ ਕਹਿੰਦਾ ਪੀਰੀਅਡ ਆਫ ਸਟ੍ਰੈਸ ਐਂਡ ਸਟੋਰਮ ਹੈ। ਇਹਨੂੰ ਮਤਲਬ ਸਟ੍ਰੈਸ ਦਾ ਪੀਰੀਅਡ ਕਿਹਾ ਕਿਹਨੂੰ, ਸਟੇਨਲੀ ਹਾਲ ਨੇ, ਕਿਹਨੂੰ, ਅਡੋਲਸੈਂਸ ਨੂੰ। ਤੇ ਇਹਦੇ 'ਚ ਲੀਡਰਸ਼ਿਪ ਦੇ ਗੁਣ ਆਉਣ ਲੱਗ ਜਾਂਦੇ ਨੇ, ਠੀਕ ਹੈ। ਹੀਰੋ ਲਵਰ ਬਣ ਜਾਂਦਾ ਉਹ, ਹੀਰੋ ਨੇ ਜਿਹੜੇ ਉਸ 'ਤੇ ਮਤਲਬ ਉਹ ਹੋ ਸਕਦਾ ਹੈ ਉਹ ਜਿਹੜਾ ਕਲਾਕਾਰ ਉਸ ਨੂੰ ਵਧੀਆ ਲੱਗੇ, ਜਿਸ ਦੀਆਂ ਉਹ ਫਿਲਮਾਂ ਦੇਖਦਾ ਹੋਵੇ, ਗੀਤ ਸੁਣਦਾ ਹੋਵੇ ਬੱਚਾ ਜਾਂ ਬੱਚੀ, ਠੀਕ ਹੈ। ਤਾਂ ਉਹ ਉਸ ਨੂੰ ਪੂਜਣਾ ਸ਼ੁਰੂ ਕਰ ਦਿੰਦੇ ਨੇ, ਉਸ ਤਰ੍ਹਾਂ ਦੇ ਹੇਅਰ ਸਟਾਈਲ ਕਰਨਗੇ, ਉਸ ਤਰ੍ਹਾਂ ਦੇ ਕੱਪੜੇ ਪਾਉਣ ਦੀ ਕੋਸ਼ਿਸ਼ ਕਰਨਗੇ। ਤਾਂ ਇਹ ਸਭ ਚੀਜ਼ਾਂ ਇਸ ਸਟੇਜ ਦੇ ਵਿੱਚ ਹੁੰਦੀਆਂ ਨੇ। ਤਾਂ ਡੇ ਡਰੀਮਿੰਗ ਸਟੇਜ ਹੈ, ਠੀਕ ਹੈ। ਫਿਜ਼ੀਕਲ ਚੇਂਜਸ ਆਉਂਦੇ ਨੇ, ਫੋਰ ਐਗਜ਼ਾਮਪਲ ਲੜਕੇ ਦੀ ਆਪਾਂ ਗੱਲ ਕਰਦੇ ਹਾਂ, ਉਸ ਦੇ ਫੇਸ 'ਤੇ ਦਾੜੀ ਆਉਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਹੋਰ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਨੇ। ਤਾਂ ਇਸ ਤਰ੍ਹਾਂ ਫਿਜ਼ੀਕਲ ਚੇਂਜਸ ਇਸ ਸਟੇਜ ਦੇ ਵਿੱਚ ਵੱਡੇ ਪੱਧਰ 'ਤੇ ਆਉਂਦੇ ਨੇ, ਠੀਕ ਹੈ। ਉਸ ਦੀ ਪੂਰੀ ਪਹਿਚਾਣ ਹੀ ਚੇਂਜ ਹੋ ਜਾਂਦੀ ਹੈ। ਮੰਨ ਕੇ ਚਲੋ ਕਿਸੇ ਨੇ ਉਸ ਨੂੰ ਇਨਫੈਂਸੀ ਦੇ ਵਿੱਚ ਦੇਖਿਆ ਸੀ ਤਾਂ ਅੱਜ ਉਸ ਨੂੰ ਕੋਈ ਪਹਿਚਾਣ ਨਹੀਂ ਸਕਦਾ, ਕਿਉਂਕਿ ਉਹਦਾ ਫਿਜ਼ੀਕਲੀ ਪੂਰਾ ਚੇਂਜਸ ਆ ਚੁੱਕੇ ਨੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਸਟੇਜਸ ਡਿਸਕਸ ਕੀਤੀਆਂ ਨੇ, ਕਾਫੀ ਨੇ ਇਹ, ਠੀਕ ਹੈ। ਇਸ ਤੋਂ ਬਾਅਦ ਅਡਲਟਹੁੱਡ ਆ ਜਾਂਦਾ, ਮਤਲਬ ਉਹਦੇ ਵਿੱਚ ਤੁਸੀਂ ਨਾ ਹੀ ਪਾਓ, ਠੀਕ ਹੈ। ਤੁਹਾਨੂੰ ਕੁਐਸਚਨ ਇਹਨਾਂ ਸਟੇਜਾਂ ਦੇ ਵਿੱਚੋਂ ਹੀ ਆ ਜਾਏਗਾ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਵਾਧੇ ਤੇ ਵਿਕਾਸ ਨੂੰ ਕੁਝ ਤੱਤ ਨੇ ਜਿਹੜੇ ਉਹ ਪ੍ਰਭਾਵਿਤ ਕਰਦੇ ਨੇ। ਕਿਹੜੇ ਤੱਤ ਨੇ ਉਹ, ਅਫੈਕਟਿੰਗ ਫੈਕਟਰਸ ਕਿਹੜੇ ਨੇ। ਤਾਂ ਇਹ ਦੋ ਤਰ੍ਹਾਂ ਨਾਲ ਹੋ ਸਕਦੇ ਨੇ। ਇੱਕ ਤਾਂ ਹੋ ਸਕਦੇ ਨੇ ਇੰਟਰਨਲ, ਮਤਲਬ ਕਿ ਅੰਦਰੂਨੀ, ਠੀਕ ਹੈ। ਹੋ ਸਕਦਾ ਵੀ ਅੰਦਰੋਂ ਹੀ ਕੋਈ ਕਾਰਨ ਸੀ, ਕਿਸੇ ਨੂੰ ਕੋਈ ਬਿਮਾਰੀ ਸੀ, ਉਸ ਦੀ ਇੰਟੈਲੀਜੈਂਸ ਦੇ ਕਾਰਨ, ਹੈਲਥ ਦੇ ਕਾਰਨ, ਥਾਟਸ ਦੇ ਕਾਰਨ, ਹੈਰੀਡਿਟੀ ਦੇ ਕਾਰਨ। ਇਹ ਸਭ ਚੀਜ਼ਾਂ ਨੇ ਜਿਹੜੀਆਂ ਇਹ ਇੰਟਰਨਲ ਫੈਕਟਰ ਨੇ, ਮਤਲਬ ਕਿ ਅੰਦਰੂਨੀ ਕਾਰਕ ਨੇ, ਉਸ ਨੂੰ ਅੰਦਰੋਂ ਪ੍ਰਭਾਵਿਤ ਕਰਦੇ ਨੇ। ਹੋ ਸਕਦਾ ਅੰਦਰੋਂ ਕਿਸੇ ਨੂੰ ਬਿਮਾਰੀ ਸੀ ਤਾਂ ਉਸ ਦਾ ਗਰੋਥ ਡਿਵੈਲਪਮੈਂਟ ਨਹੀਂ ਹੋ ਪਾਏਗਾ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਐਕਸਟਰਨਲ ਸੋਰਸ। ਤਾਂ ਐਕਸਟਰਨਲ ਸੋਰਸ ਕਹਿ ਲਓ, ਐਕਸਟਰਨਲ ਫੈਕਟਰਸ ਕਹਿ ਲਓ, ਕਿਹੜੇ ਨੇ। ਸੁਸਾਇਟੀ ਹੈ, ਸੁਸਾਇਟੀ ਦੇ ਵਿੱਚ ਜਿਸ ਤਰ੍ਹਾਂ ਦੇ ਵਿੱਚ ਉਹ ਵਿਚਰੇਗਾ ਤਾਂ ਉਸ ਦਾ ਵਿਕਾਸ ਵਾਧਾ ਉਸੇ ਤਰ੍ਹਾਂ ਦਾ ਹੋਏਗਾ। ਇਨਵਾਇਰਮੈਂਟ ਬਾਹਰੀ ਹੈ, ਠੀਕ ਹੈ। ਕਲਚਰ, ਫੂਡ, ਕਹਿ ਸਕਦੇ ਰਿਸੋਰਸਿਸ, ਇਹ ਸਭ ਬਾਹਰੀ ਨੇ, ਠੀਕ ਹੈ ਜੀ। ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੇਚਰ ਅਤੇ ਨਰਚਰ ਉਹ ਵੀ ਇਸੇ ਤਰ੍ਹਾਂ ਹੁੰਦੇ ਨੇ, ਠੀਕ ਹੈ। ਵੀ ਨੇਚਰ ਹੈ ਜਿਹੜਾ ਉਹ ਕੁਦਰਤੀ ਤੌਰ 'ਤੇ ਹੈ ਨਾ, ਵੀ ਅਤੇ ਜਿਹੜਾ ਨਰਚਰ ਹੈ ਉਹ ਇੱਕ ਆਰਟੀਫਿਸ਼ੀਅਲ ਤੌਰ 'ਤੇ ਹੈ, ਜਿਹਨੂੰ ਆਪਾਂ ਕੀ ਕਰ ਸਕਦੇ ਹਾਂ ਵਿੱਚ ਕੁਝ ਕੁ ਉਹਦੇ ਬਦਲਾਅ ਵੀ ਲੈ ਕੇ ਆ ਸਕਦੇ ਹਾਂ, ਠੀਕ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਵਿਰਸਾ ਅਤੇ ਵਿਰਾਸਤ ਹੈ, ਯਾਨੀ ਕਿ ਹੈਰੀਡਿਟੀ ਕਹਿ ਲਓ, ਠੀਕ ਹੈ। ਹੈਰੀਡਿਟੀ ਕਿਵੇਂ ਪ੍ਰਭਾਵਿਤ ਕਰਦੀ ਹੈ, ਅਤੇ ਹੈਰੀਡਿਟੀ ਬਾਰੇ ਸਮਝਣਾ ਮੋਸਟ ਇੰਪੋਰਟੈਂਟ ਬਣ ਜਾਂਦਾ ਹੈ, ਠੀਕ ਹੈ। ਕਿਉਂਕਿ ਹੈਰੀਡਿਟੀ ਇੱਕ ਮੇਨ ਪੁਆਇੰਟ ਹੈ ਜਿਹੜਾ ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦਾ। ਹੈਰੀਡਿਟੀ ਅਤੇ ਇਨਵਾਇਰਮੈਂਟ ਦੋ ਮੋਸਟ ਇੰਪੋਰਟੈਂਟ ਫੈਕਟਰ ਨੇ, ਠੀਕ ਹੈ ਜੀ। ਤਾਂ ਦੇਖੋ ਹੈਰੀਡਿਟੀ ਕੀ ਹੈ, ਪੁਰਾਣੀ ਪੀੜ੍ਹੀ ਤੋਂ ਕੁਦਰਤੀ ਤੌਰ 'ਤੇ ਸਾਨੂੰ ਕੁਝ ਗੁਣ ਮਿਲੇ ਨੇ,
ਠੀਕ ਹੈ, ਉਹਨੂੰ ਆਪਾਂ ਹੈਰੀਡਿਟੀ ਵਿਰਾਸਤ ਕਹਿ ਰਹੇ ਹਾਂ। ਠੀਕ ਹੈ, ਤਾਂ ਵਿਕਾਸ ਦਾ ਆਧਾਰ ਹੈ, ਵਿਕਾਸ ਇੱਥੇ ਤੋਂ ਹੀ ਸ਼ੁਰੂ ਹੁੰਦਾ ਹੈ, ਜਨਮ ਤੋਂ ਪ੍ਰਾਪਤ ਹੋ ਜਾਂਦੀ ਹੈ ਚੀਜ਼। ਇਹ ਨਹੀਂ ਹੈਗਾ ਵੀ ਆਪਾਂ ਮਤਲਬ ਕਿ ਚਾਈਲਡਹੁੱਡ ਦੇ 'ਚ ਜਾ ਕੇ ਕਹਿ ਦਈਏ ਨਾ ਮੈਨੂੰ ਹੈਰੀਡਿਟੀ ਚੰਗੀ ਨਹੀਂ ਮਿਲੀ, ਮੈਂ ਇਹਨੂੰ ਚੇਂਜ ਕਰਨਾ ਹੈ, ਤਾਂ ਉਹ ਚੇਂਜ ਨਹੀਂ ਹੁੰਦੀ, ਉਹ ਆਪਾਂ ਨੂੰ ਜਨਮ ਤੋਂ ਹੀ ਪ੍ਰਾਪਤ ਹੋਗੀ। ਇਹ ਕੀ ਇੱਕ ਸਟੈਟਿਕ ਹੈ, ਸਥਿਰ ਹੈ। ਠੀਕ ਹੈ, ਮਤਲਬ ਕਿ ਜਿਹੜੇ ਗੁਣ ਸੂਤਰ ਨੇ 46 ਗੁਣ ਸੂਤਰ ਹੁੰਦੇ ਨੇ, 23 ਜੋਟੇ ਹੁੰਦੇ ਨੇ। ਠੀਕ ਹੈ, 23 ਪੇਅਰ ਹੁੰਦੇ ਨੇ। ਇਸ ਚੀਜ਼ ਨੂੰ ਧਿਆਨ ਦੇ ਜੇ ਤੁਸੀਂ ਰੱਖੋਗੇ ਤਾਂ ਇਹ ਆਪਾਂ ਨੂੰ ਜਨਮ ਤੋਂ ਹੀ ਪ੍ਰਾਪਤ ਹੋਗੇ। ਤਾਂ ਜਨਮ ਤੋਂ ਆਪਣੇ ਮਾਂ ਬਾਪ ਤੋਂ ਇਹ ਜਿਹੜੇ ਗੁਣ ਨੇ ਆਪਾਂ ਨੂੰ ਉਹ ਪ੍ਰਾਪਤ ਹੋ ਗਏ, ਇਹਨਾਂ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਵਿਅਕਤੀ ਚਾਹ ਕੇ ਵੀ ਚੇਂਜ ਨਹੀਂ ਕਰ ਸਕਦਾ, ਜੇਕਰ ਉਹ ਚਾਹ ਵੀ ਚੇਂਜ ਕਰਨਾ ਤਾਂ ਵੀ ਉਹ ਕਰ ਨਹੀਂ ਸਕਦਾ। ਠੀਕ ਹੈ, ਤਾਂ ਇਹ ਇੱਕ ਫਿਕਸ ਚੀਜ਼ ਹੈ, ਸਟੈਟਿਕ ਹੈ, ਜਨਮ ਤੋਂ ਪ੍ਰਾਪਤ ਹੋਗੀ, ਵਿਕਾਸ ਦੇ ਲਈ ਇੱਕ ਆਧਾਰ ਦਾ ਕੰਮ ਕਰਦੀ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ XX ਗੁਣ ਸੂਤਰ ਹੁੰਦੇ ਨੇ, ਠੀਕ ਹੈ, ਉਹ ਫੀਮੇਲ ਚਾਈਲਡ ਦੇ ਲਈ ਹੁੰਦੇ ਨੇ। XY ਗੁਣ ਸੂਤਰ ਜਿਹੜੇ ਇਹ ਮੇਲ ਚਾਈਲਡ ਦੇ ਲਈ ਹੁੰਦੇ ਨੇ। ਹੋ ਸਕਦਾ ਅੱਖਾਂ ਦਾ ਰੰਗ, ਵਾਲਾਂ ਦਾ ਰੰਗ ਇਹ ਪ੍ਰਭਾਵਿਤ ਹੋਵੇ ਹੈਰੀਡਿਟੀ ਤੋਂ ਵੀ, ਹੋ ਸਕਦਾ ਮਾਂ ਬਾਪ ਦਾ ਜਿਸ ਤਰ੍ਹਾਂ ਦਾ ਸੀ ਜਿਵੇਂ ਉੱਦਾਂ ਹੀ ਬੱਚੇ 'ਤੇ ਪ੍ਰਭਾਵ ਪੈ ਜੇ। ਠੀਕ ਹੈ, ਇਹਨਾਂ ਚੀਜ਼ਾਂ ਤੁਸੀਂ ਧਿਆਨ ਦੇ 'ਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਵਾਤਾਵਰਨ। ਜੋ ਵਾਤਾਵਰਨ ਹੈ ਇਹ ਇੱਕ ਆਰਟੀਫਿਸ਼ੀਅਲ ਚੀਜ਼ ਹੈ। ਮਤਲਬ ਐਂ ਆਰਟੀਫਿਸ਼ੀਅਲ ਇੱਦਾਂ ਹੈ ਵੀ ਜੇਕਰ ਕਿਸੇ ਦਾ ਇਨਫੈਂਸੀ ਦੇ ਵਿੱਚ ਵਾਤਾਵਰਨ ਕੁਛ ਹੋਰ ਤਰ੍ਹਾਂ ਦਾ ਸੀ, ਹੋ ਸਕਦਾ ਉਸ ਦਾ ਪਰਿਵਾਰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਸ਼ਿਫਟ ਹੋ ਜੇ, ਉਸ ਦੀ ਸੁਸਾਇਟੀ ਚੇਂਜ ਹੋ ਜੇ, ਉਸ ਦਾ ਫਰੈਂਡ ਸਰਕਲ ਚੇਂਜ ਹੋ ਜੇ, ਉਸ ਦਾ ਹੋ ਸਕਦਾ ਉਹ ਵਾਤਾਵਰਨ ਮਤਲਬ ਹੋ ਸਕਦਾ ਉਹ ਇੱਕ ਕੰਟਰੀ ਤੋਂ ਦੂਸਰੇ ਕੰਟਰੀ ਚਲਾ ਗਿਆ, ਉਸ ਦਾ ਟੈਂਪਰੇਚਰ ਚੇਂਜ ਹੋ ਜੇ, ਹੈ ਨਾ, ਉਸ ਨੂੰ ਸਾਰੀ ਮਾਹੌਲ ਹੀ ਬਦਲ ਜੇ ਉਹਦਾ। ਤਾਂ ਇਹ ਪ੍ਰਦਾਨ ਕਰਨਾ ਪਰਿਵਾਰ ਅਤੇ ਅਧਿਆਪਕ ਦੇ ਸਾਰੇ ਹੈ। ਸਮਝ ਗਏ ਵੀ ਇਹ ਆਪਾਂ ਨੂੰ ਜਨਮ ਤੋਂ ਨਹੀਂ ਮਿਲਿਆ, ਚੇਂਜ ਕੀਤਾ ਜਾ ਸਕਦਾ ਹੈ। ਹੋ ਸਕਦਾ ਜੇ ਬਚਪਨ ਤੋਂ ਬਾਅਦ ਉਸਦੇ ਮਾਂ ਬਾਪ ਕਿਤੇ ਹੋਰ ਸ਼ਿਫਟ ਹੋ ਜਾਣ, ਬੱਚਾ ਉੱਥੇ ਚਲਾ ਜਾਵੇ। ਜਿਵੇਂ ਕਿ ਆਪਾਂ ਐਗਜ਼ਾਮਪਲ ਲਈਏ, ਹੋ ਸਕਦਾ ਕਿਸੇ ਨੇ ਪੰਜਾਬ ਦੇ ਵਿੱਚ ਜਨਮ ਲੈ ਲਿਆ, ਤਾਂ ਉਸ ਤੋਂ ਬਾਅਦ ਉਸ ਦਾ ਪਰਿਵਾਰ ਹੈ ਜਿਹੜਾ ਉਹ ਸ਼ਿਫਟ ਹੋ ਜਾਏ ਕੈਨੇਡਾ ਦੇ ਵਿੱਚ, ਤਾਂ ਉਸ ਤੋਂ ਬਾਅਦ ਉਹਨੂੰ ਕੈਨੇਡਾ ਦਾ ਵਾਤਾਵਰਨ ਮਿਲ ਗਿਆ। ਹੋ ਸਕਦਾ ਕੈਨੇਡਾ ਦਾ ਕੋਈ ਪੰਜਾਬ 'ਚ ਆ ਜਾਏ, ਉੱਥੇ ਕੀ ਹੋ ਗਿਆ, ਵਾਤਾਵਰਨ ਚੇਂਜ ਕੀਤਾ ਜਾ ਸਕਦਾ ਹੈ। ਤਾਂ ਇਸ ਨੂੰ ਪ੍ਰਦਾਨ ਕਰਨਾ ਅਧਿਆਪਕ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ, ਉਹ ਇਸ ਨੂੰ ਪ੍ਰਦਾਨ ਕਰਵਾਉਂਦੇ ਨੇ। ਤਾਂ ਪ੍ਰਭਾਵ ਪਾਉਣ ਦੇ ਆਧਾਰ ਕਿਹੜੇ ਕਿਹੜੇ ਨੇ? ਹੋ ਸਕਦਾ ਹੈ ਸੋਸ਼ਲ ਤੌਰ 'ਤੇ, ਮੋਰਲ ਤੌਰ 'ਤੇ, ਫਿਜ਼ੀਕਲੀ, ਇਕੋਨੋਮਿਕਲੀ, ਪੋਲੀਟੀਕਲ, ਕਲਚਰਲੀ, ਇਮੋਸ਼ਨਲੀ, ਇਹ ਸਭ ਬੇਸਿਸ ਦੇ ਉੱਤੇ ਜਿਹੜਾ ਇਨਵਾਇਰਮੈਂਟ ਹੈ ਉਹ ਅਫੈਕਟ ਕਰਦਾ ਹੈ। ਠੀਕ ਹੈ, ਤਾਂ ਗਰੋਥ ਅਤੇ ਡਿਵੈਲਪਮੈਂਟ ਦੋਨਾਂ ਨੂੰ ਇਹ ਕੀ ਕਰੇਗਾ ਜੀ, ਅਫੈਕਟ ਕਰੇਗਾ। ਤਾਂ ਇਹ ਆਪਣੇ ਕੁਝ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਉਹ ਸਮਝ ਲਏ ਨੇ। ਨੈਕਸਟ ਇੰਪੋਰਟੈਂਟ ਪੁਆਇੰਟ ਬਣ ਜਾਂਦਾ ਡਿਵੈਲਪਮੈਂਟ। ਤਾਂ ਡਿਵੈਲਪਮੈਂਟ ਜਿਹੜਾ ਇਹ ਹੈਰੀਡਿਟੀ ਇਨਟੂ ਇਨਵਾਇਰਮੈਂਟ, ਮਤਲਬ ਉਹੀ ਗੱਲ ਹੋ ਗਈ ਵੀ ਹੈਰੀਡਿਟੀ ਅਤੇ ਇਨਵਾਇਰਮੈਂਟ ਦੋਨਾਂ ਦੀ ਪ੍ਰੋਡਕਟ ਡਿਵੈਲਪਮੈਂਟ ਹੈ। ਠੀਕ ਹੈ, ਇਹਨੂੰ ਧਿਆਨ ਵਿੱਚ ਤੁਸੀਂ ਰੱਖੋਗੇ। ਵੁਡਸਵਰਥ ਦੀ ਇੱਕ ਗੱਲ ਹੈ, ਉਹ ਕਹਿੰਦਾ ਬੱਚੇ ਦੇ ਵਾਧੇ ਅਤੇ ਵਿਕਾਸ ਦੋਨੋਂ ਬਰਾਬਰ ਦੀ ਭੂਮਿਕਾ ਨਿਭਾਉਂਦੇ ਹਨ। ਇਸ ਦੇ ਬਾਰੇ ਵੀ ਇਸਨੇ ਇੱਕ ਗੱਲ ਕਹੀ ਹੈ। ਠੀਕ ਹੈ ਜੀ, ਮਤਲਬ ਕਿ ਜਿਹੜਾ ਇਹ ਹੈਰੀਡਿਟੀ ਅਤੇ ਇਨਵਾਇਰਮੈਂਟ ਨੇ ਕਹਿੰਦੇ ਬਰਾਬਰ ਦੀ ਭੂਮਿਕਾ ਨਿਭਾਉਂਦੇ ਨੇ। ਠੀਕ ਹੈ, ਤਾਂ ਨੈਕਸਟ ਆਪਾਂ ਗੱਲ ਕਰਾਂਗੇ ਪਰਿਪੱਕਤਾ ਦੀ, ਮੈਚਿਓਰਿਟੀ ਦੀ ਗੱਲ ਕਰਦੇ ਹਾਂ ਆਪਾਂ। ਬੱਚੇ ਦੇ ਅੰਦਰ ਜਨਮ ਤੋਂ ਪ੍ਰਾਪਤ ਹੋਏ ਗੁਣ, ਯੋਗਤਾਵਾਂ ਦਾ ਵਿਕਸਿਤ ਹੋਣਾ, ਮਤਲਬ ਕਿ ਬੱਚੇ ਦੇ ਅੰਦਰ ਜਿਹੜੀ ਚੀਜ਼ ਹੈਗੀ ਸੋ ਵਿਕਸਿਤ ਹੋ ਗਈ। ਜੇਕਰ ਉਹਦਾ ਸੁਭਾਅ ਥੋੜ੍ਹਾ ਜਿਹਾ ਮਤਲਬ ਕਹਿ ਸਕਦੇ ਹਾਂ ਵੀ ਹੱਸਣ ਖੇਡਣ ਨਾਲ ਸੀ ਤਾਂ ਉਹ ਵਿਕਸਿਤ ਹੋ ਗਿਆ, ਉਸ ਦੇ 'ਚ ਮੈਚਿਓਰਿਟੀ ਆ ਗਈ, ਸਥਿਰਤਾ ਆ ਗਈ, ਉਸ ਦਾ ਚੰਚਲਪਣਾ ਜਿਹੜਾ ਉਹ ਖਤਮ ਹੋ ਗਿਆ। ਠੀਕ ਹੈ, ਡਿਵੈਲਪ ਹੋ ਗਈ, ਉਸ ਦੀ ਥਿੰਕਿੰਗ ਡਿਵੈਲਪ ਹੋ ਗਈ, ਫੀਲਿੰਗਸ ਨੇ ਜਿਹੜੀਆਂ ਉਹ ਡਿਵੈਲਪ ਹੋ ਗਈਆਂ। ਠੀਕ ਹੈ, ਰਿਸਪੋਂਡਿੰਗ ਟੂ ਇਨਵਾਇਰਮੈਂਟ ਇਨ ਰਾਈਟ ਮੈਨਰ, ਹੁਣ ਉਹ ਸਹੀ ਤਰੀਕੇ ਨਾਲ ਵਾਤਾਵਰਨ ਦੇ ਵਿੱਚ ਪੇਸ਼ ਆਉਣ ਲੱਗ ਗਿਆ। ਹੋ ਸਕਦਾ ਪਹਿਲਾਂ ਉਹ ਲੜਾਈ ਖੋਰਾ ਹੋਵੇ, ਇੱਦਾਂ ਹੋਵੇ, ਹੁਣ ਉਹਨੂੰ ਪਤਾ ਲੱਗ ਵੀ ਇਸ ਨਾਲ ਕਿਵੇਂ ਗੱਲ ਕਰਨੀ, ਇਹਦੇ ਨਾਲ ਕਿੱਦਾਂ ਗੱਲ ਕਰਨੀ ਹੈ, ਤਾਂ ਉਹਦੇ 'ਚ ਇੱਕ ਰਾਈਟ ਮੈਨਰਸ ਆ ਗਏ ਰਿਸਪੋਂਡ ਕਰਨ ਦੇ ਲਈ। ਠੀਕ ਹੈ, ਤਾਂ ਆਪਣੇ ਆਪ ਆ ਜਾਂਦੀ ਹੈ ਇਹ ਜਿਹੜੀ ਮੈਚਿਓਰਿਟੀ ਹੈ ਉਹ ਆਪਣੇ ਆਪ ਆਉਂਦੀ ਹੈ। ਠੀਕ ਹੈ, ਕਦ ਅਕੋਰਡਿੰਗ ਹੋ ਸਕਦਾ ਸਮੇਂ ਦੇ ਅਕੋਰਡਿੰਗ ਆਵੇ, ਉਮਰ ਦੇ ਹਿਸਾਬ ਨਾਲ ਆਵੇ। ਠੀਕ ਹੈ, ਤਾਂ ਇਹ ਇੱਕ ਅਨਿਸ਼ਚਿਤ ਹੈ, ਇਹਦੇ ਲਈ ਇੱਛਾ ਕਿਸੇ ਦੀ ਨਹੀਂ ਹੁੰਦੀ, ਇਹ ਆਪਣੇ ਆਪ ਆ ਜਾਂਦੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਲਰਨਿੰਗ ਦੀ, ਯਾਨੀ ਕਿ ਸਿੱਖਣਾ। ਤਾਂ ਸਿੱਖਣਾ ਇੱਕ ਕੌਸ਼ਲਾਂ ਦਾ ਵਿਕਾਸ ਹੈ, ਜੋ ਉਸ ਦੇ ਵਿੱਚ ਕੌਸ਼ਲਾਂ ਸੀ ਉਹਨਾਂ ਦਾ ਵਿਕਾਸ ਹੋ ਕੇ ਇਹ ਸਿੱਖਣਾ ਹੈ, ਅਭਿਆਸ ਦੇ ਨਾਲ ਆਉਂਦਾ ਹੈ। ਠੀਕ ਹੈ, ਅਤੇ ਵਿਵਹਾਰਿਕ ਹੈ ਅਤੇ ਪਰਿਵਰਤਨਸ਼ੀਲ ਹੈ। ਠੀਕ ਹੈ, ਵਿਵਹਾਰਿਕ ਕਿੱਦਾਂ ਹੈ ਵੀ ਜਦੋਂ ਆਪਾਂ ਸਿੱਖਣਾ ਚਾਹੁੰਦੇ ਹਾਂ ਆਪਾਂ ਕੁਛ ਨਾ ਕੁਛ ਐਫਰਟ ਕਰਦੇ ਹਾਂ, ਕੁਛ ਨਾ ਕੁਛ ਮੈਂ ਕਹਿ ਸਕਦੇ ਹਾਂ ਵੀ ਆਪਾਂ ਕੋਸ਼ਿਸ਼ਾਂ ਕਰਦੇ ਹਾਂ, ਤਾਂ ਫੇਰ ਜਾ ਕੇ ਲਰਨਿੰਗ ਹੁੰਦੀ ਹੈ। ਮੈਚਿਓਰਿਟੀ ਆਪਣੇ ਆਪ ਹੀ ਲਰਨਿੰਗ ਲੈ ਕੇ ਆਉਣੀ ਪੈਂਦੀ ਹੈ। ਬੱਚਾ ਸਿੱਖਣ ਦੇ ਲਈ ਸਕੂਲ ਜਾਊਗਾ, ਹੋਮਵਰਕ ਕਰੂਗਾ, ਟੀਚਰਾਂ ਤੋਂ ਮਤਲਬ ਉਹਨਾਂ ਦੇ ਨਾਲ ਇੰਟਰੈਕਸ਼ਨ ਕਰੇਗਾ। ਠੀਕ ਹੈ, ਹੋਮਵਰਕ ਕਰੇਗਾ, ਫਿਰ ਜਾ ਕੇ ਉਹ ਸਿੱਖਦਾ। ਇਹ ਕੀ ਹੈ, ਡਿਜ਼ਾਇਰੇਬਲ ਹੈ, ਤਾਂ ਇਹ ਰਿਲੇਟਿਵਲੀ ਪਰਮਾਨੈਂਟ ਹੈ। ਮੈਚਿਓਰਿਟੀ ਸੀ ਜਿਹੜੀ ਉਹ ਆ ਗਈ ਤਾਂ ਉਹ ਜਾਂਦੀ ਨਹੀਂ। ਠੀਕ ਹੈ, ਜਦ ਕਿ ਹੋ ਸਕਦਾ ਲਰਨਿੰਗ ਵੀ ਤੁਸੀਂ ਕੋਈ ਚੀਜ਼ ਸਿੱਖ ਗਏ, ਜਿੰਨਾ ਚਿਰ ਉਹਦੇ ਟੱਚ 'ਚ ਰਹੋਗੇ ਉਹ ਚੀਜ਼ ਤੁਹਾਡੇ ਯਾਦ ਰਹੇ। ਫੋਰ ਐਗਜ਼ਾਮਪਲ ਤੁਸੀਂ ਨੇ ਅੱਜ ਕੋਈ ਮੈਥ ਦਾ ਸਵਾਲ ਸਿੱਖ ਲਿਆ, ਤੁਸੀਂ ਪ੍ਰੈਕਟਿਸ ਕਰੀ ਗਏ, ਯਾਦ ਰਹਿ ਗਿਆ। ਹੋ ਸਕਦਾ ਤੁਸੀਂ 20 ਸਾਲ ਉਹਦੀ ਪ੍ਰੈਕਟਿਸ ਨਾ ਕਰੋ, ਤੁਸੀਂ ਉਹਨੂੰ ਭੁੱਲਣ ਲੱਗ ਜਾਓ। ਰਿਲੇਟਿਵਲੀ ਪਰਮਾਨੈਂਟ ਦਾ ਮਤਲਬ ਇਹ ਹੁੰਦਾ ਹੈ ਵੀ ਜਿੰਨਾ ਚਿਰ ਆਪਾਂ ਉਹਦੇ ਰਿਲੇਸ਼ਨ 'ਚ ਆਪਾਂ ਨੂੰ ਯਾਦ ਰਹਿੰਦੀ ਚੀਜ਼, ਉਸ ਤੋਂ ਬਾਅਦ ਆਪਾਂ ਉਹ ਚੀਜ਼ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਹਾਂ। ਤਾਂ ਇਸ ਦੇ ਬਾਰੇ ਇੱਕ ਕੁਐਸਚਨ ਆਇਆ ਸੀ PSTET 2023 ਦੇ ਵਿੱਚ ਆਫ ਫੋਲੋਇੰਗ ਰੀਪ੍ਰਜੈਂਟ ਦਾ ਕਨਸੈਪਟ ਆਫ ਡਿਵੈਲਪਮੈਂਟ। ਤਾਂ ਡਿਵੈਲਪਮੈਂਟ ਦੇ ਬਾਰੇ ਕਿਹੜੀ ਚੀਜ਼ ਜਿਹੜੀ ਉਹ ਸਹੀ ਹੈ? ਕੁਆਂਟੀਟੇਟਿਵ ਅਤੇ ਕੁਆਲੀਟੇਟਿਵ ਚੇਂਜਸ ਨੇ ਇਹ। ਆਪਾਂ ਇਹੀ ਚੀਜ਼ ਤਾਂ ਸਮਝੀ ਸੀ ਵੀ ਕਿਸੇ ਵੀ ਚੀਜ਼ ਦੇ ਵਿੱਚ ਕੁਆਂਟੀਟੇਟਿਵ ਅਤੇ ਕੁਆਲੀਟੇਟਿਵ ਦੋਨੇ ਤਰ੍ਹਾਂ ਦੇ ਜਦੋਂ ਚੇਂਜਸ ਆਉਂਦੇ ਨੇ ਤਾਂ ਉਹਨੂੰ ਆਪਾਂ ਕੀ ਆਖਦੇ ਹਾਂ? ਡਿਵੈਲਪਮੈਂਟ ਆਖਦੇ ਹਾਂ। ਤਾਂ ਇਸ ਤਰੀਕੇ ਨਾਲ C ਆਪਸ਼ਨ ਸਾਡਾ ਇਸ 'ਤੇ ਰਾਈਟ ਆਨਸਰ ਹੋਏਗਾ। ਠੀਕ ਹੈ ਜੀ।
ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ, ਵਿਚ ਆਫ ਫੋਲੋਇੰਗ ਕਨਸੈਪਟ ਆਫ ਡਿਵੈਲਪਮੈਂਟ ਰੈਫਰਸ ਟੂ ਸਰਕਮਸਟੈਂਸਸ ਇਨ ਵਿਚ ਡਿਵੈਲਪਮੈਂਟ ਇਜ਼ ਅਨਈਵਨ ਅਕ੍ਰੋਸ ਡੋਮੇਨਸ। ਤਾਂ ਇਹਨੂੰ ਆਪਾਂ ਸਪਾਇਰਲ ਡਿਵੈਲਪਮੈਂਟ ਆਖ ਸਕਦੇ ਹਾਂ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ, ਡੈਸ਼ ਰੀਪ੍ਰਜੈਂਟਸ ਦਾ ਪੈਟਰਨ ਆਫ ਬਾਇਓਲੋਜੀਕਲ ਕੋਗਨੀਟਿਵ socio emotional process that begins at conception and continue through the life span। ਮਤਲਬ ਕਿ ਦੇਖੋ ਉਹੀ ਗੱਲ ਹੋ ਗਈ, ਕਨਸੈਪਸ਼ਨਲ ਪੀਰੀਅਡ ਯਾਨੀ ਕਿ ਗਰਭ ਅਵਸਥਾ ਤੋਂ ਸ਼ੁਰੂ ਹੋ ਗਿਆ ਤੇ ਕਦੋਂ ਤੱਕ ਚੱਲੇ, ਜੀਵਨ ਕਾਲ, ਜਦੋਂ ਤੱਕ ਮੌਤ ਨਾ ਹੋਈ ਉਦੋਂ ਤੱਕ ਚੱਲਿਆ। ਤਾਂ ਇਸ ਚੀਜ਼ ਨੂੰ ਆਪਾਂ ਕੀ ਕਹਾਂਗੇ, ਡਿਵੈਲਪਮੈਂਟ ਕਹਾਂਗੇ। ਆਪਾਂ ਨੇ ਦੇਖੋ ਪੜ੍ਹ ਕੇ ਤਾਂ ਹਟੀਆਂ ਵੀ ਜਿਹੜਾ ਗਰੋਥ ਹੈ ਉਹ ਤਾਂ ਇੱਕ ਥਾਂ ਤੇ ਰੁਕ ਜੂਗਾ ਜਾ ਕੇ, ਗਰੋਥ ਤਾਂ ਅਪ ਟੂ ਮੈਚੋਰਿਟੀ ਚੱਲੂਗਾ, ਬਟ ਜਿਹੜਾ ਡਿਵੈਲਪਮੈਂਟ ਹੈ ਇਹ ਕੀ ਹੋਊਗਾ, ਲਾਈਫ ਲੌਂਗ ਚੱਲੂਗਾ, ਕੰਟੀਨਿਊਅਸ ਪ੍ਰੋਸੈਸ ਹੈ ਇਹ ਇੱਕ, ਠੀਕ ਹੈ। ਤਾਂ ਗਰਭ ਅਵਸਥਾ ਤੋਂ ਸ਼ੁਰੂ ਹੋ ਕੇ ਇਹ ਕਿੱਥੋਂ ਤੱਕ ਚੱਲਿਆ ਜੀ, ਆਪਾਂ ਕਹਿ ਸਕਦੇ ਹਾਂ ਕਿ ਇਹ ਮੌਤ ਤੱਕ ਚੱਲਿਆ, ਠੀਕ ਹੈ। ਤਾਂ ਨੈਕਸਟ ਜੋ ਆਪਾਂ ਥਿਊਰੀਜ਼ ਡਿਸਕਸ ਕਰਾਂਗੇ ਇਹ ਹੈ ਜੀ ਲੀਵ ਵਿਗੋਤਸਕੀ, ਠੀਕ ਹੈ, ਵਾਈਗੋਟਸਕੀ ਕਹਿ ਲਓ, ਵਿਗੋਤਸਕੀ ਕਹਿ ਲਓ, ਦੋਨੇ ਤਰੀਕੇ ਨਾਲ ਪੰਜਾਬੀ 'ਚ ਲਿਖਿਆ ਜਾ ਮਿਲਦਾ ਹੈ, ਠੀਕ ਹੈ। ਨਾਮ ਇਹਦਾ ਟੇਢਾ ਜਿਹੀ ਹੈ, ਠੀਕ ਹੈ। ਤਾਂ ਇਹਨੂੰ ਤੁਸੀਂ ਇੱਕ ਤਰੀਕੇ ਨਾਲ ਸਮਝੋ ਕਿ ਇਹ ਇੱਕ ਕਹਿ ਸਕਦੇ ਰਚਨਾਵਾਦੀ ਸੀ, ਮਤਲਬ ਕਿ ਇਹ ਗੱਲ ਕਰਦਾ ਸੀ ਵੀ ਜਿਹੜੇ ਬੱਚੇ ਨੇ ਨਾ ਉਹ ਨੌਲੇਜ ਨੂੰ ਕੰਸਟਰਕਟ ਕਰਦੇ ਨੇ, ਠੀਕ ਹੈ, ਨੌਲੇਜ ਨੂੰ ਆਪਣੇ ਆਪ ਘੜ ਲੈਂਦੇ ਨੇ। ਕਿੱਥੇ ਤੋਂ ਘੜਨ ਦੀ ਗੱਲ ਕਰਦਾ ਹੈ, ਉਹ ਇਹਨਾਂ ਫੈਕਟਰਸ ਦੀ ਗੱਲ ਕਰਦਾ ਹੈ। ਉਹ ਕੀ ਆਖਦਾ ਹੈ, ਕਹਿੰਦਾ ਇਹ ਇਹਨਾਂ ਸਾਰਿਆਂ ਦਾ ਆਪਸ ਵਿੱਚ ਕੀ ਇੱਕ ਕਨੈਕਸ਼ਨ ਬਣ ਜਾਂਦਾ, ਜਿਵੇਂ ਕਿ ਸੋਸ਼ਲ ਇੰਟਰੈਕਸ਼ਨ ਹੋਈ, ਕਲਚਰ ਹੋਇਆ, ਲੈਂਗੁਏਜ ਹੋਈ, ਇਹ ਸਭ ਚੀਜ਼ਾਂ ਦੇ ਸਿੱਟੇ ਵਜੋਂ ਕੀ ਉਪਜਦਾ, ਡਿਵੈਲਪਮੈਂਟ ਹੁੰਦੀ ਹੈ, ਠੀਕ ਹੈ। ਗਰੋਥ ਹੈ, ਸੌਰੀ ਜਿਹੜਾ ਵਿਕਾਸ ਹੈ ਉਹ ਕੀ ਹੁੰਦਾ, ਇਹਨਾਂ ਦੀਆਂ ਇੰਟਰੈਕਸ਼ਨਸ ਦੇ ਵਜੋਂ ਹੁੰਦਾ, ਵੀ ਸੋਸ਼ਲ ਇੰਟਰੈਕਸ਼ਨ ਹੋਈ, ਕਲਚਰ, ਲੈਂਗੁਏਜ, ਇਹ ਸਾਰੀਆਂ ਚੀਜ਼ਾਂ ਨੇ ਮਿਲ ਕੇ ਕੀ ਕੀਤਾ, ਇੱਕ ਪੁਆਇੰਟ ਤਿਆਰ ਕੀਤਾ ਜਿਹਨੇ ਇਹਨੇ ਨਾਂ ਦਿੱਤਾ ਡਿਵੈਲਪਮੈਂਟ ਦਾ, ਠੀਕ ਹੈ। ਤਾਂ ਇਸ ਚੀਜ਼ ਨੂੰ ਆਪਾਂ ਸਮਝਾਂਗੇ। ਤਾਂ ਦੇਖੋ ਜੀ ਇਸ 'ਤੇ ਇਹ ਇੱਕ ਰਚਨਾਵਾਦੀ ਸੀ, ਠੀਕ ਹੈ, ਆਪਾਂ ਇਹ ਗੱਲ ਕਰ ਚੁੱਕੇ ਹਾਂ। ਥਿਊਰੀ ਦਾ ਨਾਂ ਇਸ ਦਾ ਸੋਸ਼ੀਓ ਕਲਚਰ ਅਪਰੋਚ, ਸਮਾਜਿਕ ਸੱਭਿਆਚਾਰਕ ਪਹੁੰਚ ਆਪਾਂ ਇਸ ਨੂੰ ਕਹਿ ਸਕਦੇ ਹਾਂ, ਠੀਕ ਹੈ। ਕਲਚਰ ਦੀ ਗੱਲ ਆ ਜੇ, ਸੁਸਾਇਟੀ ਦੀ ਮਿਕਸ ਕਰਕੇ ਗੱਲ ਆ ਜੀ, ਤਾਂ ਉੱਥੇ ਵਿਗੋਤਸੀ ਦਾ ਹੀ ਨਾਮ ਲੈਣਾ ਬੈਸਟ ਰਹਿੰਦਾ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰਾਂਗੇ, ਇਹਨੇ ਜੋ ਆਪਣਾ ਮਤਲਬ ਇੱਕ ਇੰਪੋਰਟੈਂਟ ਟਰਮ ਦੀ ਗੱਲ ਕੀਤੀ ਹੈ ਉਹ ਹੈ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਯਾਨੀ ਕਿ ਸੰਭਾਵਿਤ ਵਿਕਾਸ ਦਾ ਏਰੀਆ। ਕਈ ਵਾਰ ਇਹਦਾ ਡਾਇਰੈਕਟ ਨਾਮ ਹੀ ਪੁੱਛ ਲੈਂਦੇ ਨੇ, ਫੁੱਲ ਫਾਰਮ ਹੀ ਪੁੱਛ ਲੈਂਦੇ ਨੇ, ਤੁਸੀਂ ਇਸ ਚੀਜ਼ ਨੂੰ ਵੀ ਧਿਆਨ ਦੇ 'ਚ ਰੱਖੋਗੇ, ਠੀਕ ਹੈ ਜੀ। ZPD ਇਸ ਦਾ ਫੁੱਲ ਮਤਲਬ ਹੈ ਕਿ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਤਾਂ ਇੱਥੇ ਆਪਾਂ ਤਿੰਨ ਚੀਜ਼ਾਂ ਸਮਝਦੇ ਹਾਂ, ਠੀਕ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹਾਂਗਾ, ਤੁਸੀਂ ਇੱਥੇ ਇਹ ਸਮਝੋ ਕੁਝ ਕੰਮ ਅਜਿਹੇ ਨੇ ਬੱਚਾ ਖੁਦ ਕਰ ਸਕਦਾ ਹੈ, ਠੀਕ ਹੈ। ਹੋ ਸਕਦਾ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਵੀ ਇਹ ਇੱਕ ਉੱਚੀ ਥਾਂ ਸੀ, ਠੀਕ ਹੈ, ਇਹ ਇੱਕ ਥੜਾ ਸੀ, ਬੱਚੇ ਨੇ ਇੱਥੇ ਛਾਲ ਮਾਰਨੀ ਹੈ, ਤਾਂ ਇੱਥੇ ਤੋਂ ਬੱਚਾ ਛਾਲ ਖੁਦ ਵੀ ਮਾਰ ਸਕਦਾ, ਉਹਨੂੰ ਕਿਸੇ ਟ੍ਰੇਨਰ ਦੀ ਲੋੜ ਨਹੀਂ, ਮਤਲਬ ਉਸ ਵਿਅਕਤੀ ਦੀ ਲੋੜ ਨਹੀਂ ਜਿਹੜਾ ਉਸ ਤੋਂ ਵੱਧ ਜਾਣਦਾ ਹੋਵੇ, ਕਿਉਂਕਿ ਇੱਥੇ ਤੋਂ ਉਹ ਛਾਲ ਖੁਦ ਵੀ ਮਾਰ ਸਕਦਾ, ਠੀਕ ਹੈ। ਤਾਂ ਇੱਥੇ ਤੱਕ ਉਸ ਨੂੰ ਕਿਸੇ ਦੀ ਸਹਾਇਤਾ ਦੀ ਕੋਈ ਲੋੜ ਨਹੀਂ। ਪਰ ਇੱਕ ਜ਼ੋਨ ਅਜਿਹਾ ਆਉਂਦਾ ਵੀ ਉਹਨੂੰ ਇੱਥੇ ਤੋਂ ਛਾਲ ਮਾਰਨ ਦੇ ਲਈ ਕਿਸੇ ਟ੍ਰੇਨਰ ਦੀ ਲੋੜ ਪਏਗੀ, ਠੀਕ ਹੈ। ਜੇਕਰ ਉਹਨੇ ਇੱਥੇ ਤੋਂ ਇੱਦਾਂ ਛਾਲ ਮਾਰਨੀ ਹੈ ਤਾਂ ਇਸ ਕਰਕੇ ਉਹਨੂੰ ਕੀ ਕਰਨਾ ਪਊਗਾ, ਕਿਸੇ ਦੀ ਸਹਾਇਤਾ ਲੈਣੀ ਪਊਗੀ। ਤਾਂ ਇਸ ਟੈਂਪਰੇਰੀ ਸਹਾਇਤਾ ਲੈਣ ਨੂੰ ਇਸ ਨੇ ਵਿਗੋਤਸਕੀ ਨੇ ਕੀ ਕਿਹਾਗਾ, ਇਸ ਨੂੰ ਸਕੈਫੋਲਡਿੰਗ ਕਿਹਾ ਇਹਨੇ। ਟੈਂਪਰੇਰੀ ਹੈਲਪ ਹੈ ਇੱਕ ਜੋ ਉਸ ਸਮੇਂ ਲਈ ਜਾਂਦੀ ਹੈ ਜਿਹੜੇ ਕੰਮ ਨੂੰ ਬੱਚਾ ਖੁਦ ਨਹੀਂ ਕਰ ਸਕਦਾ। ਸਮਝ ਰਹੇ ਹੋ ਵੀ ਜਿਹੜੇ ਕੰਮ ਨੂੰ ਬੱਚਾ ਖੁਦ ਨਹੀਂ ਕਰ ਸਕਦਾ ਸੀ ਉਸਨੇ ਸਹਾਇਤਾ ਦੇ ਨਾਲ ਕੀਤਾ। ਮਤਲਬ ਕਿ ਜਿਵੇਂ ਸਾਈਕਲ ਚਲਾਉਣਾ ਹੈ, ਵੀ ਹੁਣ ਕੋਈ ਸਾਈਕਲ ਚਲਾਉਣਾ ਬੱਚੇ ਨੂੰ ਸਿਖਾ ਰਿਹਾ ਹੈ ਨਾ, ਤਾਂ ਉਹ ਬੱਚੇ ਨੂੰ ਸਿਖਾਉਣ ਦੇ ਲਈ ਕੁਝ ਹੱਦ ਤੱਕ ਉਸ ਦੇ ਨਾਲ ਰਹੇਗਾ। ਹੋ ਸਕਦਾ ਉਹਨੂੰ ਇੱਕ ਵਾਰ ਸਾਈਕਲ ਦੇ ਉੱਤੇ ਚੜ੍ਹਾ ਦੇ, ਪੈਂਡਲ ਮਾਰਨਾ ਸ਼ੁਰੂ ਕਰ ਦੇ, ਹੈਂਡਲ ਫੜ ਕੇ ਰੱਖੇ, ਤਾਂ ਪਰ ਉਹ ਜਦੋਂ ਬੱਚੇ ਚਲਾਉਣਾ ਸਿੱਖ ਗਏ ਤਾਂ ਉਹ ਹੌਲੀ ਹੌਲੀ ਛੱਡ ਕੇ ਪਰਾਂ ਹੋਣਾ ਸ਼ੁਰੂ ਹੋ ਜਾਊਗਾ ਉਹਦੇ ਤੋਂ, ਠੀਕ ਹੈ। ਤਾਂ ਕੁਝ ਸਮੇਂ ਤੱਕ ਉਸ ਦੀ ਸਹਾਇਤਾ ਕੀਤੀ ਜਾ ਰਹੀ ਹੈ, ਇਹ ਟੈਂਪਰੇਰੀ ਸਹਾਇਤਾ ਹੈ। ਇਹ ਕਦੋਂ ਦਿੱਤੀ ਜਾਂਦੀ ਹੈ, ਕਿਹੜੇ ਕੰਮ ਦੇ ਵਿੱਚ, ਜਿਹੜੇ ਕੰਮ ਨੂੰ ਬੱਚਾ ਖੁਦ ਨਹੀਂ ਕਰ ਸਕਦਾ ਸੀ ਤਾਂ ਉਸ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਇੱਕ ਤਾਂ ਇਹ ਲੈਵਲ ਹੈ, ਇੱਕ ਲੈਵਲ ਹੋਰ ਹੈ, ਇਹ ਹਾਈ ਲੈਵਲ ਹੈ। ਤਾਂ ਹਾਈ ਲੈਵਲ 'ਤੇ ਜਾ ਕੇ ਕੀ ਹੋਇਆ, ਬੱਚਾ ਹੁਣ ਟ੍ਰੇਨਡ ਹੋ ਗਿਆ, ਉਹ ਪੂਰੀ ਤਰ੍ਹਾਂ ਸਿੱਖ ਗਿਆ, ਲਰਨ ਕਰ ਗਿਆ। ਤਾਂ ਹਾਈ ਜ਼ੋਨ ਦੇ ਵਿੱਚ ਜਾ ਕੇ ਬੱਚਾ ਕੀ ਕਰੇਗਾ, ਬਿਨਾਂ ਕਿਸੇ ਦੀ ਸਹਾਇਤਾ ਦੇ ਇਹ ਛਾਲ ਲਗਾਉਣੀ ਸਿੱਖ ਜੂਗਾ ਜਦੋਂ ਉਹਦੀ ਪ੍ਰੈਕਟਿਸ ਹੋਊਗੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਸ ਚੀਜ਼ ਨੂੰ ਤੁਸੀਂ ਸਮਝ ਲਿਓ ਥੋੜ੍ਹਾ ਜਿਹਾ। ਤਿੰਨ ਜ਼ੋਨ ਬਣਦੇ ਨੇ, ਇੱਕ ਜ਼ੋਨ ਦੇ ਵਿੱਚ ਤਾਂ ਬੱਚਾ ਕਹਿੰਦਾ ਮੈਂ ਖੁਦ ਹੀ ਕਰ ਲੂੰਗਾ, ਇੱਕ ਦੇ ਵਿੱਚ ਉਹ ਕਹਿੰਦਾ ਮੈਂ ਸਹਾਇਤਾ ਲਊਂਗਾ ਕਿਸੇ ਦੀ ਫੇਰ ਕਰੂੰਗਾ, ਅਤੇ ਥਰਡ ਜ਼ੋਨ ਦੇ ਵਿੱਚ, ਹਾਈ ਜ਼ੋਨ ਦੇ ਵਿੱਚ ਜਾ ਕੇ ਉਹ ਕੀ ਕਹਿੰਦਾ ਮੈਨੂੰ ਕਿਸੇ ਦੀ ਸਹਾਇਤਾ ਲੋੜ ਨਹੀਂ, ਮੈਂ ਉਹ ਚੀਜ਼ ਸਿੱਖ ਚੁੱਕੀ ਹਾਂ, ਮੇਰੀ ਪ੍ਰੈਕਟਿਸ ਹੋ ਚੁੱਕੀ ਹੈ, ਉਹ ਮੈਂ ਖੁਦ ਕਰ ਸਕਦਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਗੱਲ ਬਣੇਗੀ, ਠੀਕ ਹੈ ਜੀ। ਤਾਂ ਇਹਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਇਹਦੇ ਬਾਰੇ ਕੁਝ ਇੰਪੋਰਟੈਂਟ ਟਰਮਾਂ ਦੀ, ਠੀਕ ਹੈ। ਇੰਪੋਰਟੈਂਟ ਟਰਮਸ ਕਿਹੜੀਆਂ ਕਿਹੜੀਆਂ ਨੇ, ਸਕੈਫੋਲਡਿੰਗ ਇੱਕ ਅਜਿਹੀ ਮਦਦ ਜੋ ਉਦੋਂ ਤੱਕ ਦਿੱਤੀ ਜਾਵੇ ਜਦੋਂ ਤੱਕ ਸਿਖਿਆਰਥੀ ਸਿੱਖ ਨਾ ਜਾਵੇ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇੱਥੇ ਸਿੱਖਣਾ ਸੀ ਜਦੋਂ ਤੱਕ ਸਿੱਖ ਨਾ ਜਾਵੇ, ਠੀਕ ਹੈ। ਤਾਂ ਦੇਖੋ ਗੱਲ ਸੁਣੋ, ਸਕੈਫੋਲਡਿੰਗ ਦੇ ਬਾਰੇ ਇੱਕ ਚੀਜ਼ ਯਾਦ ਰੱਖੋ, ਇਹ ਇੱਕ ਹੈਲਪ ਹੈ, ਇੱਕ ਟੈਂਪਰੇਰੀ ਹੈਲਪ ਹੈ। ਕਦੋਂ ਤੱਕ ਦਿੱਤੀ ਜਾਂਦੀ, ਜਦੋਂ ਤੱਕ ਵਿਅਕਤੀ ਸਿੱਖ ਨਹੀਂ ਜਾਂਦਾ, ਠੀਕ ਹੈ।
ਤਾਂ ਇਸ ਨੂੰ ਤੁਸੀਂ ਇੱਦਾਂ ਧਿਆਨ ਦੇ ਵਿੱਚ ਰੱਖੋਗੇ। ਇਸ ਦਾ ਉਦੇਸ਼ ਉਹ ਸਿਖਾਉਣਾ ਹੈ ਜੋ ਸਿਖਿਆਰਥੀ ਆਪਣੇ ਆਪ ਨਹੀਂ ਸਿੱਖ ਸਕਦਾ ਸੀ। ਜਿਵੇਂ ਛਾਲ ਮਾਰਨ ਵਾਲੀ ਗੱਲ ਦੱਸੀ ਸੀ, ਉਹ ਛਾਲ ਆਪਣੇ ਆਪ ਨਹੀਂ ਮਾਰ ਸਕਦਾ ਸੀ, ਪਰ ਕੀ ਕਰੂਗਾ, ਉਹ ਸਿੱਖ ਜੂਗਾ ਕਾਹਦੇ ਨਾਲ, ਸਕੈਫੋਲਡਿੰਗ ਦੇ ਨਾਲ, ਸਹਾਇਤਾ ਦੇ ਨਾਲ। ਹੁਣ ਇਹ ਸਹਾਇਤਾ ਦੇਣ ਵਾਲਾ ਕੌਣ ਹੁੰਦਾ ਹੈ? ਸਹਾਇਤਾ ਦੇਣ ਵਾਲੇ ਨੂੰ ਕਿਹਾ ਗਿਆ MKO, ਯਾਨੀ ਕਿ ਮੋਰ ਨੌਲੇਜੇਬਲ ਔਦਰ। ਠੀਕ ਹੈ, ਮਤਲਬ ਇਹ ਇੱਕ ਅਜਿਹਾ ਇਨਸਾਨ ਹੈ ਜੋ ਹੋ ਸਕਦਾ ਉਮਰ ਦੇ ਵਿੱਚ ਛੋਟਾ ਹੋਵੇ, ਕੋਈ ਚੱਕਰ ਨਹੀਂ, ਉਮਰ ਦੇ ਵਿੱਚ ਬਰਾਬਰ ਦਾ ਹੋਵੇ, ਕੋਈ ਚੱਕਰ ਨਹੀਂ, ਹੋ ਸਕਦਾ ਉਮਰ ਦੇ ਵਿੱਚ ਵੱਡਾ ਹੋਵੇ। ਠੀਕ ਹੈ, ਤਾਂ ਕਿਵੇਂ ਵੀ ਹੋ ਸਕਦਾ, ਪਰ ਕੀ ਹੋਊਗਾ, ਉਹਦੇ 'ਚ ਸਕਿੱਲ ਜ਼ਿਆਦਾ ਹੋਣਗੀਆਂ, ਨੌਲੇਜ ਜ਼ਿਆਦਾ ਹੋਊਗੀ, ਤਜਰਬਾ ਜ਼ਿਆਦਾ ਹੋਊਗਾ। ਠੀਕ ਹੈ, ਤਾਂ ਇੱਥੇ ਅਡਲਟ ਦਾ ਮਤਲਬ ਇਹੀ ਹੈ ਵੀ ਉਹ ਮੋਰ ਸਕਿੱਲਡ ਪਰਸਨ ਹੈ। ਠੀਕ ਹੈ, ਮਤਲਬ ਕਿ ਉਸਦੇ ਵਿੱਚ ਸਕਿੱਲ ਜ਼ਿਆਦਾ ਨੇ, ਜੋ ਕੰਮ ਬੱਚਾ ਇਕੱਲਾ ਨਹੀਂ ਕਰ ਸਕਦਾ ਸੀ ਉਹ ਸਾਹਮਣੇ ਵਾਲਾ ਕਰ ਸਕਦਾ ਹੈ, ਤਾਂ ਉਸ ਤੋਂ ਉਹ ਕੀ ਲਊਗਾ, ਸਹਾਇਤਾ ਲਊਗਾ। ਸਹਾਇਤਾ ਦੇਣ ਵਾਲਾ ਜੋ ਸਿਖਿਆਰਥੀ ਤੋਂ ਜ਼ਿਆਦਾ ਜਾਣਕਾਰ ਹੋਵੇ, ਮੋਰ ਸਕਿੱਲਡ ਹੋਵੇ। ਠੀਕ ਹੈ, ਇਹ ਕੋਈ ਅਡਲਟ ਵੀ ਹੋ ਸਕਦਾ ਹੈ, ਕੋਈ ਮੋਰ ਸਕਿੱਲਡ PR ਵੀ ਹੋ ਸਕਦਾ ਹੈ, ਵੱਡੇ ਵੀ ਹੋ ਸਕਦੇ ਨੇ, ਛੋਟੇ ਵੀ ਹੋ ਸਕਦੇ ਨੇ, ਪਰ ਉਹਦੇ 'ਚ ਸਕਿੱਲਸ ਜ਼ਿਆਦਾ ਹੋਣਗੀਆਂ। ਇਸ ਚੀਜ਼ ਦਾ ਤੁਸੀਂ ਧਿਆਨ ਰੱਖੋਗੇ। ਕਿਸੇ ਹੋਰ ਦੁਆਰਾ ਸਹਾਇਤਾ ਦਿੱਤੀ ਜਾਂਦੀ ਹੈ ਜਿਹਨੂੰ ਅਸੀਂ ਕੀ ਆਖਦੇ ਹਾਂ, ਸਕੈਫੋਲਡਿੰਗ ਆਖਦੇ ਹਾਂ। ਤਾਂ ਸਹਾਇਤਾ ਦੇਣ ਵਾਲਾ ਕੌਣ ਹੈ? MKO ਹੈ। ਠੀਕ ਹੈ, ਅਤੇ ਇਹ ਸਾਰੇ ਜ਼ੋਨ ਨੂੰ ਆਪਾਂ ਕੀ ਆਖਦੇ ਹਾਂ, ZPD ਆਖਦੇ ਹਾਂ। ਸਮਝ ਰਹੇ ਹੋ? ਤਾਂ ਸਕੈਫੋਲਡਿੰਗ ਕੀ ਹੈ? ਸਹਾਇਤਾ ਹੈ। MKO ਕੌਣ ਹੈ? ਸਹਾਇਤਾ ਦੇਣ ਵਾਲੇ। ZPD ਕੀ? ਇੱਕ ਪੂਰੇ ਜ਼ੋਨ ਦਾ ਨਾਂ ਕੀ ਹੈ? ZPD, ਯਾਨੀ ਕਿ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਠੀਕ ਹੈ, ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਇਹ ਸਿੰਪਲ ਦੀਆਂ ਗੱਲਾਂ ਸੀ। ਦੇਖੋ ਉਹੀ ਗੱਲ ਆ ਗਈ, ਇਹ ਪੂਰਾ ਸਰਕਲ ਕੀ ਹੈ ਜੀ ਆਪਣੇ ਕੋਲ, ਜਿਹੜਾ ਇਹ ਪੂਰਾ ਸਰਕਲ ਹੈਗਾ ਇਹ ਆਪਣੇ ਕੋਲ ZPD ਹੈ। ਠੀਕ ਹੈ, ਤਾਂ MKO ਅਤੇ ਸਕੈਫੋਲਡਿੰਗ ਕੀ ਹੈ? ਹਿੰਟ ਦੇਣਾ, ਹੈਲਪ ਕਰਨਾ, ਟੈਂਪਰੇਰੀ ਹੈਲਪ ਕਰਨਾ। ਤਾਂ ਇਹ ਸਭ ਚੀਜ਼ਾਂ ਕੀ ਨੇ? ਸਕੈਫੋਲਡਿੰਗ ਹੈ, ਅਤੇ ਇਹ MKO, ਇਹ ਸਭ ਚੀਜ਼ਾਂ ਸਮਾ ਗਈਆਂ ਕਾਹਦੇ ਵਿੱਚ? ZPD ਦੇ ਵਿੱਚ ਸਮਾ ਚੁੱਕੀਆਂ ਨੇ। ਤਾਂ ਇਸ ਤਰੀਕੇ ਨਾਲ ਇਹ ਇੱਕ ਡਾਇਗਰਾਮ ਸੀ ਜੋ ਇਹ ਕਲੀਅਰ ਕਰਦਾ ਵੀ ਇਹ ਸਭ ਚੀਜ਼ਾਂ ਕੀ ਨੇ। MKO, ਸਕੈਫੋਲਡਿੰਗ ਸਭ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦੇ ਵਿੱਚ ਕਵਰ ਹੁੰਦੀਆਂ ਨੇ। ਠੀਕ ਹੈ, ਤਾਂ ਨੈਕਸਟ ਆਪਾਂ ਗੱਲ ਕਰਾਂਗੇ ਕਿ ਵਾਈਗੋਟਸਕੀ ਦੇ ਭਾਸ਼ਾ ਦੇ ਬਾਰੇ ਕੀ ਵਿਚਾਰ ਨੇ। ਇੱਥੇ ਤੋਂ ਕੁਐਸਚਨ ਬਣਦਾ, ਹੋ ਸਕਦਾ ਤੁਹਾਨੂੰ ਸਬਜੈਕਟ ਪੈਡਾਗੋਜੀ ਦੇ ਵਿੱਚ ਇੱਥੇ ਤੋਂ ਕੰਮ ਆ ਜੇ ਚੀਜ਼। ਲੈਂਗੁਏਜ ਨੂੰ ਉਹ ਇੱਕ ਟੂਲ ਮੰਨਦਾ ਹੈ, ਲੈਂਗੁਏਜ ਇਜ਼ ਏ ਟੂਲ। ਤਾਂ ਮਨੁੱਖ ਦੇ ਲਈ ਇਹ ਇੱਕ ਕੀ ਹੈ? ਟੂਲ ਦਾ ਕੰਮ ਕਰਦੀ ਹੈ, ਇੱਕ ਔਜ਼ਾਰ ਦਾ, ਸੰਦ ਦਾ ਕੰਮ ਕਰਦੀ ਹੈ ਭਾਸ਼ਾ। ਠੀਕ ਹੈ, ਤਾਂ ਇੱਕ ਟੂਲ ਹੈ, ਤਾਂ ਇਸ ਨੂੰ ਟੂਲ ਕਿਹਾ ਗਿਆ। ਅਤੇ ਸੋਸਾਇਟੀ ਦੇ ਵਿੱਚੋਂ ਸਿੱਖਣ ਦੀ ਹੈ ਨਾ, ਜਿਹੜੀ ਲੈਂਗੁਏਜ ਹੈ ਉਹ ਸੋਸਾਇਟੀ ਦੇ ਵਿੱਚੋਂ ਸਿੱਖੀ ਹੈ, ਉੱਥੇ ਉਹ ਸਿੱਖਣ ਦੀ ਗੱਲ ਕਿਹਨੇ ਕੀਤੀ ਹੈ? ਵਾਈਗੋਟਸਕੀ ਨੇ ਕੀਤੀ ਹੈ। ਲੈਂਗੁਏਜ ਐਂਡ ਥਾਟਸ ਆਰ ਇੰਡੀਪੈਂਡੈਂਟ ਇਨ ਸਟਾਰਟਿੰਗ, ਮਤਲਬ ਕਿ ਸ਼ੁਰੂ ਦੇ ਵਿੱਚ, ਠੀਕ ਹੈ, ਸ਼ੁਰੂਆਤ ਦੇ ਸਾਲਾਂ ਦੇ ਵਿੱਚ ਜਿਹੜੇ ਵਿਚਾਰ ਨੇ ਅਤੇ ਜਿਹੜੀ ਭਾਸ਼ਾ ਉਹ ਕੀ ਨੇ? ਇੰਡੀਪੈਂਡੈਂਟ ਨੇ, ਇੱਕ ਦੂਜੇ ਤੋਂ ਵੱਖਰੇ ਨੇ, ਇਹਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਦੱਸਿਆ ਵਾਈਗੋਟਸਕੀ ਨੇ। ਪ੍ਰਾਈਵੇਟ ਸਪੀਚ ਗਿਵਸ ਡਾਇਰੈਕਸ਼ਨ, ਗਾਈਡੈਂਸ, ਜਾਂ ਕਹਿ ਲਓ ਵੀ ਇਹਨੂੰ ਕੰਸੀਡਰ ਕੀਤਾ ਇਹਨੇ ਪੋਜ਼ੀਟਿਵਲੀ। ਠੀਕ ਹੈ, ਜਿਹੜਾ ਮਤਲਬ ਇਹ ਹੈ ਵਾਈਗੋਟਸਕੀ ਇਹ ਕੀ ਮੰਨਦਾ ਹੈ ਕਿ ਬੱਚਾ ਕਈ ਵਾਰ ਆਪਣੇ ਆਪ ਨਾਲ ਗੱਲਾਂ ਜਿਹੀਆਂ ਕਰਦਾ ਰਹਿੰਦਾ ਨਾ, ਤਾਂ ਉਸ ਨੂੰ ਇਹ ਪ੍ਰਾਈਵੇਟ ਸਪੀਚ ਆਖਦਾ ਹੈ। ਤਾਂ ਪ੍ਰਾਈਵੇਟ ਸਪੀਚ ਕੀ ਕਰਦੀ ਹੈ? ਆਪਾਂ ਨੂੰ ਡਾਇਰੈਕਸ਼ਨ ਦਿੰਦੀ ਹੈ ਵੀ ਆਪਾਂ ਨੇ ਕੀ ਕੰਮ ਕਰਨਾ ਹੈ, ਕਿਸ ਤਰ੍ਹਾਂ ਆਪਣਾ ਵਾਧਾ ਵਿਕਾਸ ਹੋਏਗਾ, ਕਿਸ ਤਰ੍ਹਾਂ ਆਪਾਂ ਲੈਂਗੁਏਜ ਸਿੱਖਾਂਗੇ, ਇਹ ਸਭ ਚੀਜ਼ਾਂ ਲਈ ਡਾਇਰੈਕਸ਼ਨ ਦਿੰਦੀ ਹੈ, ਆਪਾਂ ਨੂੰ ਗਾਈਡੈਂਸ ਦਿੰਦੀ ਹੈ। ਠੀਕ ਹੈ, ਤਾਂ ਇਸ ਨੂੰ ਪੋਜ਼ੀਟਿਵਲੀ ਕੰਸੀਡਰ ਕੀਤਾ ਕਿਹਨੇ? ਵਾਈਗੋਟਸਕੀ ਨੇ। ਇਹ ਇੱਕ ਦਿਸ਼ਾ ਨਿਰਦੇਸ਼ਕ ਹੈ, ਅਤੇ ਇਹ ਇੱਕ ਸੋਸ਼ਲ ਕੰਸਟਰਕਸ਼ਨ ਹੈ, ਮਤਲਬ ਕਿ ਸਮਾਜ ਦੇ ਵਿੱਚੋਂ ਸਿੱਖਿਆ ਆਪਾਂ ਭਾਸ਼ਾ, ਇਹ ਗੱਲ ਦੀ ਹਮਾਇਤ ਇਹ ਕਰਦਾ ਹੈ। ਲੈਂਗੁਏਜ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਕੋਗਨੀਟਿਵ ਡਿਵੈਲਪਮੈਂਟ ਆਫ ਅ ਚਾਈਲਡ, ਮਤਲਬ ਕਿ ਬੱਚੇ ਦਾ ਜਿਹੜਾ ਗਿਆਨਾਤਮਕ ਵਿਕਾਸ ਹੈ ਉਸ ਦੇ ਵਿੱਚ ਭਾਸ਼ਾ ਨੇ ਇੱਕ ਰੋਲ ਨਿਭਾਇਆ। ਇਸ ਚੀਜ਼ ਦੀ ਗੱਲ, ਇਸ ਚੀਜ਼ ਦੀ ਹਮਾਇਤ ਵਿਗੋਤਸਕੀ ਨੇ ਕੀਤੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਲੈਂਗੁਏਜ ਸੋਰਸਜ਼, ਸੋਸਾਇਟੀ, ਕੋਪਰੇਸ਼ਨ, ਪੀਅਰ ਗਰੁੱਪ, ਇਹ ਸਭ ਲੈਂਗੁਏਜ ਦੇ ਸੋਰਸ ਵੀ ਇਸ ਨੇ ਮੰਨੇ ਨੇ। ਠੀਕ ਹੈ ਜੀ, ਤਾਂ ਇਸ ਨੇ ਜਿਹੜੀ ਲੈਂਗੁਏਜ ਹੈ, ਸਪੀਚ ਹੈ, ਉਸ ਨੂੰ 3 ਭਾਗਾਂ ਦੇ ਵਿੱਚ ਵੰਡਿਆ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਇੱਕ ਤਾਂ ਹੁੰਦੀ ਹੈ ਸੋਸ਼ਲ ਸਪੀਚ, ਜਿਹਨੂੰ ਇਹ 2 ਸਾਲ ਤੱਕ ਦੀ ਸਪੀਚ ਜਿਹੜੀ ਉਸ ਨੂੰ ਇਹ ਸੋਸ਼ਲ ਸਪੀਚ ਦਾ ਨਾਂ ਦਿੰਦਾ ਹੈ। 3 ਤੋਂ 5 ਸਾਲ ਤੱਕ ਜਿਹੜੀ ਸਪੀਚ, ਜਿਹੜਾ ਬੱਚਾ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਨਾ, ਤਾਂ ਉਹ ਖੁਦ ਨਾਲ ਹੀ ਗੱਲਾਂ ਕਰ ਰਿਹਾ ਹੈ, ਤਾਂ ਉਹ ਖੁਦ ਨੂੰ ਡਾਇਰੈਕਸ਼ਨ ਦੇਣ ਦੇ ਲਈ ਗੱਲਾਂ ਕਰ ਰਿਹਾ ਹੈ, ਜਿਹਨੂੰ ਵਾਈਗੋਟਸਕੀ ਨੇ ਕੀ ਆਖਿਆ? ਪ੍ਰਾਈਵੇਟ ਸਪੀਚ ਆਖਿਆ। ਇੱਕ ਉਹ ਸਾਇਲੈਂਟ ਜਾਂ ਕਹਿ ਲਓ ਇਨਰ ਸਪੀਚ ਦੀ ਗੱਲ ਕਰਦਾ 7 ਸਾਲ ਦੀ ਉਮਰ ਵਿੱਚ। ਠੀਕ ਹੈ, ਇਹਨੂੰ ਆਪਾਂ ਇੰਟੈਂਸ਼ਨਲ ਸਪੀਚ ਕਹਿ ਰਹੇ ਹਾਂ, ਤਾਂ ਉਹ ਇਨਰ ਸਪੀਚ ਹੈ, ਅੰਦਰੂਨੀ ਸਪੀਚ ਹੈ। ਠੀਕ ਹੈ, ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਨੈਕਸਟ ਕੁਝ ਕੁਐਸਚਨ ਨੇ ਜੋ ਕਿ ਬੜੇ ਸਿੰਪਲ ਜਿਹੇ ਨੇ। ਦੇਖੋ ਜੀ, ZPD ਤੋਂ ਕੀ ਭਾਵ ਹੈ? ਇੱਕ ਤਾਂ ਇਹਨਾਂ ਨੇ ਇਹੀ ਪੁੱਛ ਲਿਆ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਸਿੰਪਲ ਜੀ ਗੱਲ ਹੈ। ਨੈਕਸਟ ਗੱਲ ਕਰਦੇ ਹਾਂ ਆਪਾਂ ਵਾਈਗੋਟਸਕੀ ਅਨੁਸਾਰ ਇਰਾਦਤਨ, ਯਾਨੀ ਕਿ ਇੰਟੈਂਸ਼ਨਲ ਕਿਰਿਆ ਲਈ ਕਿਹੜੀ ਸਪੀਚ ਦਾ ਉਪਯੋਗ ਕੀਤਾ ਗਿਆ? ਅੰਦਰੂਨੀ ਸਪੀਚ ਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਅਕੋਰਡਿੰਗ ਟੂ ਲੇਵ ਵਾਈਗੋਟਸਕੀ, ਨੇ ਇਹਨਾਂ 'ਚੋਂ ਕਿਹੜਾ ਕਥਨ ਜਿਹੜਾ ਉਹ ਉਸ ਦੇ ਅਕੋਰਡਿੰਗ ਸਹੀ ਹੈ? ਲੈਂਗੁਏਜ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਕੋਗਨੀਟਿਵ ਡਿਵੈਲਪਮੈਂਟ ਆਫ ਚਾਈਲਡ, 4th ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਹੋ ਜਾਵੇਗਾ, ਕਿਉਂਕਿ ਸਿੰਪਲ ਜੀ ਗੱਲ ਹੈ। ਹੁਣ ਆਪਾਂ ਇਹ ਤਾਂ ਪੜ੍ਹ ਕੇ ਹਟੇ ਹਾਂ ਵੀ ਲੈਂਗੁਏਜ ਜਿਹੜੀ ਉਹ ਇੱਕ ਇੰਪੋਰਟੈਂਟ ਰੋਲ ਨਿਭਾਉਂਦੀ ਹੈ। ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕੀ ਹੈ? ਠੀਕ ਹੈ, ZPD ਕੀ ਹੈ? ਤਾਂ ਇਹ ਆਪਾਂ ਹੁਣ ਸਮਝ ਕੇ ਹਟੇ ਕੀ ਹੈ ਇਹ। ਦੇਖੋ ਜੀ,
द एरिया बिटवीन चाइल्ड्स करंट लैवल ऑफ इंडिपेंडेंट परफॉर्मेंस, एक तो इंडिपेंडेंट परफॉर्मेंस सी ਉਹਦੀ एंड लैवल ऑफ परफॉर्मेंस दैट चाइल्ड कुड अचीव विद द हैल्प ऑफ अडल्ट एंड मोर स्किल्ड पीयर, ਜਿਹੜੇ ਮੋਰ ਸਕਿਲਡ ਜ਼ਿਆਦਾ ਸਮਰੱਥਾ ਵਾਲੇ ਜ਼ਿਆਦਾ ਤਜਰਬੇ ਵਾਲੇ ਜਿਹੜੇ ਪੀਅਰ ਨੇ ਉਹਦੇ ਅਡਲਟਸ ਨੇ ਉਹਨਾਂ ਦੇ ਨਾਲ ਰਲ ਕੇ ਕੁਝ ਪਰਫਾਰਮੈਂਸ ਉਹ ਨਿਭਾ ਸਕਦੇ ਜਿਹਨੂੰ ਆਪਾਂ ZPD ਕਿਹਾ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ, ਇਹ ਕੁਐਸਚਨ ਰਿਪੀਟ ਹੋ ਗਿਆ। ਅਕੋਰਡਿੰਗ ਟੂ ਵਿਚ ਥਿਓਰਿਸਟ ਕਲਚਰ ਟੂਲਸ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਕੋਗਨੀਟਿਵ ਡਿਵੈਲਪਮੈਂਟ, ਸਿੰਪਲ ਜੀ ਗੱਲ ਇਹ ਲੇਵ ਵਾਈਗੋਟਸਕੀ ਦੇ ਅਨੁਸਾਰ ਕੀ ਹੈ ਜਿਹੜਾ ਕਲਚਰ ਟੂਲ ਹੈ ਇਹ ਇੱਕ ਇੰਪੋਰਟੈਂਟ ਰੋਲ ਨਿਭਾ ਰਿਹਾ ਹੈ ਕੋਗਨੀਟਿਵ ਡਿਵੈਲਪਮੈਂਟ ਦੇ ਵਿੱਚ। ਨੈਕਸਟ ਆਪਾਂ ਗੱਲ ਕਰਦੇ ਹਾਂ, ਸਿੰਪਲ ਜਿਹੇ ਕੁਐਸਚਨ ਨੇ, ਇਨ ਅ ਕੰਸਟਰਕਟਿਵਿਜ਼ਮ ਕਲਾਸਰੂਮ ਐਜ ਐਨਵਿਜ਼ਨਡ ਬਾਈ ਪਿਆਜੇ ਐਂਡ ਵਾਈਗੋਟਸਕੀ ਲਰਨਿੰਗ, ਤਾਂ ਇਹਨਾਂ ਨੇ ਕੀ ਚੀਜ਼ ਦੀ ਗੱਲ ਕੀਤੀ ਆਪਾਂ ਸਮਝਦੇ ਹਾਂ। is constructed by the student themselves who plays an active role, ਤਾਂ ਇਹਦੇ ਵਿੱਚ ਵੀ ਆਪਣੇ ਕੋਲ ਫਸਟ ਆਪਸ਼ਨ ਜਿਹੜਾ ਇਹਦਾ ਰਾਈਟ ਆਨਸਰ ਹੋ ਜਾਵੇਗਾ। ਨੈਕਸਟ ਗੱਲ ਕਰਦੇ ਹਾਂ ਆਪਾਂ ਵਾਈਗੋਟਸਕੀ ਦੇ ਸਿਧਾਂਤ ਅਨੁਸਾਰ ਸਕੈਫੋਲਡਿੰਗ ਕੀ ਹੈ। ਤਾਂ ਸਕੈਫੋਲਡਿੰਗ ਕੀ ਹੈ, ਵਿਦਿਆਰਥੀਆਂ ਨੂੰ ਗਿਆਨ ਤੇ ਹੁਨਰ ਹਾਸਲ ਕਰਨ ਲਈ ਸਹਾਇਤਾ ਕਰਨਾ ਜੋ ਆਪਣੇ ਆਪ ਨਹੀਂ ਸਿੱਖ ਸਕਦੇ। ਦੇਖੋ ਉਹੀ ਗੱਲ ਆ ਗਈ, ZPD ਆਪਾਂ ਨੇ ਕੀ ਦੱਸੀ ਸੀ ਵੀ ਅਜਿਹੇ ਕੰਮ ਨੇ ਜੋ ਬੱਚੇ ਖੁਦ ਨਹੀਂ ਕਰ ਸਕਦੇ ਉਹ ਕਿਸੇ ਦੀ ਸਹਾਇਤਾ ਦੇ ਨਾਲ ਕਰਨਗੇ, ਸਮਝ ਗਏ ਵੀ ਉਹ ਕਿਸੇ ਦੀ ਜਦੋਂ ਹੈਲਪ ਲੈ ਲੈਣਗੇ ਫਿਰ ਉਹ ਕਰ ਦੇਣਗੇ। ਤਾਂ ਇੱਕ ਅਜਿਹਾ ਜ਼ੋਨ ਸੀ, ਠੀਕ ਹੈ, ਇਸ ਦਾ ਉਦੇਸ਼ ਕੀ ਸੀ ਵੀ ਉਹ ਆਪਣੇ ਆਪ ਜਿਹੜਾ ਕੰਮ ਨਹੀਂ ਕਰ ਸਕਦੇ ਉਹਦੇ 'ਚ ਸਹਾਇਤਾ ਦੇਣੀ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ, ZPD ਦੀ ਫੁੱਲ ਫਾਰਮ ਫੇਰ ਪੁੱਛ ਰਹੀ ਹੈ ਇਹਨਾਂ ਨੇ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ, ਕਾਫੀ ਹੈ ਚਲੋ ਠੀਕ ਹੈ, ਪਿਆਜੇ ਬਾਰੇ ਆਪਾਂ ਹੁਣ ਡਿਸਕਸ ਕਰਾਂਗੇ ਨੈਕਸਟ ਸਲਾਈਡ ਦੇ ਉੱਤੋਂ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀਨ ਪਿਆਜੇ ਦੀ। ਜੀਨ ਪਿਆਜੇ ਇੱਕ ਸਾਈਕੋਲੋਜਿਸਟ ਸੀ ਜੋ ਕਿ ਰਚਨਾਵਾਦੀ ਸੀ, ਠੀਕ ਹੈ, ਤਾਂ ਕੰਸਟਰਕਟਿਵਿਜ਼ਮ ਦੇ ਵਿੱਚ ਇਹ ਵਿਸ਼ਵਾਸ ਰੱਖਦਾ ਸੀ। ਤਾਂ ਇਸ ਦੀ ਜਿਹੜੀ ਥਿਊਰੀ ਹੈ ਇਸ ਦਾ ਨਾਮ ਹੈ ਜੀ ਬੋਧਾਤਮਕ ਵਿਕਾਸ, ਯਾਨੀ ਕਿ ਕੋਗਨੀਟਿਵ ਡਿਵੈਲਪਮੈਂਟ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਇੰਟੈਲੈਕਚੁਅਲ ਡਿਵੈਲਪਮੈਂਟ ਵੀ ਇਸ ਨੂੰ ਕਈ ਵਾਰ ਕਹਿ ਦਿੱਤਾ ਜਾਂਦਾ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਤਾਂ ਮੇਨ ਗੱਲ ਆਪਾਂ ਕਰਦੇ ਹਾਂ, ਇਹ ਗੱਲ ਕਰਦਾ ਸੀ ਕੋਗਨੀਸ਼ਨ ਦੀ। ਤਾਂ ਕੋਗਨੀਸ਼ਨ ਕੀ ਹੈ, ਪਹਿਲਾਂ ਤਾਂ ਆਪਾਂ ਕੋਗਨੀਸ਼ਨ ਨੂੰ ਸਮਝ ਲੈਂਦੇ ਹਾਂ, ਠੀਕ ਹੈ ਜੀ। ਤਾਂ ਦੇਖੋ ਕੋਗਨੀਸ਼ਨ ਯਾਨੀ ਕਿ ਗਿਆਨ, ਇਸ ਦੇ ਵਿੱਚ ਸਾਡੀਆਂ ਮੈਂਟਲ ਸਕਿੱਲਸ ਇਨਵੋਲਵ ਨੇ, ਮੈਮਰੀ, ਥਿੰਕਿੰਗ, ਪਰਸੈਪਸ਼ਨ, ਇਮੈਜੀਨੇਸ਼ਨ, ਅਟੈਂਸ਼ਨ, ਇਹ ਸਭ ਚੀਜ਼ਾਂ ਦਾ ਸਮੂਹ ਕੋਗਨੀਸ਼ਨ ਹੈ। ਤਾਂ ਕਹਿ ਲਓ ਇਹ ਸਭ ਚੀਜ਼ਾਂ ਕੋਗਨੀਸ਼ਨ ਦਾ ਹਿੱਸਾ ਨਹੀਂ। ਬੱਚਿਆਂ ਨੂੰ ਛੋਟੇ ਵਿਗਿਆਨਿਕ ਆਖਦੇ, ਮਤਲਬ ਕਿ ਬੱਚੇ ਨੇ ਜਿਹੜੇ ਉਹ ਆਪਣੀ ਜਿਹੜੇ ਗਿਆਨ ਹੈ ਉਸ ਨੂੰ ਕੰਸਟਰਕਟ ਕਰਦੇ ਨੇ, ਉਸ ਦੀ ਰਚਨਾ ਉਹ ਖੁਦ ਕਰਦੇ ਨੇ। ਜਿਵੇਂ ਵਿਗਿਆਨੀ ਕੋਈ ਚੀਜ਼ਾਂ ਬਣਾਉਂਦਾ ਹੈ, ਇਸੇ ਤਰ੍ਹਾਂ ਬੱਚੇ ਆਪਣੇ ਗਿਆਨ ਨੂੰ ਆਪ ਬਣਾਉਂਦੇ ਨੇ, ਠੀਕ ਹੈ। ਇਸ ਚੀਜ਼ ਦੀ ਇਹ ਗੱਲ ਕਰਦਾ ਹੈ, ਲਿਟਲ ਸਾਇੰਟਿਸਟ ਆਖਦੇ ਉਹਨਾਂ ਨੂੰ, ਠੀਕ ਹੈ। ਗਿਆਨ ਦੀ ਰਚਨਾ ਉਹ ਖੁਦ ਕਰਦੇ ਨੇ। ਅਤੇ ਜਿਹੜਾ ਇਹ ਪਿਆਜੇ ਸੀ ਮੇਨ ਤੌਰ 'ਤੇ ਇਹ 4 ਫੈਕਟਰ ਦੀ ਗੱਲ ਕਰਦਾ ਹੈ, 4 ਤੱਤ ਡਿਸਕਸ ਕਰਦਾ ਹੈ। ਨੰਬਰ 1 ਮੈਚੂਰੇਸ਼ਨ ਯਾਨੀ ਕਿ ਪਰਿਪੱਕਤਾ, ਐਕਸਪੀਰੀਅੰਸ ਯਾਨੀ ਕਿ ਅਨੁਭਵ, ਸੋਸ਼ਲ ਇੰਟਰੈਕਸ਼ਨ, ਸਮਾਜਿਕ ਅੰਤਰ ਸੰਬੰਧਤਾ, ਅਤੇ ਇਕੁਅਲੀਬਰੀਅਮ ਦੀ ਗੱਲ ਕਰਦਾ ਹੈ। ਇਕੁਅਲੀਬਰੀਅਮ ਇੰਪੋਰਟੈਂਟ ਹੈ ਕਿਉਂਕਿ ਅੱਗੇ ਇਸ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਇੱਕ ਤਾਂ ਹੁੰਦੀ ਹੈ ਅਡੋਪਟੇਸ਼ਨ, ਇੱਕ ਹੈ ਔਰਗੇਨਾਈਜੇਸ਼ਨ ਯਾਨੀ ਕਿ ਸੰਗਠਨ ਅਤੇ ਅਨੁਕੂਲਨ। ਜਿਹੜਾ ਅਨੁਕੂਲਨ ਹੈ ਇਸ ਨੂੰ ਅੱਗੇ ਫਿਰ 2 ਭਾਗਾਂ 'ਚ ਵੰਡਤਾ, ਇੱਕ ਤਾਂ ਅਸੀਮੀਲੇਸ਼ਨ ਹੈ, ਇੱਕ ਅਕੋਮੋਡੇਸ਼ਨ ਹੈ। ਅੱਗੇ ਇਹਨਾਂ ਨੂੰ ਵੀ ਆਪਾਂ ਡਿਟੇਲ ਦੇ ਵਿੱਚ ਸਮਝਾਂਗੇ ਕਿਉਂਕਿ ਇੱਥੇ ਤੋਂ ਹੀ ਕੁਐਸਚਨ ਬਣਦਾ ਹੈ, ਠੀਕ ਹੈ। ਇੱਥੇ ਤੋਂ ਕੁਐਸਚਨ ਬਣਦਾ ਹੈਗਾ ਵੀ ਅਕੋਮੋਡੇਸ਼ਨ ਕੀ ਹੈ, ਅਸੀਮੀਲੇਸ਼ਨ ਕੀ ਹੈ, ਠੀਕ ਹੈ। ਇਸ ਚੀਜ਼ ਨੂੰ ਆਪਾਂ ਹੁਣ ਡਿਟੇਲ ਦੇ ਵਿੱਚ ਸਮਝਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਅਸੀਮੀਲੇਸ਼ਨ ਨੂੰ ਸਮਝੋ। ਅਸੀਮੀਲੇਸ਼ਨ ਦਾ ਆਪਾਂ ਮਤਲਬ ਪੰਜਾਬੀ ਦਾ ਟਰਾਂਸਲੇਸ਼ਨ ਆਤਮਸਾਤ ਕਹਿ ਸਕਦੇ ਹਾਂ ਨਾ। ਤਾਂ ਕੁਝ ਜੋੜਨਾ ਯਾਨੀ ਕਿ ਐਡ ਸਮਥਿੰਗ ਇਨ ਐਗਜ਼ਿਸਟਿੰਗ ਨੌਲੇਜ, ਮਤਲਬ ਕਿ ਜਿਹੜਾ ਪਹਿਲਾਂ ਵਾਲਾ ਗਿਆਨ ਹੈਗਾ ਸੀ ਨਾ ਉਹਦੇ ਨਾਲ ਹੀ ਕੁਛ ਜੋੜਤਾ, ਸਮਝ ਰਹੇ ਹੋ ਵੀ ਉਸ ਦੇ ਨਾਲ ਹੀ ਕੁਝ ਜੋੜਤਾ। ਤਾਂ ਇਸ ਦੇ ਵਿੱਚ ਇੱਕ ਇਹ ਮੇਨ ਗੱਲ ਕਰਦਾ ਹੈ ਸਕੀਮਾਂ ਦੀ, ਠੀਕ ਹੈ। ਜੇਕਰ ਪੁੱਛਿਆ ਵੀ ਸਕੀਮਾਂ ਦੀ ਗੱਲ ਕੌਣ ਕਰਦਾ, ਇਹ ਇੱਕ ਕਨਸੈਪਟ, ਇੱਕ ਟਰਮ ਦਿੰਦਾ ਸਕੀਮਾ। ਸਕੀਮਾ ਕੀ ਇੱਕ ਸਟਰਕਚਰ ਬਣਿਆ ਹੋਇਆ ਨੌਲੇਜ ਦਾ, ਮਤਲਬ ਕਿ ਬੋਧਾਤਮਕ ਜਿਹੜੀਆਂ ਆਪਣੀਆਂ ਕਿਰਿਆਵਾਂ ਨੇ ਨਾ ਉਹਨਾਂ ਦਾ ਇੱਕ ਸਟਰਕਚਰ ਬਣਿਆ ਹੋਇਆ ਹੈ, ਠੀਕ ਹੈ। ਤਾਂ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਆਰਗੇਨਾਈਜ਼ਡ ਸੈੱਟ ਆਫ ਇਨਫੋਰਮੇਸ਼ਨ ਹੈ, ਪੈਕਟ ਆਫ ਇਨਫੋਰਮੇਸ਼ਨ ਹੈ, ਬੇਸਿਕ ਫੰਕਸ਼ਨਲ ਯੂਨਿਟ ਹੈ ਇਹ ਇੱਕ, ਠੀਕ ਹੈ। ਅਤੇ ਕਹਿ ਸਕਦੇ ਹਾਂ ਕਿ ਇੱਕ ਬੇਸਿਕ ਫੰਕਸ਼ਨਲ ਯੂਨਿਟ ਆਫ ਵਨਜ਼ ਕੋਗਨੀਟਿਵ ਸਟਰਕਚਰ। ਤਾਂ ਇਹ ਇੱਕ ਇਹਦਾ ਪੂਰਾ ਸਟਰਕਚਰ ਬਣਿਆ ਹੋਇਆ। ਗੱਲ ਕੁੱਲ ਮਿਲਾ ਕੇ ਸਮਝੋ, ਸਕੀਮਾ ਇੱਕ ਅਜਿਹੀ ਚੀਜ਼ ਹੈ ਜਿਹਦੇ ਵਿੱਚ ਆਪਣੀਆਂ ਨੌਲੇਜ, ਆਪਣੀਆਂ ਕਹਿ ਸਕਦੇ ਹਾਂ ਇਨਫੋਰਮੇਸ਼ਨ ਭਰੀ ਪਈ ਹੈ ਅਤੇ ਉਹ ਆਪਣੀ ਫਿੱਟ ਹੈ, ਠੀਕ ਹੈ। ਤਾਂ ਇਹ ਕੀ ਹੈ, ਇੱਕ ਕੋਗਨੀਟਿਵ ਸੰਰਚਨਾ ਹੈ, ਠੀਕ ਹੈ। ਤਾਂ ਕਹਿ ਸਕਦੇ ਹਾਂ ਬੌਧਿਕ ਇੱਕ ਸੰਰਚਨਾ ਹੈ। ਅਸੀਮੀਲੇਸ਼ਨ ਦੇ ਵਿੱਚ ਇਹਦੀ ਗੱਲ ਕੀਤੀ ਹੈ। ਅਸੀਮੀਲੇਸ਼ਨ ਕੀ ਹੈ ਕਿ ਆਪਾਂ ਕੁਛ ਨਾਲ ਜੋੜਤਾ, ਕਾਹਦੇ ਜਿਹੜੀ ਨੌਲੇਜ ਆਪਣੇ ਕੋਲ ਪਹਿਲਾਂ ਪਈ ਸੀ ਉਹਦੇ ਨਾਲ ਆਪਾਂ ਨੇ ਅਸੀਮੀਲੇਟ ਕਰ ਲਿਆ। ਹੁਣ ਗੱਲ ਆ ਗਈ ਅਕੋਮੋਡੇਸ਼ਨ ਦੀ। ਅਕੋਮੋਡੇਸ਼ਨ ਕੀ ਸਮਾਯੋਜਨ ਹੈ, ਠੀਕ ਹੈ। ਤਾਂ ਬਦਲਾਵ
ਪਹਿਲਾਂ ਵਾਲੀ ਨੌਲੇਜ ਦੇ ਨਾਲ ਕੁਛ ਨੂੰ ਜੋੜਿਆ ਨਹੀਂ, ਉਸ ਨੂੰ ਕੱਢ ਕੇ ਪਰਾਂ ਮਾਰਿਆ, ਉੱਥੇ ਕੁਛ ਹੋਰ ਰੱਖ ਲਿਆ। ਠੀਕ ਹੈ, ਤਾਂ ਸਿੰਪਲ ਜੀ ਗੱਲ ਹੈ, ਤਬਦੀਲ ਕਰਕੇ ਰੂਪ ਬਦਲਣਾ। ਠੀਕ ਹੈ, ਤਾਂ ਚੇਂਜਸ, ਐਡਜਸਟਮੈਂਟ, ਮੋਡੀਫਿਕੇਸ਼ਨ, ਮੈਨੂਪਲੇਟ। ਠੀਕ ਹੈ, ਇਹ ਸਭ ਚੀਜ਼ਾਂ ਅਕੋਮੋਡੇਸ਼ਨ ਦਾ ਹਿੱਸਾ ਨੇ। ਠੀਕ ਹੈ, ਤਾਂ ਇਹਨਾਂ ਨੂੰ ਤੁਸੀਂ ਯਾਦ ਇੱਦਾਂ ਹੀ ਕਰੋਗੇ। ਨੈਕਸਟ ਗੱਲ, ਜੋ ਪਿਆਜੇ ਦੀ ਥਿਊਰੀ ਹੈ, ਤਾਂ ਪਿਆਜੇ ਨੇ ਥਿਊਰੀ ਨੂੰ ਆਪਣੀ ਨੂੰ 4 ਭਾਗਾਂ ਦੇ ਵਿੱਚ ਜੋ ਵੰਡੇ ਹੈ, ਉਹ 4 ਭਾਗਾਂ ਦੇ ਵਿੱਚੋਂ ਕੁਐਸਚਨ ਬਣ ਜਾਂਦਾ ਹੈ। ਤਾਂ ਦੇਖੋ ਗੱਲ ਸੁਣੋ, ਜਿਹੜਾ ਪਿਆਜੇ ਸੀ ਇਹ ਕੋਗਨੀਟਿਵ ਦੀ ਗੱਲ ਕਰਦਾ ਸੀ, ਕੋਗਨੀਟਿਵ ਡਿਵੈਲਪਮੈਂਟ ਦੀ ਗੱਲ ਕਰਦਾ ਸੀ। ਅਤੇ ਇੱਕ ਤੁਹਾਨੂੰ ਇਹ ਪੁੱਛਿਆ ਸਕਦਾ ਵੀ ਕੋਗਨੀਟਿਵ ਡਿਵੈਲਪਮੈਂਟ ਨੂੰ ਸਟੇਜਾਂ ਦੇ ਵਿੱਚ ਕਿਹਨੇ ਵੰਡਿਆ, ਤਾਂ ਉਹ ਪਿਆਜੇ ਨੇ ਵੰਡਿਆ। ਠੀਕ ਹੈ, ਤਾਂ ਇਹਦੀਆਂ ਸਟੇਜਾਂ ਕਿਹੜੀਆਂ ਕਿਹੜੀਆਂ ਨੇ? ਪਹਿਲੀ ਸਟੇਜ ਹੈ ਜਿਹੜੀ ਉਹ ਸੈਂਸਰੀ ਮੋਟਰ ਹੈ। ਠੀਕ ਹੈ, ਇਹ ਛੋਟਾ ਬੱਚਾ ਹਲੇ। ਉਸ ਤੋਂ ਬਾਅਦ ਥੋੜ੍ਹਾ ਜਿਹਾ ਵੱਡਾ ਹੋ ਗਿਆ, ਸੈਕਿੰਡ ਸਟੇਜ ਦੇ ਵਿੱਚ ਚਲਾ ਗਿਆ ਉਹ ਪਰੀ ਆਪਰੇਸ਼ਨਲ। ਉਸ ਤੋਂ ਬਾਅਦ ਕਹਿ ਸਕਦੇ ਹਾਂ ਥਰਡ ਸਟੇਜ ਦੇ ਵਿੱਚ ਉਹ ਥੋੜ੍ਹਾ ਜਿਹਾ ਹੋਰ ਵੱਡਾ ਹੋਇਆ, ਜਿਹਨੂੰ ਆਪਾਂ ਨੇ ਕੰਕਰੀਟ ਕਹਿਤਾ। ਠੀਕ ਹੈ, ਨੈਕਸਟ ਆਪਾਂ ਨੇ ਫਾਰਮਲ ਕਹਿਤਾ। ਤਾਂ ਇਹਨਾਂ ਨੂੰ ਆਪਾਂ ਹੁਣ ਡਿਟੇਲ ਦੇ ਵਿੱਚ ਸਮਝਦੇ ਹਾਂ ਇਕੱਲੀ ਇਕੱਲੀ ਸਟੇਜ ਨੂੰ। ਠੀਕ ਹੈ ਜੀ, ਤਾਂ ਸੈਂਸਰੀ ਮੋਟਰ ਸਟੇਜ, ਤਾਂ ਸੈਂਸਰੀ ਮੋਟਰ ਸਟੇਜ ਜਿਹੜੀ ਇਹ ਸੰਵੇਦੀ ਗਤੀ ਕਹਿ ਸਕਦੇ ਹਾਂ, 0 ਤੋਂ 2 ਸਾਲ ਤੱਕ ਦੀ ਏਜ ਇਸ ਦੇ ਵਿੱਚ ਕੰਸੀਡਰ ਕੀਤੀ ਜਾਂਦੀ ਹੈ। ਤਾਂ ਰਿਫਲੈਕਸ ਐਕਸ਼ਨ ਇਸ ਦੇ ਵਿੱਚ ਆ ਜਾਂਦੇ ਨੇ, ਗੋਲ ਟਰੈਕ ਮਤਲਬ ਕਿ ਇਹਨੀ ਚੀਜ਼ਾਂ ਨੇ ਉਹਨਾਂ ਨੂੰ ਦੇਖਣਾ ਸ਼ੁਰੂ ਕਰਦਾ ਉਹ। ਠੀਕ ਹੈ, ਤਾਂ ਆਬਜੈਕਟ ਪਰਮਾਨੈਂਸ ਪੁੱਛਿਆ ਜਾਂਦਾ ਵੀ ਕਿਹਦੇ 'ਚ ਆਉਂਦੀ ਹੈ, ਤਾਂ ਇਹ ਸੈਂਸਰੀ ਮੋਟਰ ਦੇ ਵਿੱਚ ਆਉਂਦੀ ਹੈ। ਇਮੈਜੀਨੇਸ਼ਨ, ਗ੍ਰੈਸਪਿੰਗ, ਸਕਿੰਗ, ਮਤਲਬ ਕਿ ਉਹ ਚੀਜ਼ਾਂ ਨੂੰ ਪਕੜਨਾ ਸ਼ੁਰੂ ਕਰਦਾ, ਉਹਨਾਂ ਨੂੰ ਮੂੰਹ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਸੈਂਸਸ ਤੋਂ ਸਿੱਖਦਾ ਉਹ। ਠੀਕ ਹੈ, ਇਹ ਚੀਜ਼ ਨੂੰ ਧਿਆਨ ਵਿੱਚ ਰੱਖੋਗੇ ਤੁਸੀਂ, ਉਹ ਸੈਂਸ ਤੋਂ ਸਿੱਖ ਰਿਹਾ, ਸੈਂਸ ਉਹਦੇ ਟੀਚਰ ਦਾ ਕੰਮ ਕਰ ਰਹੇ ਨੇ, ਮਤਲਬ ਕਿ ਉਹ ਜਿਹੜੀਆਂ ਉਹਦੀਆਂ ਸੈਂਸਸ ਨੇ ਨਾ, ਸੰਵੇਦਨਾਵਾਂ ਨੇ, ਉਹਨਾਂ ਤੋਂ ਸਿੱਖ ਰਿਹਾ ਉਹ। ਇਸ ਅਵਸਥਾ ਦੇ ਅੰਤ 'ਤੇ ਉਹ ਥੋੜ੍ਹੀਆਂ ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ 0 ਤੋਂ 2 ਸਾਲਾਂ ਦੇ ਵਿੱਚ ਬਹੁਤ ਫਰਕ ਹੈ। ਉਹ 2 ਸਾਲਾਂ ਦੇ ਵਿੱਚ ਉਹ 'ਚ ਬਹੁਤ ਚੇਂਜ ਆਉਣਗੇ, ਤਾਂ ਇਹ ਸਭ ਚੀਜ਼ਾਂ ਨੂੰ ਆਪਾਂ ਨੇ ਸੈਂਸਰੀ ਮੋਟਰ ਦੇ ਵਿੱਚ ਕਵਰ ਕੀਤਾ ਹੈ। ਸੈਕਿੰਡ ਸਟੇਜ ਆਪਾਂ ਸਮਝਦੇ ਹਾਂ ਪਰੀ ਆਪਰੇਸ਼ਨਲ ਸਟੇਜ, ਯਾਨੀ ਕਿ ਪੂਰਵ ਕਿਰਿਆਵਾਂ ਦੀ ਇੱਕ ਅਵਸਥਾ। ਇਹਨੂੰ 2 ਤੋਂ 6 ਜਾਂ 7 ਸਾਲ ਤੱਕ ਮੰਨਿਆ ਜਾਂਦਾ। ਠੀਕ ਹੈ ਜੀ, ਪਰੀ ਸਕੂਲ ਏਜ ਹੈ ਇਹ। ਈਗੋਸੈਂਟਰਿਜ਼ਮ, ਇਹ ਇੱਕ ਇੰਪੋਰਟੈਂਟ ਚੀਜ਼ ਹੈ ਜੀ। ਤਾਂ ਪਿਆਜੇ ਕਿਸ ਚੀਜ਼ ਦੀ ਗੱਲ ਕਰੂਗਾ, ਇਹ ਕਹੂਗਾ ਵੀ ਬੱਚਾ ਜਿਹੜਾ ਉਹ ਆਪਣੇ ਆਪ ਨਾਲ ਗੱਲਾਂ ਜਿਹੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਜਿਹਨੂੰ ਉਹ ਈਗੋਸੈਂਟਰਿਕ ਸਪੀਚ ਆਖ ਰਿਹਾ ਹੈ। ਠੀਕ ਹੈ, ਤਾਂ ਇਰਰਿਵਰਸੀਬਲ ਹੁੰਦਾ, ਹਲੀ ਚੀਜ਼ਾਂ ਨੂੰ ਉਹ ਉਲਟਾ ਨਹੀਂ ਸੋਚਦਾ। ਅੰਦਰੂਨੀ ਹੰਕਾਰੀ ਭਾਸ਼ਣ, ਪੂਰਵ ਸਕੂਲ ਉਮਰ ਕਹਿ ਸਕਦੇ ਹਾਂ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਪਰੀ ਆਪਰੇਸ਼ਨਲ ਸਟੇਜ ਦੇ ਵਿੱਚ ਆਉਂਦੀਆਂ ਨੇ। ਸੈਂਟਰੇਸ਼ਨ, ਉਹ ਸਮਝਦਾ ਹੈ ਵੀ ਇੱਕ ਚੀਜ਼ ਇੱਕੋ ਕੰਮ ਆਉਂਦੀ ਹੈ, ਵੀ ਜਿਹੜਾ ਥੱਪੜ ਹੈ ਉਹਨੂੰ ਨਹੀਂ ਲੱਗਦਾ ਵੀ ਥੱਪੜ ਸਿਰਫ ਮੂੰਹ 'ਤੇ ਪੈਣ ਵਾਸਤੇ ਹੈ, ਇਹ ਹੋਰ ਕੰਮ ਨਹੀਂ ਆਉਂਦਾ। ਠੀਕ ਹੈ, ਲੈਕ ਆਫ ਕੰਜ਼ਰਵੇਸ਼ਨ, ਮਤਲਬ ਕਿ ਵੱਧ ਘੱਟ ਚੀਜ਼ਾਂ ਨੂੰ ਉਹ ਨਹੀਂ ਸਮਝ ਪਾ ਰਿਹਾ ਇਸ ਸਟੇਜ ਦੇ ਵਿੱਚ। ਅਤੇ ਇੱਕ ਐਨੀਮਿਜ਼ਮ ਦੀ ਗੱਲ ਆਉਂਦੀ ਹੈ, ਸਿੰਬੋਲਿਕ ਥਾਟਸ ਦੀ ਗੱਲ ਆਉਂਦੀ ਹੈ। ਤਾਂ ਇਹ ਸਭ ਚੀਜ਼ਾਂ ਪਰੀ ਆਪਰੇਸ਼ਨਲ ਸਟੇਜ ਦੇ ਵਿੱਚ ਕਵਰ ਹੁੰਦੀਆਂ ਨੇ। ਇਹਨੂੰ ਵੀ ਅੱਗੇ 2 ਭਾਗਾਂ ਦੇ ਵਿੱਚ ਵੰਡੀਏ ਤਾਂ ਇੱਕ ਭਾਗ ਬਣਦਾ ਜਿਹਦੇ 'ਚ ਉਹਦੇ ਕਨਸੈਪਟ ਹਾਲੇ ਬਣੇ ਨਹੀਂ। ਇੱਕ ਦੇ ਵਿੱਚ ਉਹਨੇ ਪ੍ਰਸ਼ਨ ਪੁੱਛਣਾ ਸ਼ੁਰੂ ਕਰਤਾ, ਸਮੱਸਿਆਵਾਂ ਨੂੰ ਦੱਸਣਾ ਸ਼ੁਰੂ ਕਰਤਾ, ਉਹਦੇ ਕਨਸੈਪਟ ਬਣ ਗਏ। ਨੈਕਸਟ ਥਰਡ ਸਟੇਜ ਆਉਂਦੀ ਹੈ ਕੰਕਰੀਟ ਆਪਰੇਸ਼ਨਲ ਸਟੇਜ। ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ ਕੀ ਹੈ ਕਿ ਉਹ ਮੂਰਤ ਅਵਸਥਾ ਹੈ ਇੱਕ। ਠੀਕ ਹੈ, ਮੂਰਤ ਕਿਰਿਆਵਾਂ ਦੀ ਇੱਕ ਅਵਸਥਾ ਹੈ। ਇਹਨੂੰ 7 ਤੋਂ 11 ਸਾਲ ਤੱਕ ਮੰਨਿਆ ਗਿਆ ਹੈ। ਇਹਦੇ ਵਿੱਚ ਤਰਕ ਆਉਣਾ ਸ਼ੁਰੂ ਹੋ ਜਾਂਦਾ ਹੈ, ਤਰਕਸ਼ੀਲ ਸ਼ੈਲੀ, ਯਾਨੀ ਕਿ ਲੌਜੀਕਲ ਥਾਟਸ ਆਉਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਿਨਾਂ ਕਹਿ ਸਕਦੇ ਹਾਂ ਇਹਦੇ 'ਚ ਉਹ ਉਲਟਾ ਸੋਚਣਾ ਸ਼ੁਰੂ ਕਰ ਦਿੰਦਾ। ਉਹੀ ਗੱਲ ਮਤਲਬ ਕਿ ਪਰੀ ਆਪਰੇਸ਼ਨਲ ਦੇ ਜਿਹੜੀਆਂ ਚੀਜ਼ਾਂ ਨਹੀਂ ਸੀ ਉਹ ਸਭ ਇਹਦੇ 'ਚ ਆ ਕੇ ਹੋ ਗਈਆਂ। ਠੀਕ ਹੈ, ਉਹਦੇ ਵਿੱਚ ਕੀ ਸੀ, ਉਹ ਰਿਵਰਸ ਕਰ ਨਹੀਂ ਸਕਦਾ ਚੀਜ਼ ਨੂੰ, ਤਾਂ ਇਹਦੇ 'ਚ ਰਿਵਰਸ ਕਰਨਾ ਸ਼ੁਰੂ ਕਰਤਾ। ਡੀਸੈਂਟਰੇਸ਼ਨ ਹੋ ਗਈ। ਠੀਕ ਹੈ, ਕੰਜ਼ਰਵੇਸ਼ਨ ਸ਼ੁਰੂ ਹੋ ਗਈ, ਮਤਲਬ ਕਿ ਕਹਿ ਸਕਦੇ ਹਾਂ ਵੀ ਉਹਦੇ 'ਚ ਉਹ ਅਲੱਗ-ਅਲੱਗ ਪੱਖਾਂ ਨੂੰ ਦੇਖਣ ਦੀ ਸੁਰਤ ਆ ਗਈ ਉਹਨੂੰ, ਹੈ ਨਾ। ਕਲਾਸੀਫਿਕੇਸ਼ਨ, ਸੀਰੀਏਸ਼ਨ, ਟ੍ਰਾਂਸਟੀਵਿਟੀ, ਇਹ ਸਭ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਆਉਣਗੀਆਂ, ਇਸ ਸਟੇਜ ਦੇ ਵਿੱਚ ਆਉਣਗੀਆਂ। ਨੈਕਸਟ ਆਪਾਂ ਗੱਲ ਕਰਨੀ ਇਸ ਦੀ ਫੋਰਥ ਸਟੇਜ ਹੈ ਜਿਹੜੀ। ਫੋਰਥ ਸਟੇਜ ਕੀ ਹੈ? ਫਾਰਮਲ ਆਪਰੇਸ਼ਨਲ ਸਟੇਜ। ਇਹਦੇ ਵਿੱਚੋਂ ਸਵਾਲ ਕਿਵੇਂ ਪੁੱਛਿਆ ਜਾਂਦਾ ਹੈ ਕਿ ਅਬਸਟਰੈਕਟ ਥਿੰਕਿੰਗ ਕਿਸ ਸਟੇਜ ਦੇ ਵਿੱਚ ਆ ਜਾਂਦੀ ਹੈ, ਤਾਂ ਇਹ ਫੋਰਥ ਸਟੇਜ ਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਹਾਈਪੋਥੈਸਿਸ, ਪਰਿਕਲਪਨਾ ਕਰਨੀ ਸ਼ੁਰੂ ਕਰ ਦਿੰਦਾ ਹੈ, ਅਤੇ ਡਿਟੈਕਟਿਵ ਰੀਜਨਿੰਗ ਉਸ ਦੇ ਵਿੱਚ ਆ ਜਾਂਦੀ ਹੈ, ਮਤਲਬ ਕਿ ਨਿਗਮਨ ਤਰਕ ਉਸ ਦੇ ਵਿੱਚ ਆ ਜਾਂਦਾ। ਇਹ ਸਭ ਚੀਜ਼ਾਂ ਨੂੰ ਸਮਝ ਲਿਓ। ਠੀਕ ਹੈ, ਤਾਂ ਇਹ 11 ਸਾਲ ਤੋਂ ਉੱਪਰ ਦੀ ਇੱਕ ਅਵਸਥਾ ਹੈ। ਠੀਕ ਹੈ, ਅਡੋਲਸੈਂਸ ਏਜ, ਇਮੈਜੀਨੇਸ਼ਨ, ਫੁੱਲ ਐਨਰਜੀ, ਉਹ ਸਭ ਇਸ ਸਟੇਜ ਦੇ ਵਿੱਚ ਆ ਕੇ ਹੁੰਦਾ ਹੈ। ਠੀਕ ਹੈ, ਆਪਾਂ ਨਾਲ ਉਹਦੇ ਨਾਲ ਵੀ ਕੰਸੀਡਰ ਕੀਤਾ ਇਹਨਾਂ ਨੂੰ ਵੀ ਉੱਧਰੋਂ ਕਿਸ਼ੋਰ ਅਵਸਥਾ ਜਿਹੜੀ ਆਪਾਂ ਡਿਸਕਸ ਕਰਕੇ ਆਏ ਹਾਂ, ਅਤੇ ਉਦੋਂ ਵਾਲੀ ਏਜ ਨੂੰ ਇਹਨੇ ਫਾਰਮਲ ਆਪਰੇਸ਼ਨਲ ਸਟੇਜ ਦਾ ਨਾਂ ਦਿੱਤਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਪਿਆਜੇ ਨੂੰ ਆਪਾਂ ਭਾਸ਼ਾ ਬਾਰੇ ਕਿਵੇਂ ਭੁੱਲ ਸਕਦੇ ਹਾਂ। ਆਪਾਂ ਇਹ ਕਿਵੇਂ ਭੁੱਲ ਸਕਦੇ ਹਾਂ, ਪਿਆਜੇ ਨੇ ਭਾਸ਼ਾ ਬਾਰੇ ਵੀ ਕੁਛ ਕਿਹਾ। ਤਾਂ ਇਹ ਕਹਿੰਦਾ ਪਹਿਲਾਂ ਥਾਟਸ ਆਉਂਦੇ ਨੇ, ਫਿਰ ਲੈਂਗੁਏਜ ਆਉਂਦੀ ਹੈ। ਠੀਕ ਹੈ, ਈਗੋਸੈਂਟਰਿਕ ਸਪੀਚ ਦੀ ਗੱਲ ਕਰਦਾ ਇਹ ਬੱਚਾ, ਆਪਣੇ ਆਪ ਨਾਲ ਗੱਲਾਂ ਜਿਹੀਆਂ ਕਰ ਜਾਂਦਾ ਹੈ, ਇਹ ਉਸਦੀ ਈਗੋ ਹੈ, ਤਾਂ ਇਹਨੂੰ ਇਹ ਈਗੋਸੈਂਟਰਿਕ ਸਪੀਚ ਆਖਦਾ ਹੈ। ਅਤੇ ਕਹਿੰਦਾ ਇਹਦਾ ਕੋਈ ਰੋਲ ਨਹੀਂ ਹੈਗਾ ਡਿਵੈਲਪਮੈਂਟ ਦੇ ਵਿੱਚ। ਕੋਗਨੀਟਿਵ ਡਿਵੈਲਪਮੈਂਟ ਇਜ਼ ਇੰਡੀਪੈਂਡੈਂਟ ਫਰੋਮ ਲੈਂਗੁਏਜ, ਭਾਸ਼ਾ ਤੋਂ ਸੁਤੰਤਰ ਕਿਹਾ ਇਹਨੇ ਕੋਗਨੀਟਿਵ ਡਿਵੈਲਪਮੈਂਟ ਨੂੰ। ਰੈਡੀਕਲ ਕੰਸਟਰਕਸ਼ਨ ਕੀ ਹੈ? ਲੈਂਗੁਏਜ ਨੂੰ। ਤਾਂ ਇਹ ਚੀਜ਼ਾਂ ਨੇ, ਇਹ ਕੁਝ ਗੱਲਾਂ ਸੀ ਪਿਆਜੇ ਬਾਰੇ ਜੋ ਸਮਝਣੀਆਂ ਮੋਸਟ ਇੰਪੋਰਟੈਂਟ ਸੀ। ਤਾਂ ਹੁਣ ਅਸੀਂ ਨੈਕਸਟ ਥਿਊਰੀ 'ਤੇ ਚੱਲਦੇ ਹਾਂ।
ਤਾਂ ਹੁਣ ਅਸੀਂ ਗੱਲ ਕਰਦੇ ਹਾਂ ਰਿਕਸਨ ਦੀ। ਇਸ ਦੀ ਥਿਊਰੀ ਵੀ ਮੋਸਟ ਇੰਪੋਰਟੈਂਟ ਹੈ ਅਤੇ ਕਾਫੀ ਸਟੇਜਾਂ ਇਹਨੇ ਦੱਸੀਆਂ ਨੇ, 8 ਸਟੇਜਾਂ ਦੱਸੀਆਂ ਨੇ ਪੂਰੀਆਂ। ਤਾਂ ਆਪਾਂ ਇਹਨਾਂ ਨੂੰ ਸੰਖੇਪ ਦੇ ਵਿੱਚ ਟੂ ਦਾ ਪੁਆਇੰਟ ਸਮਝਦੇ ਚੱਲਾਂਗੇ। ਤਾਂ ਦੇਖੋ ਜੀ, ਇਹ ਜੋ ਰਿਕਸਨ ਸੀ ਇਹ ਇੱਕ ਜਰਮਨ ਦਾ ਸਾਈਕੋਲੋਜਿਸਟ ਸੀ, ਠੀਕ ਹੈ। ਤਾਂ ਇਸ ਨੇ ਜੋ ਥਿਊਰੀ ਦਿੱਤੀ ਹੈ ਇਸ ਦਾ ਨਾਂ ਹੈ ਜੀ ਸਾਈਕੋ ਸੋਸ਼ਲ ਡਿਵੈਲਪਮੈਂਟ ਥਿਊਰੀ। ਤਾਂ ਇਹਦੇ ਵਿੱਚ ਸਾਈਕੋ ਸ਼ਬਦ ਵੀ ਹੈ, ਯਾਨੀ ਕਿ ਸਾਈਕੋ ਹੋ ਗਿਆ, ਅਤੇ ਸੋਸ਼ਲ ਸ਼ਬਦ ਵੀ ਹੈ, ਡਿਵੈਲਪਮੈਂਟ ਸ਼ਬਦ ਵੀ ਹੈ। ਤਾਂ ਤਿੰਨਾਂ ਨੂੰ ਮਤਲਬ ਨਾਮ ਇੰਪੋਰਟੈਂਟ ਨਹੀਂ ਜੀ, ਨਾਮ ਜ਼ਰੂਰ ਯਾਦ ਰੱਖਿਓ ਕਿਉਂਕਿ ਅੱਗੇ ਜੋ ਥਿਊਰੀਆਂ ਆ ਰਹੀਆਂ ਨੇ ਨਾਮਾਂ ਦੇ ਵਿੱਚ ਥੋੜ੍ਹਾ ਹੀ ਫਰਕ ਹੈ, ਠੀਕ ਹੈ। ਤਾਂ ਦੇਖੋ, ਮਨੋ ਸਮਾਜਿਕ ਵਿਕਾਸ ਦਾ ਸਿਧਾਂਤ ਇਹਨੂੰ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਤਾਂ ਦੇਖੋ ਜੀ, ਇਸ ਦੀ ਪਹਿਲੀ ਸਟੇਜ 8 ਸਟੇਜਾਂ ਦੇ ਵਿੱਚ ਇਹਨੇ ਵੰਡਿਆ ਪੂਰਾ ਆਪਦੀ ਥਿਊਰੀ ਨੂੰ, ਠੀਕ ਹੈ। ਇਹ 8 ਸਟੇਜਾਂ ਦੀ ਇੱਕ ਖਾਸੀਅਤ ਹੈ ਕਿ ਇਹਨਾਂ ਦੇ ਜਿਹੜੇ ਨਾਮ ਨੇ ਨਾ ਉਹ ਇਸ ਤਰੀਕੇ ਨਾਲ ਨੇ ਵੀ ਇੱਕ ਨਾਮ ਪੋਜ਼ੀਟਿਵ ਅਤੇ ਇੱਕ ਨੈਗੇਟਿਵ ਕੰਮ ਕਰਦਾ ਹੈ। ਜਿਵੇਂ ਕਿ ਪਹਿਲੀ ਸਟੇਜ ਦੇ ਵਿੱਚ ਹੈ ਦੇਖੋ ਟਰਸਟ, ਅਤੇ ਦੂਸਰਾ ਵਰਸਜ ਪਾ ਕੇ ਲਿਖਿਆ ਮਿਸਟਰਸਟ। ਤਾਂ ਇਹਨੂੰ ਤੁਸੀਂ ਇੱਦਾਂ ਸਮਝੋਗੇ, ਜਿਹੜਾ ਪਹਿਲਾ ਪੁਆਇੰਟ ਹੋਇਆ ਕਰੇਗਾ ਇਹ ਹੋਇਆ ਕਰੇਗਾ ਇੱਕ ਪੋਜ਼ੀਟਿਵ ਪੁਆਇੰਟ, ਅਤੇ ਇਹ ਹੋਇਆ ਕਰੇਗਾ ਇੱਕ ਨੈਗੇਟਿਵ ਪੁਆਇੰਟ। ਬਸ ਸਾਰੀ ਥਿਊਰੀ ਦਾ ਤੁਹਾਨੂੰ ਸਮਝ ਲੱਗ ਜਾਊਗੀ ਵੀ ਇੱਕ ਦੇ ਵਿੱਚ ਤਾਂ ਕੰਫਲਿਕਟ ਹੈ ਅਤੇ ਇੱਕ ਕ੍ਰਾਈਸਿਸ, ਠੀਕ ਹੈ। ਤਾਂ ਇਹ ਹਰੇਕ ਵਾਦ ਵਿਵਾਦ ਹਰੇਕ ਇਹਦੀ ਸਟੇਜ ਦੇ ਵਿੱਚ ਚੱਲਦਾ ਹੈ, ਠੀਕ ਹੈ। ਤਾਂ ਤੁਸੀਂ ਇੱਦਾਂ ਸਮਝੋਗੇ ਕਿ ਬੱਚੇ ਨੂੰ ਜੇਕਰ ਵਧੀਆ ਜੋ ਚੀਜ਼ ਉਹ ਚਾਹੁੰਦਾ ਉਹ ਦਿੱਤੀ ਗਈ ਤਾਂ ਉਹਦੇ ਵਿੱਚ ਟਰਸਟ ਆਏਗਾ, ਜੇਕਰ ਉਹ ਚੀਜ਼ ਨਾ ਦਿੱਤੀ ਗਈ ਤਾਂ ਉਹਦੇ 'ਚ ਮਿਸਟਰਸਟ ਆਏਗਾ। ਤਾਂ ਇੱਦਾਂ ਹੀ ਨਹੀਂ, ਓਪੋਜਿਟ ਨਹੀਂ ਦੋਨੇ ਪੁਆਇੰਟ, ਠੀਕ ਹੈ। ਹਰੇਕ ਸਟੇਜ ਦੇ ਵਿੱਚ ਇੱਦਾਂ ਹੀ ਹੋਏਗਾ। ਤਾਂ ਦੇਖੋ ਜੀ, ਪਹਿਲੀ ਸਟੇਜ ਨੂੰ ਆਪਾਂ ਸਮਝਦੇ ਹਾਂ ਥੋੜ੍ਹਾ ਜਿਹਾ। ਤਾਂ ਪਹਿਲੀ ਸਟੇਜ ਹੈ ਇਸ ਦੀ ਟਰਸਟ ਵਰਸਜ ਮਿਸਟਰਸਟ, ਯਾਨੀ ਕਿ ਵਿਸ਼ਵਾਸ ਬਨਾਮ ਅਵਿਸ਼ਵਾਸ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਹੈ, ਮਤਲਬ ਕਿ ਜਨਮ ਤੋਂ 1.5 ਸਾਲ ਤੱਕ ਦੀ ਜਿਹੜੀ ਉਮਰ ਹੈ ਉਹ ਕੰਸੀਡਰ ਕੀਤੀ ਜਾਂਦੀ ਹੈ। ਤਾਂ ਤੁਸੀਂ ਇਹਨੂੰ ਇੱਦਾਂ ਯਾਦ ਰੱਖੋਗੇ ਕਿ ਜੇਕਰ ਬੱਚੇ ਨੂੰ ਕੇਅਰ, ਵਾਰਮਥ, ਲਵ, ਅਫੈਕਸ਼ਨ ਇਹ ਸਭ ਚੀਜ਼ਾਂ ਦਿੱਤੀਆਂ ਗਈਆਂ ਤਾਂ ਉਹਦੇ ਵਿੱਚ ਟਰਸਟ ਆ ਜਾਊਗਾ ਉਸ ਵਿਅਕਤੀ ਦੇ ਲਈ ਜੋ ਉਸ ਨੂੰ ਵਾਰਮਥ, ਕੇਅਰ, ਲਵ, ਅਫੈਕਸ਼ਨ ਇਹ ਚੀਜ਼ਾਂ ਦੇ ਰਿਹਾ ਹੈ। ਅਤੇ ਅਦਰਵਾਈਜ਼ ਜੇਕਰ ਇਹ ਚੀਜ਼ਾਂ ਨਾ ਦਿੱਤੀਆਂ ਗਈਆਂ ਤਾਂ ਉਹਦੇ 'ਚ ਮਿਸਟਰਸਟ ਆਊਗਾ, ਸਮਝ ਰਹੇ ਹੋ। ਤਾਂ ਇਸ ਤਰੀਕੇ ਨਾਲ ਇਹ ਸਟੇਜ ਦੇ ਵਿੱਚ ਇੰਨੀ ਗੱਲ ਹੈਗੀ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ ਆਟੋਨੋਮੀ ਦੀ। ਆਟੋਨੋਮੀ ਵਰਸਜ ਸ਼ੇਮ ਜਾਂ ਡਾਟ। ਤਾਂ ਇਹਦੇ ਵਿੱਚ ਕੀ ਹੈ, ਉਹੀ ਚੀਜ਼ ਹੈ, ਠੀਕ ਹੈ। ਤਾਂ ਆਟੋਨੋਮੀ ਦਾ ਅਰਥ ਹੋ ਗਿਆ ਕਿ ਆਪਾਂ ਕਹਿ ਸਕਦੇ ਹਾਂ ਖੁਦ ਮੁਖਤਿਆਰੀ, ਮਤਲਬ ਉਹਦੇ 'ਚ ਖੁਦ ਮੁਖਤਿਆਰੀ ਆਊਗੀ ਜੇਕਰ ਉਸ ਨੂੰ ਫਰੀਡਮ ਦਿੱਤੀ ਗਈ ਅਤੇ ਹਾਲੇ ਉਹਦੀ 2 ਤੋਂ ਮਤਲਬ 1.5 ਤੋਂ 3 ਸਾਲ ਦੀ ਉਮਰ ਹੈ ਤਾਂ ਇਹਦੇ 'ਚ ਟੋਇਲਟ ਟ੍ਰੇਨਿੰਗ ਉਹਨੂੰ ਦਿੱਤੀ ਗਈ, ਉਹਦੀ ਵਿਲ, ਡਿਜ਼ਾਇਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਗਿਆ, ਫਰੀਡਮ ਦਾ ਧਿਆਨ ਰੱਖਿਆ ਗਿਆ ਤਾਂ ਉਹਦੇ 'ਚ ਖੁਦ ਮੁਖਤਿਆਰੀ ਆਊਗੀ, ਆਟੋਨੋਮੀ ਆਊਗੀ। ਜੇਕਰ ਇਹ ਚੀਜ਼ਾਂ ਨਾ ਦਿੱਤੀਆਂ ਗਈਆਂ ਤਾਂ ਉਹਦੇ 'ਚ ਸ਼ੇਮ ਅਤੇ ਡਾਊਟ ਯਾਨੀ ਕਿ ਸ਼ਰਮ ਅਤੇ ਸ਼ੱਕ ਵੀ ਆ ਸਕਦਾ ਹੈ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਇਹ ਕਹਿ ਸਕਦੇ ਹਾਂ ਇਸ ਸਟੇਜ ਦੇ ਵਿੱਚ ਆਉਣਗੀਆਂ, ਠੀਕ ਹੈ। ਇੱਕ ਪੋਜ਼ੀਟਿਵ ਪੁਆਇੰਟ ਹੈ ਵੀ ਉਹਦੇ 'ਚ ਖੁਦ ਮੁਖਤਿਆਰੀ ਆਊਗੀ, ਇੱਕ ਨੈਗੇਟਿਵ ਪੁਆਇੰਟ ਵਿੱਚ ਸ਼ੱਕ ਦੀ ਭਾਵਨਾ ਆਊਗੀ, ਸਮਝ ਰਹੇ ਹੋ। ਤਾਂ ਇੱਦਾਂ ਇਹ ਦੋਨੇ ਸਟੇਜਾਂ ਆਪਾਂ ਡਿਸਕਸ ਕਰ ਲਈਆਂ ਨੇ। ਨੈਕਸਟ ਸਟੇਜ ਵੀ ਇੱਦਾਂ ਹੀ ਹੈ, ਠੀਕ ਹੈ। ਇਹਦੇ 'ਚ ਆ ਗਿਆ ਇਨੀਸ਼ੀਏਟਿਵ ਵਰਸਜ ਗਿਲਟ, ਪਹਿਲ ਕਦਮੀ ਬਨਾਮ ਦੋਸ਼। ਮਤਲਬ ਉਹ ਆਪਣੇ ਆਪ ਨੂੰ ਗਿਲਟੀ ਮਹਿਸੂਸ ਕਰੂਗਾ ਅਤੇ ਜੇਕਰ ਉਸ ਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਤਾਂ ਉਹ ਕੀ ਕਰੂਗਾ, ਆਪਣੇ ਆਪ ਉਹਦੀ ਪਹਿਲ ਕਦਮੀ ਹੋ ਜੂਗੀ, ਸ਼ੁਰੂਆਤ ਹੋ ਜੂਗੀ, ਠੀਕ ਹੈ। ਤਾਂ ਸ਼ੁਰੂਆਤ ਕਹਿ ਸਕਦੇ ਆਪਾਂ ਇਹਨੂੰ। ਜਿਵੇਂ ਕਿ ਗੱਲ ਸੁਣੋ, ਹੋ ਸਕਦਾ ਉਹ ਪਲੇ ਏਜ ਹੈ ਇਹਦੀ, ਕਿਉਂਕਿ ਇਹ 3 ਤੋਂ ਆਪਾਂ 5 ਸਾਲ ਤੱਕ ਦੀ ਉਮਰ ਲੈ ਕੇ ਦੇ ਚੱਲੇ ਹਾਂ, ਠੀਕ ਹੈ। ਖੇਡਣ 'ਚ ਦੀ ਉਮਰ ਹੈ ਉਹਦੀ, ਤਾਂ ਪਲੇ ਏਜ ਹੈ। ਤਾਂ ਪਲੇ ਏਜ ਦੇ ਵਿੱਚ ਉਹ ਅਲੱਗ-ਅਲੱਗ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰੇਗਾ, ਓਪਰਚੁਨਿਟੀਜ਼, ਪਰਪਜ਼, ਠੀਕ ਹੈ, ਇਨੀਸ਼ੀਏਟਿਵ ਕਰਨ ਦੀ ਕੋਸ਼ਿਸ਼ ਕਰੇਗਾ। ਜੇਕਰ ਇਹ ਨਾ ਕਰਨ ਦਿੱਤੇ ਗਏ ਉਸ ਨੂੰ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰੇਗਾ, ਗਿਲਟੀ ਮਹਿਸੂਸ ਹੋਏਗੀ ਉਹਨੂੰ, ਠੀਕ ਹੈ। ਤਾਂ ਇੱਦਾਂ ਇਹ ਚੀਜ਼ਾਂ ਆਪਾਂ ਕਹਿ ਸਕਦੇ ਹਾਂ। ਨੈਕਸਟ ਗੱਲ ਆ ਗਈ ਇੰਡਸਟਰੀ ਵਰਸਜ ਇਨਫਿਓਰਿਟੀ, ਯਾਨੀ ਕਿ ਉਦਯੋਗ ਵਰਸਜ ਹੀਣਤਾ। ਤਾਂ 5 ਤੋਂ 12 ਕੁ ਸਾਲ ਇਸ ਦੀ ਏਜ ਮੰਨੀ ਗਈ ਹੈ। ਤਾਂ ਇਸ ਦੇ ਵਿੱਚੋਂ ਕੀ ਕਰੂਗਾ ਉਹ, ਮਤਲਬ ਕਿ ਗੇਮਸ 'ਚ ਪਾਰਟੀਸਪੇਟ ਕਰਨਾ ਸ਼ੁਰੂ ਕਰੂਗਾ, ਅਲੱਗ-ਅਲੱਗ ਚੀਜ਼ਾਂ ਦੇ 'ਚ ਪਾਰਟੀਸਪੇਟ ਕਰਨਾ ਸ਼ੁਰੂ ਕਰੂਗਾ, ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰੂਗਾ। ਜੇਕਰ ਇਹਨਾਂ ਦੇ ਵਿੱਚ ਉਸਨੇ ਪਾਰਟੀਸਪੇਟ ਕੀਤਾ, ਠੀਕ ਹੈ, ਤਾਂ ਜਾਂ ਕਰਨ ਦਿੱਤਾ ਗਿਆ ਤਾਂ ਉਹ 'ਚ ਇੰਡਸਟਰੀ ਦੀ ਭਾਵਨਾ, ਉਦਯੋਗ ਦੀ ਭਾਵਨਾ। ਜੇਕਰ ਨਾ ਕਰਨ ਦਿੱਤਾ ਗਿਆ ਤਾਂ ਉਹਦੇ 'ਚ ਇਨਫਿਓਰਿਟੀ ਯਾਨੀ ਕਿ ਕਹਿ ਸਕਦੇ ਹੀਣਤਾ ਦੀ ਭਾਵਨਾ ਆਊਗੀ, ਠੀਕ ਹੈ। ਤਾਂ ਇੱਕ ਪੋਜ਼ੀਟਿਵ ਪੁਆਇੰਟ, ਇੱਕ ਨੈਗੇਟਿਵ ਹੈ, ਠੀਕ ਹੈ। ਇੱਦਾਂ ਤੁਸੀਂ ਇਹਨੂੰ ਸਮਝੀ ਚੱਲੋ। ਨੈਕਸਟ ਆਪਾਂ ਗੱਲ ਕਰਦੇ ਹਾਂ ਆਈਡੈਂਟੀਟੀ ਵਰਸਜ ਰੋਲ ਕਨਫਿਊਜ਼ਨ। ਉਹੀ ਗੱਲ ਹੋ ਗਈ ਜਿਹੜੀ ਆਪਾਂ ਨੇ ਪੜ੍ਹੀ ਸੀ ਨਾ ਵੀ ਕਿਸ਼ੋਰ ਅਵਸਥਾ ਹੈ, ਤਾਂ ਕਿਸ਼ੋਰ ਅਵਸਥਾ ਦੇ ਵਿੱਚ ਉਹ ਚਾਹੁੰਦੇ ਮੇਰੀ ਇੱਕ ਪਛਾਣ ਹੋਵੇ, ਤਾਂ ਉਹ ਪਛਾਣ ਬਣਾਉਣ ਦੇ ਲਈ ਇੱਕ ਗਰੁੱਪ 'ਚ ਵੀ ਐਡ ਹੋਊਗਾ। ਫੋਰ ਐਗਜ਼ਾਮਪਲ ਉਹ ਕੋਈ ਗੈਂਗ ਬਣਾਊਗਾ, ਉਹ ਆਪਦੇ ਦੋਸਤਾਂ ਮਿੱਤਰਾਂ ਨਾਲ ਰਹਿਣਾ ਸ਼ੁਰੂ ਕਰੂਗਾ, ਜਿਨ੍ਹਾਂ ਨੂੰ ਕੁਝ ਲੋਕਾਂ ਨੂੰ ਉਹ ਫੋਲੋ ਕਰੂਗਾ, ਉਸ ਤਰ੍ਹਾਂ ਦਾ ਹੇਅਰ ਸਟਾਈਲ, ਉਸ ਤਰ੍ਹਾਂ ਦੇ ਕੱਪੜੇ, ਉਸ ਤਰ੍ਹਾਂ ਪਹਿਰਾਵਾ ਉਹ ਪਾਉਣ ਦੀ ਕੋਸ਼ਿਸ਼ ਕਰੂਗਾ, ਠੀਕ ਹੈ। ਤਾਂ ਇਹ ਚੀਜ਼ਾਂ ਉਸ ਦੇ ਵਿੱਚ ਆਉਣਗੀਆਂ। ਤਾਂ ਇਹ ਚੀਜ਼ਾਂ ਦੇ ਬੇਸ 'ਤੇ ਉਹ ਆਪਣੀ ਆਈਡੈਂਟੀਟੀ ਬਣਾਉਣਾ ਚਾਹੁੰਦਾ ਹੈ।
ਜੇ ਤਾਂ ਆਇਡੈਂਟੀਟੀ ਬਣ ਗਈ ਇੱਕ ਪੋਜ਼ਿਟਿਵ ਪੁਆਇੰਟ, ਜੇਕਰ ਆਇਡੈਂਟੀਟੀ ਨਾ ਬਣੀ, ਉਹ ਕਿਸੇ ਗਲਤ ਗਰੁੱਪ ਚਲਾ ਗਿਆ, ਹੋਰ ਗਰੁੱਪ ਜੁਆਇਨ ਕਰ ਲੈਣੀ, ਤਾਂ ਉਹਦੇ 'ਚ ਰੋਲ ਕਨਫਿਊਜ਼ਨ ਹੋ ਜਾਊਗੀ, ਉਹ ਉਲਝ ਕੇ ਰਹਿ ਜਾਊਗਾ, ਉਹਨੂੰ ਪਤਾ ਨਹੀਂ ਲੱਗਣਾ ਮੇਰੇ ਕਿਹੜਾ ਪੋਜ਼ਿਟਿਵ ਪੁਆਇੰਟ ਸੀ, ਕਿਹੜਾ ਨੈਗੇਟਿਵ ਪੁਆਇੰਟ ਸੀ, ਮੈਂ ਕੀ ਕਰ ਸਕਦਾ, ਕੀ ਨਹੀਂ ਕਰ ਸਕਦਾ, ਤਾਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਕਨਫਿਊਜ਼ ਹੋ ਕੇ ਰਹਿ ਜਾਊਗਾ। ਨੈਕਸਟ ਸਟੇਜ ਆ ਗਈ ਇੰਟੀਮੇਸੀ ਵਰਸਸ ਆਈਸੋਲੇਸ਼ਨ। ਤਾਂ ਇਸ ਦੇ ਵਿੱਚ ਕੀ ਹੈ ਵੀ ਹੋ ਸਕਦਾ ਹੈ 18 ਤੋਂ 40 ਕੁ ਸਾਲ ਦੀ ਉਮਰ, ਇਹਦੇ 'ਚ ਇੱਕ ਤਾਂ ਕੰਮ ਜਿਹੜਾ ਬਿਜ਼ਨਸ ਜੋੜਨਾ, ਉਹਨੇ ਪੈਸਾ ਘਰ-ਬਾਰ ਬਣਾਉਣਾ, ਤਾਂ ਉਹ 18 ਤੋਂ 40 ਸਾਲ ਦੇ ਵਿੱਚ ਬਣਾਏਗਾ, ਠੀਕ ਹੈ। ਜੇਕਰ ਉਸਨੇ ਇਹ ਸਭ ਚੀਜ਼ਾਂ ਬਣਾ ਲਈਆਂ, ਉਸਨੂੰ ਚੰਗੀ ਜੋਬ, ਕੋਈ ਘਰ-ਬਾਰ ਚੰਗਾ ਉਹਨੇ ਤਿਆਰ ਕੀਤਾ, ਤਾਂ ਉਸ ਦੇ ਵਿੱਚ ਨੇੜਤਾ ਹੈ, ਠੀਕ ਹੈ। ਤਾਂ ਉਸ ਦੇ ਵਿੱਚ ਨੇੜਤਾ, ਲੋਕ ਉਸ ਨੂੰ ਵਧੀਆ ਲੱਗਣਗੇ, ਉਸ ਦੇ ਦੋਸਤ ਮਿੱਤਰ ਫਰੈਂਡ ਸਰਕਲ ਵਧੀਆ ਰਹੇਗਾ, ਨੇੜਤਾ ਰਲ ਮਿਲ ਕੇ ਰਹੇਗਾ। ਨੈਕਸਟ, ਜੇਕਰ ਇਹ ਚੀਜ਼ਾਂ ਨਾ ਪ੍ਰਾਪਤ ਹੋਈਆਂ ਹੈ ਨਾ, ਉਹ ਕੀ ਕਰੂਗਾ, ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੂਗਾ, ਠੀਕ ਹੈ, ਆਈਸੋਲੇਸ਼ਨ ਉਸਦੀ ਹੋਏਗੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਜਨਰੇਟਿਵਿਟੀ ਵਰਸਜ ਸਟੈਗਨੇਸ਼ਨ। ਤਾਂ ਇਹਦੇ 'ਚ ਖੜੌਤ ਆਉਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਖੜੌਤ ਦਾ ਮਤਲਬ 40 ਸਾਲ ਦੀ ਪਲੱਸ ਏਜ। ਹੁਣ ਉਹ ਇਹ ਨਹੀਂ ਹੈਗਾ ਵੀ ਉਹ ਨਵਾਂ ਮਤਲਬ ਕੋਈ ਜੋਬ ਸਟਾਰਟ ਕਰਨ ਦੀ ਸੋਚੇਗਾ, ਉਹਦੇ ਵਿੱਚ ਸਟੈਗੇਸ਼ਨ ਆ ਜਾਏਗੀ, ਹੈ ਨਾ, ਖੜੌਤ ਆਉਣੀ ਸ਼ੁਰੂ ਹੋ ਜਾਏਗੀ, ਉਤਪੱਤੀ ਆਉਣੀ ਸ਼ੁਰੂ ਹੋ ਜਾਏਗੀ, ਠੀਕ ਹੈ। ਤਾਂ ਇਹ ਚੀਜ਼ਾਂ ਉਸ ਦੇ ਵਿੱਚ ਹੋਣਗੀਆਂ। ਨੈਕਸਟ ਆਪਾਂ ਗੱਲ ਕਰਦੇ ਹਾਂ ਈਗੋ ਇੰਟੀਗ੍ਰਿਟੀ ਵਰਸਜ ਡਿਸਪੀਅਰ। ਮਤਲਬ ਕਿ ਹੋ ਸਕਦਾ, ਦੇਖੋ ਹੁਣ ਇਹ 65+ ਦੀ ਏਜ ਹੈ, ਠੀਕ ਹੈ। ਹੁਣ 65+ ਦੀ ਏਜ ਦੇ ਵਿੱਚ ਉਹਨੇ ਜਿਹੜਾ ਕੁਛ ਕਰਨਾ ਸੀ ਕਰ ਲਿਆ, ਕੋਈ ਜੋਬ, ਬਿਜ਼ਨਸ, ਜੋ ਵੀ ਵੱਡੀਆਂ ਪ੍ਰਾਪਤੀਆਂ ਕਰਨੀਆਂ ਸੀ ਉਹ ਕਰ ਲਈਆਂ, ਠੀਕ ਹੈ। ਤਾਂ ਹੁਣ ਉਹ ਕਰ ਲਈਆਂ, ਅਤੇ ਹੋ ਸਕਦਾ ਵੀ ਉਹ ਸੈਟਿਸਫਾਈ ਹੋ ਜੇ ਵੀ ਮੈਂ ਯਾਰ ਜੋ ਕਰ ਸਕਦਾ ਸੀ ਉਹ ਕਰ ਲਿਆ, ਠੀਕ ਹੈ। ਉਹਦੇ 'ਚ ਸੈਟਿਸਫੈਕਸ਼ਨ ਆ ਜੇ, ਕਹਿ ਸਕਦੇ ਇੰਟੀਗ੍ਰਿਟੀ ਆ ਜੇ, ਇਮਾਨਦਾਰੀ ਹੋਵੇ, ਈਗੋ ਇੰਟੀਗ੍ਰਿਟੀ ਆਪਾਂ ਇਹਨੂੰ ਕਹਾਂਗੇ ਵੀ ਉਹ ਯਾਰ ਮੈਂ ਸੈਟਿਸਫਾਈ ਹਾਂ, ਜੋ ਮੈਂ ਜੋਬ ਕਰਨੀ ਸੀ, ਬਿਜ਼ਨਸ ਕਰਨਾ ਸੀ, ਜੋ ਵੀ ਕੰਮ ਕਰਨੇ ਸੀ ਉਹਨਾਂ 'ਚੋਂ ਮੈਂ ਸੈਟਿਸਫਾਈ ਹਾਂ, ਠੀਕ ਹੈ, ਇਹ ਹੋ ਗਿਆ। ਪਰ ਜੇਕਰ ਉਸ ਦੀ ਇੱਛਾ ਨਾ ਪੂਰੀ ਹੋਈ, ਉਹਨੂੰ ਲੱਗਿਆ ਯਾਰ ਇਹ ਮੈਂ ਕਰਨਾ ਚਾਹੀਦਾ ਸੀ ਪਰ ਮੈਂ ਲੋਕਾਂ ਕਰਕੇ, ਕਿਸੇ ਕਾਰਨ ਕਰਕੇ ਨਹੀਂ ਕਰ ਪਾਇਆ, ਤਾਂ ਉਹ 'ਚ ਨਿਰਾਸ਼ਾ ਆਏਗੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਜੋ ਰਿਕਸਨ ਹੈ, ਇਹਨੇ ਇੱਕ ਪੋਜ਼ੀਟਿਵ ਗੱਲ ਅਤੇ ਇੱਕ ਨੈਗੇਟਿਵ ਗੱਲ ਹਰੇਕ ਸਟੇਜ ਦੇ ਵਿੱਚ ਐਡ ਕੀਤੀ ਹੈ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਨੂੰ ਆਪਾਂ ਨੇ ਸਮਝ ਲਿਆ, ਇਹਦੀਆਂ 8 ਸਟੇਜਾਂ ਨੇ। ਤੁਹਾਨੂੰ ਡਾਇਰੈਕਟ ਜਿਹੜਾ ਸਵਾਲ ਹੈ ਉਹ ਪਹਿਲੀਆਂ 5-6 ਸਟੇਜਾਂ ਦੇ ਵਿੱਚੋਂ ਆ ਜਾਊਗਾ। ਅਤੇ ਇੱਕ ਗੱਲ ਹੋਰ, ਉਹ ਹੋ ਸਕਦਾ ਏਜ ਦੀ ਉਮਰ ਪੁੱਛ ਲੈਣ, ਜਿਵੇਂ ਇਹਨਾਂ ਨੇ ਇੱਕ ਵਾਰ ਪੁੱਛਿਆ ਸੀ ਕਿ ਟਰਸਟ ਮਿਸਟਰਸਟ ਦੀ ਏਜ ਕਿੰਨੀ ਕੁ ਹੈ, ਤਾਂ ਆਪਾਂ 0 ਜਨਮ ਤੋਂ 1.5 ਕੁ ਸਾਲ 2 ਕੁ ਸਾਲ ਤੱਕ ਦੀ ਮੰਨਦੇ ਹਾਂ, ਠੀਕ ਹੈ। ਆਪਸ਼ਨਾਂ ਦੇ ਵਿੱਚ ਇੰਨਾ ਕਨਫਿਊਜ਼ਨ ਤੁਹਾਨੂੰ ਕਰਿਆ ਹੁੰਦਾ, ਜਾਂ ਤਾਂ 0 ਤੋਂ 2 ਸਾਲ ਲਿਖਿਆ ਪਿਆ ਹੋਵੇ, 0 ਤੋਂ 1.5 ਸਾਲ ਲਿਖਿਆ ਪਿਆ ਹੋਵੇ, ਤੁਸੀਂ ਉਹ ਆਪਸ਼ਨ ਸਿਲੈਕਟ ਕਰ ਲਓਗੇ। ਤਾਂ ਇੱਦਾਂ ਇਹਦੇ 'ਚ ਕੀ ਸੀ, ਮਿਸਟਰਸਟ 'ਚੋਂ ਏਜ ਵਾਲਾ ਕੁਐਸਚਨ ਬਣਿਆ ਸੀ ਵੀ ਕਿੰਨੀ ਏਜ ਦੀ ਸਟੇਜ ਇਹ ਹੁੰਦੀ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਸਭ ਸਟੇਜਾਂ ਤੁਸੀਂ ਏਜ ਵਗੈਰਾ ਨੂੰ ਧਿਆਨ ਵਿੱਚ ਰੱਖ ਲਓਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੋ ਅਗਲਾ, ਜੋ ਮੋਸਟ ਇੰਪੋਰਟੈਂਟ ਸਾਈਕੋਲੋਜਿਸਟ ਹੈ, ਇਹ ਹੈ ਜੀ ਕੋਲਬਰਗ। ਤਾਂ ਕੋਲਬਰਗ ਗੱਲ ਕਰਦਾ ਨੈਤਿਕ ਵਿਕਾਸ ਦੀ, ਯਾਨੀ ਕਿ ਮੋਰਲ ਡਿਵੈਲਪਮੈਂਟ ਦੀ ਗੱਲ ਕਰਦਾ ਹੈ। ਇਹਨੇ ਕੁਝ ਟਰਮਾਂ ਦਿੱਤੀਆਂ ਨੇ, ਉਹ ਟਰਮਾਂ ਆਪਾਂ ਸਮਝਦੇ ਹਾਂ। ਇੱਕ ਤਾਂ ਕੋਗਨੀਟਿਵ ਮੈਚਿਓਰਿਟੀ ਦੀ ਗੱਲ ਇਹ ਕਰਦਾ, ਠੀਕ ਹੈ। ਤਾਂ ਕੋਗਨੀਟਿਵ ਮੈਚਿਓਰਿਟੀ ਦੀ ਗੱਲ ਕਰਦਾ, ਮੋਰਲ ਰੀਜਨਿੰਗ ਦੀ ਗੱਲ ਕਰਦਾ, ਇੱਕ ਹੀਨਸ ਡੈਲੀਮਾ, ਠੀਕ ਹੈ, ਇੱਕ ਦੁਚਿੱਤੀ ਦੀ ਗੱਲ ਕਰਦਾ। ਇੱਕ ਇਹ ਇਹਦੇ ਨਾਲ ਸਟੋਰੀ ਜੁੜੀ ਹੋਈ ਹੈ ਕਿ ਜਿਹੜੇ ਹੀਨਸ ਸੀ, ਉਸਦੀ ਪਤਨੀ ਬਿਮਾਰ ਹੋ ਗਈ, ਮਤਲਬ ਮਰਨ ਕਿਨਾਰੇ ਪਈ ਸੀ, ਅਤੇ ਉਸ ਦੇ ਲਈ ਉਸਨੂੰ ਦਵਾਈ ਦੀ ਲੋੜ ਸੀ, ਮਹਿੰਗੀ ਦਵਾਈ ਦੀ। ਤਾਂ ਉਹ ਮਹਿੰਗੀ ਦਵਾਈ ਖਰੀਦ ਨਹੀਂ ਸਕਦਾ ਸੀ, ਠੀਕ ਹੈ। ਤਾਂ ਉਸਨੇ ਉਹ ਮਹਿੰਗੀ ਦਵਾਈ ਨੂੰ ਚੋਰੀ ਕਰ ਲਿਆ, ਠੀਕ ਹੈ। ਹੁਣ ਚੋਰੀ ਕਰ ਲਿਆ, ਹੁਣ ਤੁਸੀਂ ਉੱਥੇ ਤੋਂ ਇਹ ਦੁਬਿਧਾ 'ਚ ਪਿਆ। ਪਹਿਲਾਂ ਤਾਂ ਉਹ ਇਹ ਸੋਚ ਰਿਹਾ, ਮਤਲਬ ਇਹਦੇ ਨਾਲ ਰਿਲੇਟਡ ਉਹਨੇ ਸਵਾਲ ਕੀਤੇ ਬੱਚਿਆਂ ਨੂੰ, ਕੋਲਬਰਗ ਨੇ, ਵੀ ਉਸ ਨੂੰ ਚੋਰੀ ਕਰਨੀ ਚਾਹੀਦੀ ਸੀ ਜਾਂ ਫਿਰ ਚੋਰੀ ਕਰਕੇ ਜ਼ੁਲਮ ਜਿਹੜਾ ਉਸਦਾ ਸੀ, ਜੋ ਵੀ ਉਹਨੇ ਮਤਲਬ ਗਲਤ ਕੰਮ ਕੀਤਾ ਸੀ, ਉਹਨੂੰ ਮੰਨ ਲੈਣਾ ਚਾਹੀਦਾ ਸੀ, ਜਾਂ ਫਿਰ ਉਸ ਨੂੰ ਉਹਨੂੰ ਮਤਲਬ ਗਿਲਟੀ ਮਹਿਸੂਸ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਹਮਣੇ ਵਾਲੇ ਦੀ ਵੀ ਗਲਤੀ ਹੈ ਵੀ ਉਹ ਦਵਾਈ ਨੂੰ ਮਹਿੰਗੀ ਵੇਚ ਰਿਹਾ ਜਾਂ ਲੋੜ ਪੈਣ 'ਤੇ ਦੇ ਨਹੀਂ ਰਿਹਾ। ਤਾਂ ਇੱਦਾਂ ਮਤਲਬ ਇਹਦੇ 'ਚ ਕੁਝ ਸਵਾਲ ਐਡ ਕੀਤੇ ਗਏ ਨੇ, ਠੀਕ ਹੈ। ਤਾਂ ਉਹਨਾਂ ਬੇਸ 'ਤੇ ਇਹਨੇ ਇੱਕ ਮੋਰਲ ਡਿਵੈਲਪਮੈਂਟ ਦਾ ਇੱਕ ਕਹਿ ਸਕਦੇ ਹਾਂ ਸਟੇਜਾਂ ਤਿਆਰ ਕੀਤੀਆਂ, ਸਿੱਟਾ ਕੱਢਿਆ, ਠੀਕ ਹੈ। ਤਾਂ ਸਿੱਟਾ ਕੀ ਕੱਢਿਆ ਉਹ ਆਪਾਂ ਅੱਗੇ ਸਟੇਜਾਂ ਦੇ ਵਿੱਚ ਸਮਝ ਲਾਂਗੇ। ਬਸ ਇਹਦੇ ਵਿੱਚ ਤੁਸੀਂ ਇੰਪੋਰਟੈਂਟ ਟਰਮਾਂ ਨੂੰ ਯਾਦ ਰੱਖੋਗੇ, ਕੋਗਨੀਟਿਵ ਮੈਚਿਓਰਿਟੀ ਦੀ, ਮੋਰਲ ਰੀਜ਼ਨਿੰਗ ਦੀ, ਇਹ ਚੀਜ਼ ਦੀ ਗੱਲ, ਡੈਲੀਮਾ ਦੀ ਗੱਲ ਕੌਣ ਕਰਦਾ, ਕੋਲਬਰਗ ਕਰਦਾ ਹੈ। ਤਾਂ ਕੋਲਬਰਗ ਦੀ ਜਿਹੜੀ ਥਿਊਰੀ ਹੈ, ਇਸ ਨੂੰ ਆਪਾਂ ਮੋਰਲ ਥਿਊਰੀ ਜਾਂ ਮੋਰਲ ਡਿਵੈਲਪਮੈਂਟ ਥਿਊਰੀ ਵੀ ਕਹਿ ਦਿੰਦੇ ਹਾਂ, ਨੈਤਿਕ ਵਿਕਾਸ ਦਾ ਸਿਧਾਂਤ ਵੀ ਕਹਿ ਦਿੰਦੇ ਹਾਂ। ਤਾਂ ਇਸ ਦੇ ਬਾਅਦ ਵਿੱਚ ਆਲੋਚਨਾ ਵੀ ਖੂਬ ਹੋਈ ਕਿ ਇਹਨੇ ਮਤਲਬ ਕਹਿ ਸਕਦੇ ਹਾਂ ਵੀ ਜੈਂਡਰ ਬਾਇਸ ਕੀਤਾ, ਠੀਕ ਹੈ। ਇਸ ਬੇਸ 'ਤੇ ਇਸ ਦੀ ਆਲੋਚਨਾ ਵੀ ਖੂਬ ਹੋਈ ਹੈ। ਤਾਂ ਇਸ ਦੀ ਥਿਊਰੀ ਦੇ ਵਿੱਚੋਂ ਸਵਾਲ ਕਿਵੇਂ ਬਣਦਾ ਹੈ ਕਿ ਇਸ ਨੇ ਆਪਦੀ ਥਿਊਰੀ ਨੂੰ 3 ਲੈਵਲ ਦੇ ਵਿੱਚ ਵੰਡੇ ਹੈ। 3 ਲੈਵਲ ਕਿਹੜੇ ਕਿਹੜੇ ਨੇ, ਪਰੀ ਕਨਵੈਨਸ਼ਨਲ, ਠੀਕ ਹੈ। ਇਹਦਾ ਆਪਾਂ ਕਲਰ ਚੇਂਜ ਕਰਦੇ ਹਾਂ ਜਾਂ ਤਾਂ ਦੇਖੋ ਪਹਿਲਾ ਲੈਵਲ ਇਹ ਆਖਦਾ ਪਰੀ ਕਨਵੈਨਸ਼ਨਲ, ਦੂਸਰਾ ਲੈਵਲ ਆਖਦਾ ਇਹ ਕਨਵੈਨਸ਼ਨਲ, ਅਤੇ ਤੀਸਰਾ ਲੈਵਲ ਆਖਦਾ ਇਹ ਪੋਸਟ ਕਨਵੈਨਸ਼ਨਲ। ਹੁਣ ਮਤਲਬ ਕਿ ਕਨਵੈਨਸ਼ਨਲ ਦਾ ਮਤਲਬ ਹੁੰਦਾ ਪਰੰਪਰਾਗਤ, ਤਾਂ ਪੂਰਵ ਪਰੰਪਰਾਗਤ, ਅਤੇ ਕਨਵੈਨਸ਼ਨਲ ਮਤਲਬ ਪਰੰਪਰਾਗਤ, ਅਤੇ ਪੋਸਟ ਕਨਵੈਨਸ਼ਨਲ ਮਤਲਬ ਕਿ
ਉੱਤਰ ਪਰੰਪਰਾਗਤ ਆਪਾਂ ਇਹਨੂੰ ਕਹਿ ਸਕਦੇ ਹਾਂ। ਤਾਂ ਹੁਣ ਇਹਨੇ ਲੈਵਲ ਕਿੰਨੇ ਦਿੱਤੇ ਨੇ? 3। ਤੁਹਾਨੂੰ ਲੈਵਲ ਪੁੱਛਿਆ ਜਾਵੇ ਤਾਂ ਤੁਸੀਂ ਕੀ ਕਹੋਗੇ? 3। ਹੁਣ ਇਹ ਲੈਵਲ ਨੇ, ਹਰੇਕ ਲੈਵਲ ਦੇ ਵਿੱਚ 2 ਸਟੇਜਾਂ ਨੇ। ਜਿਵੇਂ ਪਹਿਲੇ ਲੈਵਲ ਦੇ ਵਿੱਚ 2 ਸਟੇਜਾਂ ਨੇ, ਕਿਹੜੀਆਂ-ਕਿਹੜੀਆਂ? ਸਟੇਜ 1 ਅਤੇ ਸਟੇਜ 2। ਇਹਨਾਂ ਦੇ ਨਾਮ ਵੀ ਇੰਪੋਰਟੈਂਟ ਨੇ, ਉਹ ਵੀ ਤੁਹਾਨੂੰ ਯਾਦ ਕਰਨੇ ਪੈਣਗੇ, ਆਪਾਂ ਅੱਗੇ ਡਿਸਕਸ ਕਰਾਂਗੇ। ਇਸੇ ਤਰ੍ਹਾਂ ਸੈਕੰਡ ਲੈਵਲ ਹੈ, ਇਹਦੇ ਵਿੱਚ ਵੀ 2 ਸਟੇਜਾਂ ਨੇ। ਥਰਡ ਲੈਵਲ ਹੈ, ਇਹਦੇ ਵਿੱਚ ਵੀ 2 ਸਟੇਜਾਂ ਨੇ। ਤਾਂ ਇਸ ਤਰੀਕੇ ਨਾਲ ਇਹ ਸਟੇਜਾਂ ਕਿੰਨੀਆਂ ਦਿੰਦਾ? 6 ਅਤੇ ਲੈਵਲ ਕਿੰਨੇ ਨੇ? 3। ਤਾਂ ਹੁਣ ਆਪਾਂ ਇਕੱਲੇ ਲੈਵਲ ਨੂੰ, ਇਕੱਲੀ ਸਟੇਜ ਨੂੰ ਡਿਸਕਸ ਕਰਦੇ ਹਾਂ, ਠੀਕ ਹੈ ਜੀ। ਤਾਂ ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰਦੇ ਫਸਟ ਲੈਵਲ। ਫਸਟ ਲੈਵਲ ਜਿਹੜਾ, ਇਸ ਦਾ ਨਾਂ ਹੈ ਜੀ ਪਰੀ ਕਨਵੈਨਸ਼ਨਲ, ਪੂਰਵ ਪਰੰਪਰਾਗਤ। ਆਪਾਂ 4 ਕੁ ਸਾਲ ਤੋਂ ਲੈ ਕੇ 10 ਕੁ ਸਾਲ ਦੀ ਜਿਹੜੀ ਉਮਰ ਹੈ ਉਹ ਇਸ ਲੈਵਲ ਦੇ ਵਿੱਚ ਕੰਸੀਡਰ ਕਰ ਸਕਦੇ ਹਾਂ। ਕਹਿੰਦਾ ਵੀ 4 ਕੁ ਸਾਲ ਉੱਥੇ ਜਾ ਕੇ ਕੀ ਹੋ ਗਈ ਬੱਚੇ 'ਚ? ਮੋਰਲ ਡਿਵੈਲਪਮੈਂਟ ਆ ਗਿਆ, ਹੈ ਨਾ, ਮਤਲਬ ਕਿ ਮੋਰਲ, ਉਸਦੀ ਨੈਤਿਕਤਾ ਜਿਹੜੀ ਉਸ ਵਿੱਚ ਆਉਣੀ ਸ਼ੁਰੂ ਹੋ ਗਈ। ਤਾਂ ਇੱਥੇ ਬੱਚਾ ਕੀ ਕਰੂਗਾ? ਪਹਿਲੀ ਸਟੇਜ ਦੀ ਗੱਲ ਕਰਦਾ ਉਹ। ਸਟੇਜਾਂ ਦੇ ਨਾਮ ਇੱਦਾਂ ਨੇ, ਜਿਵੇਂ ਇਹ ਪਹਿਲੀ ਸਟੇਜ ਹੈ ਜੀ, ਠੀਕ ਹੈ। ਤਾਂ ਪਹਿਲੀ ਸਟੇਜ ਦਾ ਨਾਂ ਹੈਗਾ ਓਬੀਡੀਐਂਸ ਐਂਡ ਪਨਿਸ਼ਮੈਂਟ ਓਰੀਐਂਟੇਸ਼ਨ, ਮਤਲਬ ਕਿ ਆਗਿਆਕਾਰੀ ਜਾਂ ਸਜ਼ਾ ਦੀ ਸਥਿਤੀ। ਤਾਂ ਦੇਖੋ, ਬੱਚਾ ਨੂੰ ਕੋਈ ਕੰਮ ਕਹਿ ਤਾ ਕਰਨ ਨੂੰ, ਉਹ ਕਿਉਂ ਕਰੂਗਾ? ਹੋ ਸਕਦਾ ਉਹ ਬਹੁਤ ਆਗਿਆਕਾਰ ਹੈ, ਠੀਕ ਹੈ, ਤਾਂ ਉਹ ਕੰਮ ਨੂੰ ਕਰੂਗਾ। ਇੱਕ ਤਾਂ ਆਗਿਆਕਾਰੀ ਵਾਲੀ ਗੱਲ ਹੋ ਗਈ, ਅਤੇ ਇੱਕ ਗੱਲ ਹੋ ਗਈ, ਹੋ ਸਕਦਾ ਕਹਿੰਦਾ ਉਹ ਵੀ ਸਜ਼ਾ ਤੋਂ ਡਰਦਾ ਕੰਮ ਕਰੇ, ਵੀ ਜੇ ਮੈਂ ਨਾ ਕੀਤਾ ਤਾਂ ਮੈਨੂੰ ਕੁੱਟ ਪਊਗੀ। ਤਾਂ ਇੱਦਾਂ ਉਹ ਹੋ ਸਕਦਾ ਪਨਿਸ਼ਮੈਂਟ ਕਰਕੇ, ਜਾਂ ਫਿਰ ਉਹ ਆਗਿਆਕਾਰਤਾ ਦੇ ਕਾਰਨ ਕੀ ਕਰੇ? ਕੰਮ ਕਰੇ। ਤਾਂ ਇਸ ਚੀਜ਼ ਦੀ ਗੱਲ ਕਿਹਨੇ ਕੀਤੀ ਹੈ? ਪਹਿਲੀ ਸਟੇਜ ਦੇ ਵਿੱਚ ਇਹਨੇ ਕੀਤੀ ਹੈ। ਤੁਹਾਨੂੰ ਕੋਈ ਸਥਿਤੀ ਦੇ ਦੇਣਗੇ ਵੀ ਜਿਵੇਂ ਕੋਈ ਬੱਚਾ ਕੰਮ ਕਰਦਾ ਹੈ ਤਾਂ ਉਹ ਕਿਉਂ ਕਰਦਾ, ਵੀ ਉਹਨੂੰ ਕੁੱਟਣਾ ਪਵੇ ਜਾਂ ਫਿਰ ਉਹ ਆਗਿਆਕਾਰੀ ਹੈ, ਇਸ ਕਰਕੇ ਉਹ ਕੰਮ ਕਰਦਾ। ਨਾ ਐਵੇਂ ਗੱਲ ਕਹਿ ਦੇਣਗੇ ਵੀ ਇੱਕ ਬੱਚਾ ਕੁੱਟ ਨਾ ਪਵੇ ਇਸ ਤੋਂ ਡਰਦਾ ਉਹ ਕੰਮ ਕਰਦਾ, ਕਿਸ ਸਟੇਜ ਦੇ ਵਿੱਚ ਹੈ? ਤਾਂ ਤੁਸੀਂ ਕਹਿ ਦੋਗੇ ਪਹਿਲੀ ਸਟੇਜ ਦੇ ਵਿੱਚ ਹੈ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਵਿਅਕਤੀਵਾਦ ਜਾਂ ਆਦਾਨ ਪ੍ਰਦਾਨ, ਯਾਨੀ ਕਿ ਇੰਡੀਵਿਜੂਅਲਿਜ਼ਮ ਐਂਡ ਐਕਸਚੇਂਜ ਜਾਂ ਰਿਵਾਰਡ ਓਰੀਐਂਟੇਸ਼ਨ, ਠੀਕ ਹੈ, ਓਰੀਐਂਟੇਸ਼ਨ ਕਹਿ ਲਓ। ਤਾਂ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਗੱਲ ਆ ਗਈ ਵਿਅਕਤੀਵਾਦ ਦੀ, ਇੰਡੀਵਿਜੂਅਲਿਜ਼ਮ ਦੀ, ਆਦਾਨ ਪ੍ਰਦਾਨ ਦੀ ਗੱਲ ਆ ਇਹਦੇ ਵਿੱਚ ਆ ਗਈ, ਐਕਸਚੇਂਜ ਕਰਨ ਦੀ। ਵੀ ਹੋ ਸਕਦਾ ਹੈ ਵੀ ਕਿਸੇ ਨੇ ਇੱਕ ਬੱਚੇ ਨੂੰ ਦੂਸਰੇ ਨੂੰ ਪੈੱਨ ਦੇ ਤਾ, ਹੋ ਸਕਦਾ ਉਹ ਉਸ ਤੋਂ ਇਰੇਜਰ ਲੈਣਾ ਚਾਹੁੰਦਾ ਹੋਵੇ, ਉਸ ਤੋਂ ਕੋਈ ਹੋਰ ਚੀਜ਼ ਲੈਣਾ ਚਾਹੁੰਦਾ ਹੋਵੇ। ਤਾਂ ਇੱਦਾਂ ਐਕਸਚੇਂਜ ਕਰਦੇ ਆਪਾਂ। ਉਹ ਮੋਰਲ ਡਿਵੈਲਪਮੈਂਟ ਕਿਵੇਂ ਆਇਆ? ਉਹ ਸੈਕਿੰਡ ਸਟੇਜ ਦੇ ਵਿੱਚ ਜਾ ਕੇ ਆਇਆ। ਤਾਂ ਇਹ ਕੋਲਬਰਗ ਮੰਨਦਾ। ਤਾਂ ਇਸ ਸਟੇਜ ਦੇ ਵਿੱਚ ਇੱਕ ਤਾਂ ਦੇਖੋ ਲੈਣ ਦੇਣ ਆ ਗਿਆ, ਅਦਲੇ ਦਾ ਬਦਲਾ ਕਹਿ ਸਕਦੇ ਹਾਂ, ਟਿਟ ਫੋਰ ਟੈਟ ਦੀ ਜਿਹੜੀ ਮਤਲਬ ਫੀਲਿੰਗ ਹੈ, ਹੈ ਨਾ, ਵੀ ਜੇਕਰ ਕਿਸੇ ਨੇ ਇਹ ਗਲਤ ਕੰਮ ਕਰਤਾ ਤਾਂ ਉਹਦਾ ਵੀ ਗਲਤ ਕੰਮ ਕਰੂਗਾ, ਠੀਕ ਹੈ, ਮਤਲਬ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਇਹਦੇ ਵਿੱਚ ਐਕਸਚੇਂਜ ਚੀਜ਼ ਹੈ ਜਿਹੜੀ ਉਹ ਇਸ ਸਟੇਜ ਦੇ ਵਿੱਚ ਕਵਰ ਹੁੰਦੀ ਹੈ, ਠੀਕ ਹੈ। ਤਾਂ ਹੁਣ ਇਸ ਤੋਂ ਬਾਅਦ ਸੈਕਿੰਡ ਲੈਵਲ ਆ ਗਿਆ। ਸੈਕਿੰਡ ਲੈਵਲ ਕਨਵੈਨਸ਼ਨਲ, ਜਿਹਨੂੰ ਆਪਾਂ 10 ਤੋਂ 13 ਕੁ ਸਾਲ ਮੰਨਦੇ ਹਾਂ, ਠੀਕ ਹੈ। ਤਾਂ ਇਹਦੇ ਵਿੱਚ 2 ਸਟੇਜਾਂ ਨੇ, ਥਰਡ ਅਤੇ ਫੋਰਥ ਸਟੇਜ ਇਹਦੇ ਵਿੱਚ ਕਵਰ ਹੁੰਦੀ ਹੈ। ਥਰਡ ਸਟੇਜ ਦੇ ਵਿੱਚ ਗੱਲ ਕੀਤੀ ਗਈ ਹੈ ਇੰਟਰਪਰਸਨਲ ਰਿਲੇਸ਼ਨਸ਼ਿਪ ਦੀ, ਯਾਨੀ ਕਿ ਅੰਤਰ ਵਿਅਕਤੀਗਤ ਸੰਬੰਧ ਦੀ। ਤਾਂ ਜਿਹੜਾ ਅੰਤਰ ਵਿਅਕਤੀਗਤ ਸੰਬੰਧ ਹੈ, ਇਹਦੇ ਵਿੱਚ ਬੱਚਾ ਜਿਹੜਾ ਉਹ ਆਪਣੇ ਆਪ ਨੂੰ ਚੰਗਾ ਕਹਾਉਣਾ ਚਾਹੁੰਦਾ ਹੈ। ਹੋ ਸਕਦਾ ਲੜਕੀ ਉਹ ਨਾਈਸ ਗਰਲ ਕਹਾਉਣਾ ਚਾਹੁੰਦੀ ਹੋਵੇ, ਲੜਕਾ ਉਹ ਗੁੱਡ ਬੋਆਏ ਕਹਾਉਣਾ ਚਾਹੁੰਦਾ ਹੋਵੇ। ਉਹ ਕੰਮ ਕਿਉਂ ਕਰਦੇ ਨੇ? ਕਿਉਂਕਿ ਉਹਨਾਂ ਨੂੰ ਲੱਗਦਾ ਯਾਰ ਜੇ ਅਸੀਂ ਇਹ ਕੰਮ ਕਰਾਂਗੇ ਨਾ ਚੰਗਾ, ਲੋਕ ਸਾਡੀ ਪ੍ਰਸ਼ੰਸਾ ਕਰਨਗੇ, ਠੀਕ ਹੈ। ਤਾਂ ਉਹ ਪ੍ਰਸ਼ੰਸਾ ਲੈਣ ਦੇ ਲਈ ਕੀ ਕਰਦੇ ਨੇ? ਮਤਲਬ ਕਿ ਕਹਿ ਸਕਦੇ ਹਾਂ ਕੰਮ ਵਧੀਆ ਕਰਦੇ ਨੇ, ਮੋਰਲ ਡਿਵੈਲਪਮੈਂਟ ਹੋਈ ਉਹਦੀ, ਹੈ ਨਾ, ਵੀ ਉਹ ਨੈਤਿਕਤਾ ਦੇ ਵਿੱਚ ਕਿਉਂ ਨਹੀਂ? ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਨੂੰ ਕੋਈ ਚੰਗਾ ਕਹੂਗਾ, ਠੀਕ ਹੈ। ਤਾਂ ਇਹ ਚੀਜ਼ ਇਸ ਦੇ ਵਿੱਚ ਆ ਗਈ। ਨੈਕਸਟ ਗੱਲ, ਫੋਰਥ ਜੋ ਸਟੇਜ ਹੈ ਇਹ ਹੈ ਜੀ ਮੇਨਟੇਨਿੰਗ ਦਾ ਸੋਸ਼ਲ ਆਰਡਰ, ਮਤਲਬ ਕਿ ਸਮਾਜਿਕ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਮਤਲਬ ਨੈਤਿਕਤਾ ਦਿਖਾਈ ਜਾ ਰਹੀ ਹੈ ਵੀ ਸਮਾਜ ਦਾ ਜਿਹੜਾ ਸੰਬੰਧ ਹੈ ਉਹ ਬਣਿਆ ਰਹੇ। ਇਹਦੇ ਲਈ ਜਿਹੜਾ ਮਤਲਬ ਸੋਸ਼ਲ ਆਰਡਰ ਹੈ ਉਸ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ। ਤਾਂ ਇਹਦੇ ਵਿੱਚ ਗੱਲ ਆਊਗੀ ਜਿਵੇਂ ਲਾ, ਵੀ ਕਾਨੂੰਨ ਤੋਂ ਡਰਦਾ ਕੋਈ ਕਿਸੇ ਕੰਮ ਨੂੰ ਕਰ ਰਿਹਾ ਹੈ। ਹੋ ਸਕਦਾ ਉਹ ਕਿਸੇ ਦਾ ਆਰਡਰ ਮੰਨ ਰਿਹਾ ਹੋਵੇ, ਜਾਂ ਫਿਰ ਉਸ ਨੂੰ ਲੱਗਦਾ ਹੋਵੇ ਯਾਰ ਜੇ ਮੈਂ ਇਹ ਕੰਮ ਕਰਾਂਗਾ ਰੂਲ ਟੁੱਟੂਗਾ, ਕਾਨੂੰਨ ਦੀ ਉਲੰਘਣਾ ਹੋਊਗੀ, ਠੀਕ ਹੈ। ਤਾਂ ਉਹ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਹੋ ਜਾਂਦੀਆਂ ਨੇ, ਠੀਕ ਹੈ। ਨੈਕਸਟ ਜੋ ਥਰਡ ਲੈਵਲ ਹੈ ਜੀ ਪੋਸਟ ਕਨਵੈਨਸ਼ਨਲ ਲੈਵਲ। ਤਾਂ ਇਸ ਨੂੰ 13 ਸਾਲ ਤੋਂ ਪਲੱਸ ਦੀ ਜਿਹੜੀ ਇਹਨੂੰ ਆਪਾਂ ਪੋਸਟ ਕਨਵੈਨਸ਼ਨਲ ਦੇ ਵਿੱਚ ਰੱਖ ਸਕਦੇ ਹਾਂ, ਠੀਕ ਹੈ। ਤਾਂ ਇਹਦੇ ਵਿੱਚ 5ਵੀਂ ਸਟੇਜ ਆ ਜਾਂਦੀ ਹੈ ਇੱਕ ਤਾਂ ਸੋਸ਼ਲ ਕੰਟਰੈਕਟ, ਯਾਨੀ ਕਿ ਇੰਡੀਵਿਜੂਅਲਿਜ਼ਮ ਕਹਿ ਸਕਦੇ ਹਾਂ, ਇੰਡੀਵਿਜੂਅਲ ਰਾਈਟਸ, ਯਾਨੀ ਕਿ ਵਿਅਕਤੀਗਤ ਅਧਿਕਾਰ ਆ ਗਏ, ਸਮਾਜਿਕ ਇਕਰਾਰਨਾਮਾ ਇਸ ਦੇ ਵਿੱਚ ਸ਼ਾਮਲ ਹੋ ਗਿਆ, ਠੀਕ ਹੈ। ਤਾਂ ਇਹ ਸਭ ਚੀਜ਼ਾਂ ਮਤਲਬ ਕਿ ਸਮਾਜ ਦੇ ਦਬਾਅ ਅਧੀਨ ਆਪਾਂ ਨੂੰ ਲੱਗਦਾ ਯਾਰ ਵੀ ਬਹੁਤ, ਜਿਵੇਂ ਹੁਣ ਸਿਆਣੇ ਆਪਾਂ ਕਹਿੰਦੇ ਨੇ ਹੁਣ ਤਾਂ ਸਿਆਣੇ ਜਿਹੇ ਹੋ ਗਏ ਯਾਰ, ਸੁਸਾਇਟੀ ਵਾਲੇ ਕੀ ਕਹਿਣਗੇ, ਕੋਈ ਇੱਜ਼ਤ ਬਣਾ ਕੇ ਰੱਖੀਏ, ਹੈ ਨਾ, ਵੀ ਆਪਣੀ ਇੱਜ਼ਤ ਬਣੀ ਰਹੇ, ਉਹ ਗੱਲ ਜੀ ਇਹਦੇ 'ਚ ਆ ਜਾਂਦੀ ਹੈ। ਨੈਕਸਟ ਯੂਨੀਵਰਸਲ ਐਥੀਕਲ ਪ੍ਰਿੰਸੀਪਲ, ਯਾਨੀ ਕਿ ਸਰਬ ਵਿਆਪਕ ਨੈਤਿਕ ਸਿਧਾਂਤ। ਇਹਦੇ ਵਿੱਚ ਕੋਈ ਵਿਅਕਤੀ ਕੀ ਚਾਹੁੰਦਾ ਹੈ, ਹੁਣ ਉੱਥੇ ਜਾ ਕੇ ਇੱਥੇ ਝੋਚ ਮੋਰਲ ਡਿਵੈਲਪਮੈਂਟ ਹੋ ਗਿਆ ਉਹਦਾ ਪੂਰਾ, ਤਾਂ ਉਹ ਕੀ ਚਾਹੁੰਦਾ ਵੀ ਯਾਰ ਸੁਸਾਇਟੀ ਮੈਨੂੰ ਯਾਦ ਰੱਖੇ,
इस करके मैं ये काम करांगा, मैं कुर्बानी देनी है समाज की खातर, देश की खातर, क्योंकि लोग मैनू याद रखण। तो ਉਹਦੇ 'ਚ एथिकल प्रिंसीपल्स ਇੱਥੇ जा के आ गए। ठीक है, ਉਹ पूरी दुनिया ਨੂੰ ਉਹਨੂੰ याद रखूगी, इस करके ਉਹ ਅਜਿਹੇ ਕੰਮ ਕਰਨੇ शुरू कर ਦਿੰਦਾ। ਤਾਂ ਇਸ ਤਰੀਕੇ ਨਾਲ ਇਹ 6 ਸਟੇਜਾਂ ਇਸ ਦੀਆਂ ਕਵਰ ਕਰ ਲਈਆਂ ਨੇ ਆਪਾਂ ਨੇ। ਤਾਂ 6 ਸਟੇਜਾਂ ਦੇ ਇੱਕ ਤਾਂ ਨਾਮ ਯਾਦ ਰੱਖਣੇ ਮੋਸਟ ਇੰਪੋਰਟੈਂਟ ਨੇ ਜੀ। ਠੀਕ ਹੈ, ਇੱਕ ਤੁਹਾਨੂੰ ਇਹ ਪਤਾ ਹੋਵੇ ਬਸ ਕਿਹੜੇ 'ਚ ਕੀ ਗੱਲ ਕੀਤੀ ਗਈ ਹੈ। ਠੀਕ ਹੈ, ਜੋ ਆਪਾਂ ਨੇ ਚੀਜ਼ਾਂ ਬੋਲੀਆਂ ਨੇ ਬਸ ਇਹਨਾਂ ਨੂੰ ਤੁਸੀਂ ਸਮਝ ਲਿਓ, ਬਸ ਮੋਸਟ ਇੰਪੋਰਟੈਂਟ ਨੇ ਇਹ। ਠੀਕ ਹੈ, ਨੈਕਸਟ ਗੱਲ ਕਰਦੇ ਹਾਂ ਕੁਐਸਚਨ ਕੁਝ ਇਸ ਤਰੀਕੇ ਨਾਲ ਬਣ ਸਕਦਾ ਇਹਦੇ 'ਚੋਂ ਕਿ ਕੋਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਦੇ ਪੜਾਅ ਕਿੰਨੇ ਨੇ। ਠੀਕ ਹੈ, ਤਾਂ ਇਹਦੇ ਵਿੱਚ ਕਹਿ ਸਕਦੇ ਆਪਾਂ 6 ਪੜਾਅ ਨੇ, ਯਾਨੀ ਕਿ ਸਟੇਜਾਂ ਕਿੰਨੀਆਂ ਨੇ ਇਹਦੇ ਵਿੱਚ 6 ਨੇ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ, ਇਹ ਇੱਕ ਪੂਰੀ ਕਹਾਣੀ ਟਾਈਪ ਬਣਾਤੀ। ਮੰਨਣ ਦੇਖਦਾ ਹੈ ਕਿ ਜੈ ਓਮ ਦੀ ਪੈਨਸਲ ਲੈ ਰਿਹਾ ਹੈ, ਜਲਦੀ ਬਾਅਦ ਉਹ ਓਮ ਨੂੰ ਜੈ ਦਾ ਪੈਨ ਲੈ ਕੇ ਬਦਲਾ ਲੈਂਦੇ ਹੋਏ ਵੇਖਦਾ। ਦੇਖੋ ਬਦਲੇ ਦੀ ਗੱਲ ਹੈ ਇਹਦੇ 'ਚ। ਠੀਕ ਹੈ, ਮਤਲਬ ਕਿ ਬਦਲਾ ਲੈਂਦੇ ਹੋਏ ਦੇਖਦਾ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ, ਮੰਨਣ ਇਹਨਾਂ ਘਟਨਾਵਾਂ ਦੀ ਸੂਚਨਾ ਅਧਿਆਪਕ ਨੂੰ ਨਹੀਂ ਦਿੰਦਾ ਕਿਉਂਕਿ ਉਹਨਾਂ ਵਿੱਚ ਬਰਾਬਰ ਦਾ ਆਦਾਨ ਪ੍ਰਦਾਨ ਦੇਖੋ ਆਦਾਨ ਪ੍ਰਦਾਨ ਦੀ ਗੱਲ ਹੈ, ਲੈਣ ਦੇਣ ਦੀ ਗੱਲ ਹੈ। ਠੀਕ ਹੈ, ਤਾਂ ਮੰਨਣ ਕੋਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਦੀ ਕਿਸ ਸਟੇਜ ਦੇ ਵਿੱਚ ਹੈ। ਤਾਂ ਦੇਖੋ ਆਪਾਂ ਨੇ ਇੱਥੇ ਕੀ ਡਿਸਕਸ ਕੀਤਾ ਸੀ, ਦੇਖੋ ਆਦਾਨ ਪ੍ਰਦਾਨ ਆਪਾਂ ਨੇ ਕਿਹੜੇ 'ਚ ਪੜ੍ਹਿਆ ਸੀ, ਸੈਕੰਡ ਸਟੇਜ ਦੇ ਵਿੱਚ। ਮਤਲਬ ਕਿ ਉੱਥੇ ਲੈਣ ਨੂੰ ਦੇਣ ਹੈ, ਅਦਲੇ ਦਾ ਬਦਲ ਹੈ। ਠੀਕ ਹੈ, ਟਿੱਟ ਫੋਰ ਟੈਟ ਹੈ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਕੁਛ ਲੈਣ ਦੇਣ ਕੀਤਾ, ਤਾਂ ਉਹ ਸਮਝ ਰਿਹਾ ਹੁਣ ਉਹ ਕਿਹੜੀ ਸਟੇਜ 'ਚ ਹੈ, ਸੈਕੰਡ ਸਟੇਜ ਦੇ ਵਿੱਚ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਸਟੇਜ ਦੱਸਣੀ ਸੀ ਸੈਕੰਡ। ਠੀਕ ਹੈ, ਹੋ ਸਕਦਾ ਇੱਥੇ ਨਾਮ ਲਿਖਿਆ ਹੁੰਦਾ ਸਟੇਜ ਦਾ, ਤਾਂ ਤੁਹਾਨੂੰ ਨਾਮ ਵੀ ਯਾਦ ਰੱਖਣੇ ਪੈਣਗੇ। ਠੀਕ ਹੈ, ਦੇਖੋ ਇੱਕ ਬੱਚੀ ਕਹਿੰਦੀ ਹੈ ਕਿ ਚੋਰੀ ਕਰਨਾ ਗਲਤ ਹੈ ਕਿਉਂਕਿ ਉਸ ਨੂੰ ਫੜਿਆ ਜਾ ਸਕਦਾ ਹੈ, ਉਹ ਕੋਲਬਰਗ ਦੇ ਕਿਸ ਪੜਾਅ 'ਚ ਹੋਏਗੀ। ਤਾਂ ਮਤਲਬ ਸਜ਼ਾ ਤੋਂ ਡਰ ਰਹੀ ਹੈ। ਠੀਕ ਹੈ, ਤਾਂ ਦੇਖੋ ਚੋਰੀ ਕਰਨਾ ਗਲਤ ਹੈ ਕਿਉਂਕਿ ਉਸ ਨੂੰ ਫੜਿਆ ਜਾ ਸਕਦਾ ਹੈ, ਤਾਂ ਉਹ ਹੁਣ ਸਜ਼ਾ ਤੋਂ ਬਚ ਰਹੀ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਆਪਾਂ ਕੀ ਕਹਿ ਸਕਦੇ ਹਾਂ, ਫਸਟ ਆਪਸ਼ਨ ਇਸ ਦੇ ਵਿੱਚ ਹੋ ਜਾਵੇਗੀ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ, ਲੋਕ ਨੈਤਿਕ ਨਿਰਣੇ ਦੇ ਆਧਾਰ ਉੱਤੇ ਦੂਜਿਆਂ ਪ੍ਰਤੀ ਵਿਸ਼ਵਾਸ, ਦੇਖਭਾਲ ਅਤੇ ਵਫਾਦਾਰੀ ਦੀ ਕਦਰ ਕਰਦੇ ਹਨ। ਕੋਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਦੇ ਹੇਠਲੇ ਪੜਾਅ ਵਿੱਚੋਂ ਕਿਸ ਨੂੰ ਦਰਸਾਉਂਦਾ ਹੈ। ਮਤਲਬ ਕਿ ਕੀ ਕਰ ਰਹੇ ਨੇ ਲੋਕ, ਨੈਤਿਕ ਨਿਰਣੇ ਦੇ ਆਧਾਰ 'ਤੇ ਦੂਜਿਆਂ ਪ੍ਰਤੀ ਵਿਸ਼ਵਾਸ, ਦੇਖਭਾਲ ਅਤੇ ਵਫਾਦਾਰੀ ਦੀ ਗੱਲ ਇੱਥੇ ਕੀਤੀ ਗਈ ਹੈ। ਤਾਂ ਇਹਨੂੰ ਆਪਾਂ ਦੱਸਣ ਵੀ ਕਿਸ ਸਟੇਜ ਦੇ ਵਿੱਚ ਇਹ ਗੱਲ ਹੋਏਗੀ। ਤਾਂ ਇਹਦੇ ਵਿੱਚ ਆਪਾਂ ਥਰਡ ਮੰਨ ਸਕਦੇ ਹਾਂ। ਠੀਕ ਹੈ, ਕਿਉਂਕਿ ਇੱਥੇ ਮਿਊਚੁਅਲ ਇੰਟਰਪਰਸਨਲ ਐਕਸਪੈਕਟੇਸ਼ਨਸ ਆ ਗਈਆਂ। ਠੀਕ ਹੈ, ਮਤਲਬ ਕਿ ਆਪਸੀ ਪਰਸਪਰ ਉਮੀਦਾਂ, ਰਿਸ਼ਤੇ, ਅੰਤਰ ਵਿਅਕਤੀਗਤਤਾ ਇਹ ਸਟੇਜ 'ਚ ਆ ਚੁੱਕੀ ਹੈ। ਤਾਂ ਇੱਥੇ ਆਪਾਂ ਆਪਸ਼ਨ ਬੀ ਦੇ ਨਾਲ ਜਾਣਾ ਬੈਸਟ ਰਹੇਗਾ। ਤਾਂ ਇਸ ਤਰੀਕੇ ਨਾਲ ਆਪਣੀ ਇਹ ਥਿਊਰੀ ਹੈ ਜਿਹੜੀ ਉਹ ਡਿਸਕਸ ਹੋ ਚੁੱਕੀ ਹੈ। ਨੈਕਸਟ ਜੋ ਥਿਊਰੀ ਹੈ ਜੀ ਬਰੂਨਰ ਦੀ, ਤਾਂ ਬਰੂਨਰ ਵੀ ਬਸ ਇਹਦੇ 'ਚ ਸਿੰਪਲ ਹੀ ਗੱਲ ਕਰੂਗਾ। ਬਰੂਨਰ ਦੀ ਥਿਊਰੀ ਤਾਂ ਕਾਫੀ ਈਜ਼ੀ ਹੈ। ਠੀਕ ਹੈ, ਤਾਂ ਜੀਰੋਮ ਬਰੂਨਰ ਇਸ ਦਾ ਨਾਮ ਸੀ। ਇਹ ਕੋਗਨੀਟਿਵ ਡਿਵੈਲਪਮੈਂਟ ਦੀ ਗੱਲ ਕਰਦਾ ਹੈ, ਗਿਆਨਾਤਮਕ ਵਿਕਾਸ ਦੀ ਗੱਲ ਕਰਦਾ ਹੈ। ਤਾਂ ਪਿਆਜੇ ਨੇ ਗਿਆਨਾਤਮਕ ਵਿਕਾਸ ਦੇ ਵਿੱਚ ਥਿੰਕਿੰਗ, ਇਮੈਜੀਨੇਸ਼ਨ ਇਹ ਚੀਜ਼ਾਂ ਨੂੰ ਕਵਰ ਕੀਤਾ ਸੀ। ਤਾਂ ਬਰੂਨਰ ਨੇ ਉਸ ਦੀ ਥੋੜ੍ਹੀ ਜਿਹੀ ਆਲੋਚਨਾ ਕਰਦੇ ਹੋਏ ਕੀ ਕਹਿਤਾ ਕਿ ਥਿੰਕਿੰਗ ਤਾਂ ਹੈਗੀ ਹੈ, ਕਹਿੰਦਾ ਟ੍ਰੇਨਿੰਗ ਅਤੇ ਐਕਸਪੀਰੀਅੰਸ ਵੀ ਕਹਿੰਦਾ ਇਸ ਦੇ ਵਿੱਚ ਸ਼ਾਮਲ ਨੇ। ਠੀਕ ਹੈ, ਉਹਦੇ ਨਾਲ ਥੋੜ੍ਹਾ ਜਿਹਾ ਇਹਨੇ ਐਡ ਆਨ ਕਰਤਾ। ਠੀਕ ਹੈ, ਤਾਂ ਇਹਦੀ ਥਿਊਰੀ ਨੂੰ ਆਪਾਂ 3 ਸਟੈਪ ਥਿਊਰੀ ਵੀ ਕਹਿ ਦਿੰਦੇ ਹਾਂ। ਇਸ ਤੋਂ ਬਿਨਾਂ ਇਸ ਨੂੰ ਅਸੀਂ ਕੰਸੈਪਟ ਅਟੇਨਮੈਂਟ ਟੀਚਿੰਗ ਮਾਡਲ ਵੀ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਇਸ ਨੇ ਕੁਝ ਮੋਡਸ ਦੱਸੇ ਨੇ, ਲਰਨਿੰਗ ਦੀਆਂ ਕੁਝ ਟਾਈਪਸ ਦੱਸੀਆਂ ਨੇ ਕਹਿ ਲਓ। ਠੀਕ ਹੈ, ਤਾਂ ਉਹ ਕਿਹੜੀਆਂ ਨੇ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਠੀਕ ਹੈ ਜੀ, ਤਾਂ 3 ਲਰਨਿੰਗ ਮੋਡਸ ਇਹਨੇ ਦੱਸੇ ਨੇ, ਕਿਹੜੇ ਨੇ ਦੇਖੋ। ਸਭ ਤੋਂ ਪਹਿਲਾਂ ਤਾਂ ਆਪਾਂ ਸਮਝਦੇ ਹਾਂ ਇਹਦੇ ਵਾਲੇ ਬੜੇ ਈਜ਼ੀ ਨੇ, ਇਹਦੇ ਨਾਮ ਤੋਂ ਹੀ ਕਲੀਅਰ ਹੋ ਜਾਊਗਾ। ਜਿਵੇਂ ਕਿ ਪਹਿਲੇ ਲੈਵਲ ਦੇ ਵਿੱਚ ਇਹ ਗੱਲ ਲੈਵਲ ਕਹਿ ਲਓ ਜਾਂ ਇਹਨੂੰ ਮੋਡਸ ਕਹਿ ਸਕਦੇ ਆਪਾਂ, ਲਰਨਿੰਗ ਮੋਡਸ। ਜਿਵੇਂ ਕਿ ਫਸਟ ਇਨਐਕਟਿਵ, ਤਾਂ ਐਕਟਿਵ ਸ਼ਬਦ ਨੂੰ ਚੱਕੋ ਤੁਸੀਂ, ਇੰਨਾ ਸ਼ਬਦ ਐਕਟਿਵ ਮਤਲਬ ਕਿ ਬੱਚਾ ਇਹਦੇ 'ਚ ਐਕਟਿਵਲੀ ਇਨਵੋਲਵ ਹੈ, ਸਰਗਰਮ ਹੈ। ਠੀਕ ਹੈ, ਤਾਂ ਜਨਮ ਤੋਂ 3 ਸਾਲ ਤੱਕ ਦੀ ਜਿਹੜੀ ਏਜ ਹੈ ਉਹਦੇ ਵਿੱਚ ਉਹ ਇਨਐਕਟਿਵਲੀ ਸਿੱਖਦਾ ਹੈ। ਠੀਕ ਹੈ, ਲਰਨ ਕਰਦਾ ਉਹ ਇਨਐਕਟਿਵਲੀ। ਤਾਂ ਹੁਣ ਇਹਨੂੰ ਸਮਝੋ, ਮੰਨ ਕੇ ਚੱਲੋ ਬੱਚੇ ਨੂੰ ਤੁਸੀਂ ਕੋਈ ਕਿਤਾਬ ਫੜਾਤੀ ਤਾਂ ਉਹ ਕਿਤਾਬ ਨੂੰ ਫਾੜ ਦੂਗਾ ਕਿਉਂਕਿ ਉਹਨੂੰ ਲੱਗ ਰਿਹਾ ਉਹ ਸਰਗਰਮ ਹੈ, ਪੂਰਾ ਐਕਟਿਵ ਹੈ, ਉਹ ਐਨਰਜੀ ਉਹਦੇ 'ਚ ਪੂਰੀ। ਠੀਕ ਹੈ, ਤਾਂ ਉਹ ਕਿਤਾਬ ਨੂੰ ਫਾੜਨ ਦੀ ਕੋਸ਼ਿਸ਼ ਕਰੂਗਾ, ਪੇਜਾਂ ਨੂੰ ਫਾੜਨ ਦੀ ਕੋਸ਼ਿਸ਼ ਕਰੂਗਾ, ਕਿਉਂਕਿ ਉਹਨੂੰ ਲੱਗਦਾ ਵਿੱਚੋਂ ਕੁਛ ਕੱਢਣਾ ਹੈ। ਤਾਂ ਉਹ ਵਿੱਚੋਂ ਕੁਛ ਕੱਢਣ ਦੀ ਕੋਸ਼ਿਸ਼ ਕਰ ਰਿਹਾ, ਉਹ ਇਨਐਕਟਿਵ ਹੈ, ਸਰਗਰਮ ਹੈ। ਠੀਕ ਹੈ, ਉਹਨੂੰ ਹਾਲੇ ਕੋਈ ਮਤਲਬ ਨਹੀਂ ਵੀ ਕਿਤਾਬ 'ਤੇ ਕੀ ਲਿਖਿਆ ਹੋਇਆ ਹੈ, ਕਿੰਨੇ ਸੋਹਣੇ ਵਿਚਾਰ ਲਿਖੇ ਹੋਏ ਨੇ, ਕਿੰਨੀ ਸੋਹਣੀ ਤਸਵੀਰ ਛਾਪੀ ਹੋਈ ਹੈ, ਹਾਲੇ ਉਹਨੂੰ ਕੋਈ ਮਤਲਬ ਨਹੀਂ। ਉਹ 3 ਸਾਲ ਦੀ ਉਮਰ 'ਚ ਹੈ ਤਾਂ ਉਹ ਕਿਤਾਬ ਨੂੰ ਫਾੜੂਗਾ। ਠੀਕ ਹੈ, ਕਿਉਂਕਿ ਉਹ ਵਿੱਚੋਂ ਕੁਛ ਕੱਢਣ ਦੀ ਕੋਸ਼ਿਸ਼ ਕਰ ਰਿਹਾ, ਐਨਰਜੀ ਜ਼ਿਆਦਾ ਉਹਦੇ 'ਚ, ਐਕਟਿਵ ਹੈ, ਉਹ ਵਿੱਚੋਂ ਕੁਛ ਕੱਢਣ ਦੀ ਕੋਸ਼ਿਸ਼ ਕਰਦਾ। ਕੋਈ ਚੀਜ਼ ਫੜਾ ਦਿਓ ਉਹਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹ। ਠੀਕ ਹੈ, ਤਾਂ ਨੈਕਸਟ ਗੱਲ ਆ ਗਈ ਆਈਕੋਨਿਕ ਦੀ। ਹੁਣ ਉਹਦੇ 'ਚ
ਆਈਕਨਾਂ ਨੂੰ ਸਮਝਣ ਦੀ ਥੋੜ੍ਹੀ ਜਿਹੀ ਸਮਰੱਥਾ ਆ ਗਈ, ਮਤਲਬ ਕਿ ਚਿੱਤਰ ਡਾਇਗਰਾਮ ਉਹਨਾਂ ਨੂੰ ਉਹ ਥੋੜ੍ਹਾ ਜਿਹਾ ਸਮਝਣਾ ਸਿੱਖ ਗਿਆ। ਠੀਕ ਹੈ, ਤਾਂ 3 ਤੋਂ 8 ਕੁ ਸਾਲ ਤੱਕ ਦਾ ਇਹ ਇੱਕ ਟਾਈਮ ਪੀਰੀਅਡ ਹੈ। ਠੀਕ ਹੈ, ਹੁਣ ਉਹ ਡਾਇਗਰਾਮਾਂ ਨੂੰ ਦੇਖ ਕੇ ਕੀ ਕਰ ਰਿਹਾ, ਇੰਪਰੈਸ ਹੋ ਰਿਹਾ। ਉਹਨੂੰ ਕੋਈ ਕਿਤਾਬ ਫੜਾ ਦਿੱਤੀ ਗਈ ਇਸ ਸਟੇਜ ਦੇ ਵਿੱਚ, ਤਾਂ ਉਹ ਹੋ ਸਕਦਾ ਹੈ ਉਹਨੂੰ ਪੜ੍ਹਨ ਤੱਕ ਕੋਈ ਮਤਲਬ ਨਾ ਹੋਵੇ, ਕਿਤਾਬ ਦੇ ਫੋਟੋ ਦੇ ਥੱਲੇ ਕਿੰਨੀ ਸੋਹਣਾ ਵਿਚਾਰ ਲਿਖਿਆ ਹੋਇਆ ਉਹਨੂੰ ਵਿਚਾਰ ਤੱਕ ਕੋਈ ਮਤਲਬ ਨਹੀਂ, ਕੋਈ ਕਹਾਣੀ ਲਿਖੀ ਹੋਈ ਉਹਦੇ ਤੱਕ ਕੋਈ ਮਤਲਬ ਨਹੀਂ। ਉਹ ਸਿਰਫ ਡਾਇਗਰਾਮ ਦੇਖ ਰਿਹਾ ਹੈ ਵੀ ਕਿੰਨੀ ਸੋਹਣੀ ਫੋਟੋ ਛਾਪੀ ਹੋਈ ਹੈ, ਕਿੰਨਾ ਸੋਹਣਾ ਡਾਇਗਰਾਮ ਛਾਪਿਆ ਹੋਇਆ ਹੈ। ਤਾਂ ਹੁਣ ਉਹ ਕੀ ਕਰ ਰਿਹਾ, ਡਾਇਗਰਾਮ ਨੂੰ ਦੇਖ ਰਿਹਾ ਹੈ। ਤਾਂ ਆਈਕੋਨਿਕ ਸਟੇਜ ਹੈ ਇਹ। ਠੀਕ ਹੈ, ਕਹਿ ਸਕਦੇ ਹਾਂ ਲੈਵਲ 1 ਮੋਡ ਹੈ। ਉਹ ਹੁਣ ਡਾਇਗਰਾਮ ਦੇ ਥਰੂ ਸਿੱਖ ਰਿਹਾ ਹੈ। ਠੀਕ ਹੈ, ਤਾਂ ਲਰਨਿੰਗ ਮੋਡ ਆਪਾਂ ਕਹਿ ਸਕਦੇ ਹਾਂ। ਨੈਕਸਟ ਗੱਲ ਆ ਗਈ ਸਿੰਬੋਲਿਕ। ਹੁਣ ਉਹ ਚਿੰਨ੍ਹਾਂ ਨੂੰ ਸਮਝਣਾ ਸਿੱਖ ਗਿਆ। ਜਿਹੜੀ ਭਾਸ਼ਾ ਹੈ, ਅੱਖਰ ਨੇ, ਉਹ ਵੀ ਤਾਂ ਇੱਕ ਚਿੰਨ੍ਹ ਨਹੀਂ ਨਾ, ਹੁਣ ਉਹ ਚਿੰਨ੍ਹ ਨੂੰ ਸਮਝਣਾ ਸਿੱਖ ਗਿਆ। ਸਿੰਬੋਲਿਕ ਸਟੇਜ ਆ ਗਈ। ਤਾਂ 8 ਸਾਲ ਤੋਂ ਉੱਪਰ ਦੀ ਉਮਰ ਜਿਹੜੀ ਆਪਾਂ ਉਹਨੂੰ ਇਹਦੇ 'ਚ ਕਵਰ ਕਰਾਂਗੇ। ਸਿੰਬੋਲਿਕ ਲੈਵਲ ਦੇ ਵਿੱਚ ਸਟੇਜ ਦੇ ਵਿੱਚ ਉਹ ਕੀ ਕਰੂ, ਹੁਣ ਸਿੰਬਲ ਨੂੰ ਸਮਝੂਗਾ। ਹੋ ਸਕਦਾ ਉੱਥੇ ਵਾਕ ਪੜ੍ਹੇ, ਉਹ ਵਾਕ ਪੜ੍ਹਦੇ ਹੋਏ ਕੋਈ ਗੱਲ ਪੁੱਠੇ ਕੌਮੇ 'ਚ ਲਿਖੀ ਗਈ ਹੋਵੇ, ਉਹ ਸਮਝੂਗਾ ਵੀ ਕਿਸੇ ਨੇ ਕਹੀ ਹੋਈ ਗੱਲ ਹੈ। ਠੀਕ ਹੈ, ਅਤੇ ਹੁਣ ਇੱਕ ਗੱਲ ਹੋਰ, ਉਹ ਕੌਮੇ ਦੇ ਉੱਤੇ ਰੁਕੂਗਾ, ਡੰਡੀ ਦੇ ਉੱਤੇ ਰੁਕੂਗਾ, ਉਹ ਸਿੰਬਲਾਂ ਨੂੰ ਵੀ ਸਮਝਣਾ ਸ਼ੁਰੂ ਕਰਤਾ। ਹੋ ਸਕਦਾ ਕਿਤੇ ਕ੍ਰੋਸ ਦਾ ਨਿਸ਼ਾਨ ਲੱਗੇ, ਉਹ ਉਹਨੂੰ ਵੀ ਸਮਝੂਗਾ ਵੀ ਚੀਜ਼ ਕੱਟੀ ਹੋਈ ਹੈ। ਕਿਤੇ ਸਹੀ ਦਾ ਨਿਸ਼ਾਨ ਲੱਗੇ, ਉਹ ਸਮਝੂਗਾ ਵੀ ਇਹ ਸਹੀ ਹੈ ਚੀਜ਼। ਤਾਂ ਹੁਣ ਉਹਦੇ 'ਚ ਸਿੰਬੋਲਿਕਲੀ ਲਰਨਿੰਗ ਮੋਡਸ ਦੇ ਵਿੱਚ ਉਹ ਆ ਗਿਆ। ਠੀਕ ਹੈ, ਤਾਂ ਹੁਣ ਉਹਨੂੰ ਕਿਤਾਬ ਫੜਾਓਗੇ ਤੁਸੀਂ, ਉਹ ਡਾਇਗਰਾਮ ਵੀ ਦੇਖੂਗਾ, ਉਹਦੇ ਨੀਚੇ ਕੀ ਲਿਖਿਆ ਹੋਇਆ, ਲਾਈਨ ਲਿਖੀ ਹੋਈ ਹੈ, ਕੋਈ ਵਿਚਾਰ ਲਿਖਿਆ ਹੋਇਆ, ਉਹਨਾਂ ਨੂੰ ਵੀ ਉਹ ਪੜ੍ਹੂਗਾ, ਸਮਝੂਗਾ। ਠੀਕ ਹੈ, ਤਾਂ ਇਸ ਤਰੀਕੇ ਨਾਲ 3 ਗੱਲਾਂ ਇਹ ਜੋ ਬਰੂਨਰ ਸੀ ਇਹ ਕਰਦਾ ਸੀ, ਇਹਨੂੰ ਤੁਸੀਂ ਧਿਆਨ ਵਿੱਚ ਰੱਖੋਗੇ। ਲਾਸਟ ਵਿੱਚ ਆਪਾਂ ਗੱਲ ਡਿਸਕਸ ਕਰਦੇ ਹਾਂ ਇੱਕ ਥਿਊਰੀ ਹੋਰ, ਜੋ ਆਪਣੇ ਕੋਲ ਨੈਕਸਟ ਥਿਊਰੀ ਹੈ ਜੀ, ਇਹ ਹੈ ਅਲਬਰਟ ਬੰਡੂਰਾ ਦੀ। ਤਾਂ ਅਲਬਰਟ ਬੰਡੂਰਾ ਦੀ ਥਿਊਰੀ ਦੇ ਪਹਿਲਾਂ ਤਾਂ ਨਾਮ ਯਾਦ ਰੱਖਣੇ ਮੋਸਟ ਇੰਪੋਰਟੈਂਟ ਨੇ ਜੀ। ਅਲੱਗ-ਅਲੱਗ ਨਾਮ, ਅਲੱਗ-ਅਲੱਗ ਟਰਮਾਂ ਲੈ ਕੇ ਇਸ ਦੀ ਥਿਊਰੀ ਨੂੰ ਕਿਹਾ ਜਾਂਦਾ ਹੈ। ਤਾਂ ਅਲਬਰਟ ਬੰਡੂਰਾ, ਜੇਕਰ ਪੁੱਛਿਆ ਜਾਵੇ ਵੀ ਸੋਸ਼ਲ ਲਰਨਿੰਗ ਥਿਊਰੀ ਕਿਹਨੇ ਦਿੱਤੀ ਹੈ, ਤਾਂ ਤੁਸੀਂ ਕਹੋਗੇ ਅਲਬਰਟ ਬੰਡੂਰਾ ਨੇ। ਠੀਕ ਹੈ, ਇਸ ਤੋਂ ਬਿਨਾਂ ਅਲੱਗ-ਅਲੱਗ ਨਾਮ ਜਿਵੇਂ ਕਿ ਸੋਸ਼ਲ ਕੋਗਨੀਟਿਵ ਥਿਊਰੀ, ਇੱਥੇ ਉਲਝ ਨਾ ਜਾਇਓ, ਕੋਗਨੀਟਿਵ ਦੇ ਨਾਲ ਸੋਸ਼ਲ ਵੀ ਐਡ ਕੀਤਾ ਇਹਨੇ, ਸੋਸ਼ਲ ਕੋਗਨੀਟਿਵ ਥਿਊਰੀ। ਠੀਕ ਹੈ, ਤਾਂ ਅਬਜ਼ਰਵੇਸ਼ਨਲ ਲਰਨਿੰਗ ਕਹਿ ਸਕਦੇ ਹਾਂ, ਅਤੇ ਇਮੀਟੇਟਿਵ ਲਰਨਿੰਗ ਕਹਿ ਸਕਦੇ ਹਾਂ, ਰੈਸੀਪ੍ਰੋਕਲ ਡਿਟਰਮਿਨਿਜ਼ਮ ਕਹਿ ਸਕਦੇ ਹਾਂ, ਸੈਲਫ ਐਫੀਸ਼ੀਐਂਸੀ ਕਹਿ ਸਕਦੇ ਹਾਂ, ਅਤੇ ਇੰਟਰਨਿਕ ਮੋਟੀਵੇਸ਼ਨ ਕਹਿ ਸਕਦੇ ਹਾਂ, ਅਤੇ ਮੋਡਲ ਥਿਊਰੀ ਕਹਿ ਸਕਦੇ ਹਾਂ। ਬੋਬੋ ਡੋਲ ਦੇ ਉੱਤੇ ਇਹਨੇ ਇੱਕ ਐਕਸਪੈਰੀਮੈਂਟ ਕੀਤਾ ਸੀ। ਤਾਂ ਇਹ ਸਭ ਚੀਜ਼ਾਂ ਤੁਸੀਂ ਧਿਆਨ ਦੇ 'ਚ ਰੱਖੋਗੇ। ਨਾਲ ਪੰਜਾਬੀ ਦੇ ਵਿੱਚ ਵੀ ਨਾਮ ਲਿਖੇ ਹੋਏ ਨੇ, ਤੁਸੀਂ ਇਹਨਾਂ ਨੂੰ ਨੋਟ ਜ਼ਰੂਰ ਕਰ ਲਓ। ਠੀਕ ਹੈ, ਇਹ ਸਾਰੀਆਂ ਟਰਮਾਂ ਪੁੱਛੀਆਂ ਜਾ ਸਕਦੀਆਂ, ਇਹਨਾਂ ਨੂੰ ਆਪਾਂ ਡਿਸਕਸ ਇੱਦਾਂ ਹੀ ਕਰ ਲਾਂਗੇ। ਠੀਕ ਹੈ, ਘਬਰਾਇਓ ਨਾ, ਤਾਂ ਨੋਟ ਇਹਨਾਂ ਨੂੰ ਜ਼ਰੂਰ ਕਰ ਲਓ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ, ਇਹ 4 ਤਰੀਕਿਆਂ ਨਾਲ ਲਰਨਿੰਗ ਨੂੰ 4 ਤਰੀਕਿਆਂ ਨਾਲ ਵੰਡਦਾ। ਇਹ ਕਹਿੰਦਾ ਬੱਚਾ ਸਭ ਤੋਂ ਪਹਿਲਾਂ ਕੀ ਕਰਦਾ, ਕਿਸੇ ਵੀ ਚੀਜ਼ ਵੱਲ ਉਸ ਦਾ ਧਿਆਨ ਜਾਂਦਾ, ਮਤਲਬ ਕਿਸੇ ਚੀਜ਼ 'ਤੇ ਉਹ ਅਟੈਂਸ਼ਨ ਦਿੰਦਾ। ਫੋਰ ਐਗਜ਼ਾਮਪਲ ਟੀਚਰ ਇੱਕ, ਠੀਕ ਹੈ, ਉਹ ਟੀਚਰ ਪਹਿਲਾਂ ਆਪਾਂ ਉਹਨੂੰ ਸਮਝਦੇ ਹਾਂ, ਇਹਨੂੰ ਪਹਿਲਾਂ ਇਹਦੀ ਆਪਾਂ ਮੋਡਲ ਥਿਊਰੀ ਨੂੰ ਸਮਝਦੇ ਹਾਂ। ਇਹਨੇ ਇੱਕ ਬੋਬੋ ਡੋਲ ਦੇ ਉੱਤੇ ਪ੍ਰਯੋਗ ਕੀਤਾ ਸੀ। ਉਹ ਪ੍ਰਯੋਗ ਕੀ ਸੀਗਾ, ਠੀਕ ਹੈ, ਆਪਾਂ ਇਹਨੂੰ ਸਮਝਦੇ ਹਾਂ। ਇੱਕ ਡੋਲ ਸੀ, ਠੀਕ ਹੈ, ਅਤੇ ਇਹ ਡੋਲ ਦੇ ਸਾਹਮਣੇ 2 ਗਰੁੱਪ ਬਿਠਾਏ ਗਏ, ਇੱਕ ਗਰੁੱਪ ਏ ਅਤੇ ਇੱਕ ਗਰੁੱਪ ਬੀ। ਠੀਕ ਹੈ, ਜਿਹੜਾ ਗਰੁੱਪ ਏ ਸੀਗਾ, ਇਸ ਦੇ ਸਾਹਮਣੇ ਇਸ ਡੋਲ ਦੇ ਕੀ ਮਾਰੇ ਗਏ, ਥੱਪੜ ਮਾਰੇ ਗਏ। ਠੀਕ ਹੈ, ਇਸ ਡੋਲ ਨੂੰ ਕੁੱਟਿਆ ਗਿਆ, ਮਾਰਿਆ ਗਿਆ। ਠੀਕ ਹੈ, ਇਸ ਦਾ ਬੁਰਾ ਹਾਲ ਕੀਤਾ ਗਿਆ, ਮਤਲਬ ਕਿ ਡੋਲ ਦੇ ਨਾਲ ਬੈਡ ਬਿਹੇਵੀਅਰ ਕੀਤਾ ਗਿਆ, ਮਾੜਾ ਵਰਤਾਵ ਕੀਤਾ ਗਿਆ ਗਰੁੱਪ ਏ ਦੇ ਸਾਹਮਣੇ। ਤਾਂ ਗਰੁੱਪ ਏ ਦੇ ਬੱਚਿਆਂ ਨੇ ਕੀ ਕੀਤਾ, ਘਰ ਜਾ ਕੇ ਜੋ ਉਹਨਾਂ ਕੋਲ ਡੋਲ ਸੀ ਉਸ ਨਾਲ ਵੀ ਉਹਨਾਂ ਨੇ ਮਾੜਾ ਵਰਤਾਵ ਕੀਤਾ। ਮਤਲਬ ਕਿ ਬੱਚਿਆਂ ਦੇ ਸਾਹਮਣੇ ਕੀ ਚੀਜ਼ ਦਿਖਾਈ ਗਈ ਵੀ ਡੋਲ ਨੂੰ ਕੁੱਟਣਾ ਚਾਹੀਦਾ, ਇਹਦੇ ਥੱਪੜ ਮਾਰੋ, ਇਸ ਦੇ ਨਾਲ ਮਾੜਾ ਵਰਤਾਵ ਕਰੋ। ਤਾਂ ਬੱਚਿਆਂ ਨੇ ਘਰ ਜਾ ਕੇ ਵੀ ਉਸੇ ਤਰ੍ਹਾਂ ਦਾ ਵਰਤਾਵ ਕੀਤਾ ਗਰੁੱਪ ਏ ਵਾਲਿਆਂ ਨੇ। ਸਮਝ ਗਏ, ਤਾਂ ਇਹ ਕੀ ਹੋ ਗਿਆ, ਐਕਸਪੈਰੀਮੈਂਟ ਹੋ ਗਿਆ। ਨੈਕਸਟ ਗੱਲ, ਹੁਣ ਜਿਹੜਾ ਗਰੁੱਪ ਬੀ ਸੀ, ਗਰੁੱਪ ਬੀ ਦੇ ਸਾਹਮਣੇ ਇਸ ਡੋਲ ਨੂੰ ਕੀ ਕੀਤਾ ਗਿਆ, ਪਿਆਰ ਕੀਤਾ ਗਿਆ, ਇਸ ਦੇ ਨਾਲ ਹਮਦਰਦੀ ਜਤਾਈ ਗਈ, ਪਿਆਰ ਜਤਾਇਆ ਗਿਆ, ਇਸ ਦੀ ਕੇਅਰ ਕੀਤੀ ਗਈ, ਬਹੁਮਤ ਅਫੈਕਸ਼ਨ ਇਸ ਨੂੰ ਦਿੱਤੀ ਗਈ। ਤਾਂ ਇਹ ਸਭ ਚੀਜ਼ਾਂ ਦਿੱਤੀਆਂ ਗਈਆਂ ਗਰੁੱਪ ਬੀ ਦੇ ਸਾਹਮਣੇ। ਤਾਂ ਗਰੁੱਪ ਬੀ ਵਾਲੇ ਬੱਚਿਆਂ ਨੇ ਘਰ ਜਾ ਕੇ ਇਹ ਐਕਸਪੈਰੀਮੈਂਟ ਦੇਖਣ ਤੋਂ ਬਾਅਦ ਘਰ ਜਾ ਕੇ ਕੀ ਕੀਤਾ, ਆਪਣੀ ਡੋਲ ਨੂੰ ਪਿਆਰ ਕੀਤਾ, ਉਸ ਨੂੰ ਮਤਲਬ ਉਸੇ ਤਰੀਕੇ ਨਾਲ ਟਰੀਟ ਕੀਤਾ, ਵਧੀਆ ਉਸ ਦੇ ਨਾਲ ਬਿਹੇਵੀਅਰ ਕੀਤਾ ਜਿਸ ਤਰ੍ਹਾਂ ਦਾ ਉਹਨਾਂ ਦੇ ਸਾਹਮਣੇ ਡੋਲ ਨਾਲ ਕੀਤਾ ਗਿਆ ਸੀ। ਸਮਝ ਗਏ, ਤਾਂ ਏ ਗਰੁੱਪ ਦੇ ਉੱਤੇ ਬੀ ਗਰੁੱਪ ਦੇ ਉੱਤੇ ਕੀ ਪਿਆ, ਪ੍ਰਭਾਵ ਪਿਆ। ਠੀਕ ਹੈ, ਤਾਂ ਇਹ ਪ੍ਰਭਾਵ ਦੇ ਬੇਸ 'ਤੇ ਇੱਕ ਮੋਡਲਿੰਗ ਥਿਊਰੀ ਜਿਹੜੀ ਉਹ ਤਿਆਰ ਕੀਤੀ ਗਈ। ਤਾਂ ਹੁਣ ਤੁਸੀਂ ਸਮਝ ਗਏ ਵੀ ਬੱਚਿਆਂ ਦੇ ਸਾਹਮਣੇ ਆਪਾਂ ਜਿਸ ਤਰ੍ਹਾਂ ਦਾ ਬਿਹੇਵੀਅਰ ਕਰਦੇ ਹਾਂ ਤਾਂ ਉਸੇ ਤਰ੍ਹਾਂ ਉਹ ਸਿੱਖਦੇ ਨੇ। ਤਾਂ ਇਸ ਤਰੀਕੇ ਨਾਲ ਅਲਬਰਟ ਬੰਡੂਰਾ ਕਿਸ ਚੀਜ਼ ਦੀ ਗੱਲ ਕਰਦਾ ਹੈ, ਸੋਸ਼ਲ ਲਰਨਿੰਗ ਥਿਊਰੀ ਦੀ ਗੱਲ ਕਰਦਾ ਹੈ। ਕਹਿੰਦਾ ਸਮਾਜ ਦੇ ਵਿੱਚ ਬੱਚੇ ਨੇ ਜਿਹੜੀ ਚੀਜ਼ ਦੇਖ ਲਈ, ਜਿਹੜੀ ਚੀਜ਼ 'ਤੇ ਉਸ ਦਾ ਅਟੈਂਸ਼ਨ ਗਿਆ, ਫਿਰ ਉਸਨੇ ਰਿਟੈਂਸ਼ਨ ਕੀਤਾ, ਫਿਰ ਰੀਪਰੋਡਕਸ਼ਨ ਕੀਤੀ, ਫਿਰ ਮੋਟੀਵੇਸ਼ਨ ਮਿਲੀ, ਇਸ ਬੇਸ 'ਤੇ ਉਸ ਦੀ ਲਰਨਿੰਗ ਹੋ ਗਈ।
ठीक है। तो डॉल के उत्ते यह सिद्धांत करके उसने ये चीज़ सिद्ध की भी बच्चा जो चीज़ नूं देखूगा जिस वाल उसका ध्यान जाऊगा उस तरह की उसकी लर्निंग हो जाऊगी। तो हुण इत्थे आपां 4 स्टेजां नूं समझदे हां। नंबर 1 गल आ गई अटैंशन की। अटैंशन की है? ध्यान देना। बच्चों ने सब तो पहला ध्यान दिता भी सामने वाला यार डॉल नूं कुट रहा है, भी उसके नाल माड़ा बर्ताव कर रहा है। पहलां उन्होंने ध्यान दिता, उन्हों का ध्यान गया कह लो, ठीक है। फिर उन्होंने उस चीज़ नूं मन विच धारिया, रिटेंशन किया, मन विच की धारिया भी अच्छा ये डॉल तो कुट्टण वास्ते हुंदे ने, ठीक है। तो उन्होंने मन विच ये धारणा बन गई, रिटेंशन कर लिया उन्होंने। नैक्सट गल आ गई रीप्रोडक्शन, करके देखना या अभ्यास करना या उत्पादन कह सकते हैं। तो बच्चों ने जो चीज़ सीखी सी देखी, पहला तो जिहड़ी चीज़ वाल उन्होंने ध्यान गया सी उस चीज़ नूं उन्होंने धारण किया, फिर उन्होंने हुण करके देख रहे हैं, घर जाके डॉल नूं कुट के देख रहे हैं, उसदे नाल माड़ा बर्ताव करके देख रहे हैं। ये माड़ा बर्ताव करते करते हो सकता है किसी ने उन्होंने मोटिवेट करता होवे, किसी ने कहता हो वैरी गुड तू की कर रहे हैं, वधिया शाबाश वैरी गुड कहता हो, किसी ने उन्होंने रीइनफोर्समेंट देती हो, प्रेरणा देती, पुनर्बलन देता। तो इस बेस पर वो उन्होंने लर्निंग हो गई। हुण वो बच्चे कुटनी सीख गए, उस सोसाइटियां दे विच कुट के आया करनगे, है ना। तो इस तरीके नाल उन्हां दी लर्निंग हुई, सोशल लर्निंग जिसनूं बंडूरा आख रहे है। तो इनू आपां पॉजिटिवली ते नैगेटिवली दोनों तरीके नाल लै सकते हैं, एम भी लै सकते हैं। इनू देखो गल सुनो, मन के चलो एक टीचर सी, ਉਹ ਕੀ ਕਰ ਰਿਹਾ ਸੀ, ਨਿੱਕੇ ਬੱਚਿਆਂ ਨਾਲ ਪਿਆਰ ਨਾਲ ਗੱਲ ਕਰ ਰਿਹਾ ਸੀ, ਤਾਂ ਬੱਚਿਆਂ ਦਾ ਉਸ ਵੱਲ ਕੀ ਗਿਆ, ਧਿਆਨ ਗਿਆ। ਬੱਚਿਆਂ ਦਾ ਧਿਆਨ ਗਿਆ ਵੀ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਤਾਂ ਉਸ ਤੋਂ ਬਾਅਦ ਬੱਚਿਆਂ ਨੇ ਉਹਨੂੰ ਰਿਟੈਂਸ਼ਨ ਕੀਤਾ, ਧਾਰਨਾ ਮਨ ਵਿੱਚ ਧਾਰੀ ਵੀ ਛੋਟੇ ਤਾਂ ਪਿਆਰ ਕਰਨ ਵਾਸਤੇ ਹੀ ਹੁੰਦੇ ਨੇ। ਫਿਰ ਘਰ ਜਾ ਕੇ ਉਹਨਾਂ ਨੇ ਛੋਟਿਆਂ ਨੂੰ ਕਿਸੇ ਨੂੰ ਪਿਆਰ ਕਰਕੇ ਦੇਖਿਆ, ਅਭਿਆਸ ਕੀਤਾ, ਹੁਣ ਚੀਜ਼ ਨੂੰ ਕਰਕੇ ਦੇਖਿਆ, ਰੀਪਰੋਡਕਸ਼ਨ ਕੀਤੀ, ਉਸਦੀ ਉਤਪਾਦਨ ਕਹਿ ਸਕਦੇ ਆਪਾਂ, ਹੈ ਨਾ। ਤਾਂ ਇੱਦਾਂ ਉਹਨੂੰ ਕਰਕੇ ਦੇਖਿਆ, ਅਤੇ ਇੱਦਾਂ ਕਰਦੇ ਕਰਦੇ ਕਿਸੇ ਨੇ ਦੇਖ ਲਿਆ ਵੀ ਯਾਰ ਵੈਰੀ ਗੁੱਡ, ਛੋਟਿਆਂ ਨੂੰ ਪਿਆਰ ਕਰਦੇ, ਕਿੰਨਾ ਸਿਆਣਾ ਬੱਚੇ, ਸ਼ਾਬਾਸ਼ ਕਹਿਤਾ ਕਿਸੇ ਨੇ। ਤਾਂ ਇਸ ਤਰ੍ਹਾਂ ਉਹਨੂੰ ਰੀਇਨਫੋਰਸਮੈਂਟ ਮਿਲ ਗਈ, ਮੋਟੀਵੇਸ਼ਨ ਮਿਲ ਗਈ, ਤਾਂ ਉਸਦੀ ਕੀ ਹੋ ਗਈ, ਲਰਨਿੰਗ ਹੋ ਗਈ। ਤਾਂ ਕੁੱਲ ਮਿਲਾ ਕੇ ਇਸ ਤਰੀਕੇ ਨਾਲ ਅਲਬਰਟ ਬੰਡੂਰਾ ਨੇ ਇਹ 4 ਸਟੇਜਿਸ ਦਿੱਤੀਆਂ ਨੇ। ਤੁਹਾਨੂੰ ਕੁਐਸਚਨ ਕਿਸ ਤਰ੍ਹਾਂ ਬਣ ਸਕਦਾ ਹੈ, ਇੱਕ ਤਾਂ ਤੁਹਾਨੂੰ ਥਿਊਰੀ ਦਾ ਨਾਮ ਪੁੱਛ ਸਕਦੇ ਨੇ ਜੀ, ਮੋਸਟ ਇੰਪੋਰਟੈਂਟ ਨੇ ਇਹ ਸਾਰੀਆਂ ਟਰਮਾਂ ਨੂੰ ਇੱਦਾਂ ਹੀ ਯਾਦ ਕਰਿਓ ਵੀ ਅਲਬਰਟ ਬੰਡੂਰੇ ਦੁਆਰਾ ਇਹ ਸਾਰੀਆਂ ਟਰਮਾਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ, ਠੀਕ ਹੈ। ਇੱਕ ਤਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣੇ, ਇਹਨਾਂ ਦੇ ਨਾਮ ਇੱਦਾਂ ਹੀ ਯਾਦ ਰੱਖਣੇ ਨੇ, ਪਹਿਲੀ ਸਟੇਜ, ਦੂਸਰੀ, ਤੀਸਰੀ ਅਤੇ ਚੌਥੀ, ਠੀਕ ਹੈ। ਅਤੇ ਇਹਦੇ ਵਿੱਚ ਕੁਐਸਚਨ ਇਸ ਤਰ੍ਹਾਂ ਬਣ ਸਕਦਾ ਜੀ, ਦੇਖੋ ਅਕੋਰਡਿੰਗ ਟੂ ਅਲਬਰਟ ਬੰਡੂਰਾ 4 ਕੰਡੀਸ਼ਨਸ ਆਰ ਨਸੈਸਰੀ ਇਨ ਅਬਜ਼ਰਵੇਸ਼ਨਲ, ਦੇਖੋ ਅਬਜ਼ਰਵੇਸ਼ਨਲ ਲਰਨਿੰਗ कहता ਇੱਥੇ, ਨਾਮ ਦੇਖੋ ਕਿਹੜੀ ਟਰਮ ਯੂਜ਼ ਕੀਤੀ ਹੈ, ਉੱਪਰਲੀ ਟਰਮ ਯੂਜ਼ ਕੀਤੀ ਹੈ ਇਹਨਾਂ ਨੇ ਅਬਜ਼ਰਵੇਸ਼ਨ ਵਾਲੀ, ਠੀਕ ਹੈ, ਅਬਜ਼ਰਵੇਸ਼ਨਲ ਲਰਨਿੰਗ ਵਾਲੀ। ਤਾਂ ਇੱਥੇ ਸੋਸ਼ਲ ਲਰਨਿੰਗ ਵੀ ਕਹਿ ਸਕਦੇ ਸੀ, ਹੈ ਨਾ। ਤਾਂ ਇਸ ਦੇ ਵਿੱਚ ਜਿਹੜੀਆਂ ਇਹਨਾਂ ਦੀ ਰਾਈਟ ਸੀਕੁਐਂਸ ਕੀ ਹੋਏਗੀ, ਸਹੀ ਸੀਕੁਐਂਸ। ਸਭ ਤੋਂ ਪਹਿਲਾਂ ਆਪਾਂ ਨੇ ਅਟੈਂਸ਼ਨ ਪੜ੍ਹੇ ਹੈ, ਠੀਕ ਹੈ, ਅਟੈਂਸ਼ਨ ਤਾਂ ਸਾਰਿਆਂ ਦੇ ਵਿੱਚ ਹੀ ਹੈ, ਠੀਕ ਹੈ। ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਆਪਾਂ ਨੇ ਰਿਟੈਂਸ਼ਨ ਪੜ੍ਹੇ, ਰਿਟੈਂਸ਼ਨ ਇਹਨਾਂ ਦੋਨਾਂ ਆਪਸ਼ਨਾਂ ਦੇ ਵਿੱਚ ਹੈ, ਠੀਕ ਹੈ। ਉਸ ਤੋਂ ਬਾਅਦ ਤੀਸਰੇ ਨੰਬਰ 'ਤੇ ਆਪਾਂ ਨੇ ਰੀਪਰੋਡਕਸ਼ਨ ਪੜ੍ਹੇ ਹੈ, ਜੋ ਕਿ ਇੱਕ ਆਪਸ਼ਨ ਦੇ ਵਿੱਚ ਹੈ, ਅਤੇ ਲਾਸਟ ਦੇ ਮੋਟੀਵੇਸ਼ਨ ਪੜ੍ਹੇ ਹੈ। ਤਾਂ ਆਪਣੇ ਕੋਲ ਕੀ ਹੋ ਗਿਆ ਜੀ, ਥਰਡ ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਹੋ ਗਿਆ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹਦੇ 'ਚੋਂ ਕੁਐਸਚਨ ਬਣ ਸਕਦਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ, ਇਹ ਜੋ ਕੁਐਸਚਨ ਹੈ ਇਸ ਦਾ ਜੋ ਰਾਈਟ ਆਨਸਰ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਲਿਖ ਕੇ ਦੱਸੋਗੇ, ਠੀਕ ਹੈ। ਤਾਂ 6 ਨੰਬਰ ਕੁਐਸਚਨ, 6 ਨੰਬਰ ਪਾ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਸ ਦਾ ਜਿਹੜਾ ਆਨਸਰ ਹੈ ਉਹ ਲਿਖ ਦਿਓਗੇ। ਤਾਂ ਮੈਂ ਦੇਖਦੇ ਹਾਂ ਵੀ ਕਿੰਨੇ ਦੋਸਤਾਂ ਨੇ ਇਹ ਕਲਾਸ ਨੂੰ ਵਧੀਆ ਇੰਜੋਏ ਕੀਤਾ, ਵਧੀਆ ਧਿਆਨ ਨਾਲ ਦੇਖਿਆ। ਤਾਂ ਇਹ ਕਲਾਸ ਦੇ ਵਿੱਚ ਆਪਾਂ ਜੋ ਵੀ ਮੇਨ ਸਾਈਕੋਲੋਜਿਸਟ ਸੀ ਸਾਰੇ ਡਿਸਕਸ ਕਰ ਲਏ ਨੇ। ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਥੈਂਕ ਯੂ।